ਹੈਲੋ एवरीवन ਵੈਲਕਮ ਟੂ ਨਿਊਜ਼ ਆਫ ਅਲਰਟ। ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੋਇਆ ਮਾਰਚ ਮਹੀਨੇ ਦੇ ਪੂਰੇ ਮਹੀਨੇ ਦੇ ਕਰੰਟ ਅਫੇਅਰ। ਪੰਜਾਬੀ ਦੇ ਵਿੱਚ ਇਹ ਕਰੰਟ ਅਫੇਅਰ ਨੇ, ਤਾਂ ਚਲੋ ਸਟਾਰਟ ਕਰਦੇ ਹਾਂ ਵੀਡੀਓ ਨੂੰ। ਪਹਿਲਾ ਕਰੰਟ ਅਫੇਅਰ ਹੈ ਜੀ ਆਪਣਾ, ਭਾਰਤ ਵਿੱਚ ਕਿਹੜਾ ਦਿਨ ਰਾਸ਼ਟਰੀ ਪ੍ਰੋਟੀਨ ਦਿਵਸ ਵਜੋਂ ਮਨਾਇਆ ਜਾਂਦਾ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ 27 ਫਰਵਰੀ। 27 ਫਰਵਰੀ ਰਾਸ਼ਟਰੀ ਪ੍ਰੋਟੀਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਕਿਹੜੇ ਦਿਨ ਨੂੰ ਵਿਸ਼ਵ ਬੈਕਅਪ ਦਿਵਸ ਵਜੋਂ ਮਨੋਨੀਤ ਕੀਤਾ ਗਿਆ ਹੈ? ਤਾਂ 31 ਮਾਰਚ ਨੂੰ ਵਿਸ਼ਵ ਬੈਕਅਪ ਦਿਵਸ ਵਜੋਂ ਮਨੋਨੀਤ ਕੀਤਾ ਗਿਆ ਹੈ। ਵਿਸ਼ਵ ਐਨਜੀਓ ਦਿਵਸ ਹਰ ਸਾਲ ਵਿਸ਼ਵ ਪੱਧਰ ਤੇ ਕਿਸ ਦਿਨ ਮਨਾਇਆ ਜਾਂਦਾ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ 27 ਫਰਵਰੀ। 27 ਫਰਵਰੀ ਨੂੰ ਵਿਸ਼ਵ ਐਨਜੀਓ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ। 2022 ਰਾਸ਼ਟਰੀ ਵਿਗਿਆਨ ਦਿਵਸ ਦਾ ਵਿਸ਼ਾ ਕੀ ਸੀ, ਥੀਮ ਕੀ ਸੀ? ਤਾਂ 2022 ਰਾਸ਼ਟਰੀ ਵਿਗਿਆਨ ਦਿਵਸ ਦਾ ਵਿਸ਼ਾ ਸੀ ਟਿਕਾਊ ਭਵਿੱਖ ਲਈ ਸਾਇੰਸ ਅਤੇ ਟੈਕਨੋਲੋਜੀ ਵਿੱਚ ਏਕੀਕ੍ਰਿਤ ਪਹੁੰਚ। ਠੀਕ ਹੈ, ਟਿਕਾਊ ਭਵਿੱਖ ਲਈ ਸਾਇੰਸ ਅਤੇ ਟੈਕਨੋਲੋਜੀ ਦੇ ਵਿੱਚ ਏਕੀਕ੍ਰਿਤ ਪਹੁੰਚ ਵਿਸ਼ਾ ਸੀ 2022 ਰਾਸ਼ਟਰੀ ਵਿਗਿਆਨ ਦਿਵਸ ਦਾ। ਅੱਗੇ ਹੈ ਜੀ ਆਪਣਾ, ਭਾਰਤ ਸਰਕਾਰ ਨੇ ਸਾਲਾਨਾ ਪੋਲੀਓ ਰਾਸ਼ਟਰੀ ਟੀਕਾਕਰਨ ਦਿਵਸ 2022 ਦਾ ਆਯੋਜਨ ਕਿਸ ਦਿਨ ਕੀਤਾ ਹੈ? ਤਾਂ 27 ਫਰਵਰੀ ਨੂੰ ਭਾਰਤ ਸਰਕਾਰ ਨੇ ਸਾਲਾਨਾ ਪੋਲੀਓ ਰਾਸ਼ਟਰੀ ਟੀਕਾਕਰਨ ਦਿਵਸ ਦਾ ਆਯੋਜਨ ਕੀਤਾ ਹੈ ਜੀ। ਰੂਸ ਵਿੱਚ ਵਸੂ ਸਟਾਰਸ ਚੈਂਪੀਅਨਸ਼ਿਪ 2022 ਵਿੱਚ ਭਾਰਤ ਲਈ ਕਿਸ ਖਿਡਾਰੀ ਨੇ ਗੋਲਡ ਜਿੱਤਿਆ ਹੈ? ਸਾਦੀਆ ਤਾਰਿਕ। ਤਾਂ ਸਾਦੀਆ ਤਾਰਿਕ ਨੇ ਰੂਸ ਵਿੱਚ ਹੋਏ ਵਸੂ ਸਟਾਰਸ ਚੈਂਪੀਅਨਸ਼ਿਪ ਦੇ ਵਿੱਚ ਭਾਰਤ ਲਈ ਗੋਲਡ ਤਮਗਾ ਜਿੱਤਿਆ ਹੈ ਜੀ। ਠੀਕ ਹੈ ਜੀ। ਨੈਕਸਟ ਹੈ ਆਪਣਾ, ਕਿੰਨੇ ਭਾਰਤੀ ਵੇਟ ਲਿਫਟਰਾਂ ਨੇ ਬਰਮਿੰਗਮ ਵਿੱਚ ਰਾਸ਼ਟਰਮੰਡਲ ਖੇਡਾਂ 2022 ਲਈ ਕੁਆਲੀਫਾਈ ਕੀਤਾ ਹੈ? ਤਾਂ 12 ਭਾਰਤੀ ਵੇਟ ਲਿਫਟਰਾਂ ਨੇ ਬਰਮਿੰਗਮ ਰਾਸ਼ਟਰਮੰਡਲ ਖੇਡਾਂ 2022 ਲਈ ਕੁਆਲੀਫਾਈ ਕੀਤਾ ਹੈ। ਨੈਕਸਟ ਹੈ ਆਪਣਾ, ਮੈਕਸੀਕਨ ਓਪਨ 2022 ਕਿਸ ਨੇ ਜਿੱਤਿਆ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਰਾਫੇਲ ਨਡਾਲ। ਰਾਫੇਲ ਨਡਾਲ ਨੇ ਮੈਕਸੀਕਨ ਓਪਨ 2022 ਜਿੱਤਿਆ ਹੈ ਜੀ। ਕਿਸ ਦੇਸ਼ ਤੋਂ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਆਪਰੇਸ਼ਨ ਗੰਗਾ ਸ਼ੁਰੂ ਕੀਤਾ ਗਿਆ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਯੂਕਰੇਨ। ਯੂਕਰੇਨ 'ਚ ਵਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਆਪਰੇਸ਼ਨ ਗੰਗਾ ਸ਼ੁਰੂ ਕੀਤਾ ਗਿਆ ਹੈ ਜੀ। ਭਾਰਤ ਦੇ ਕਿਹੜੇ ਹਵਾਈ ਅੱਡੇ ਨੂੰ ਪਾਵਰ ਸਕਾਰਾਤਮਕ ਹਵਾਈ ਅੱਡੇ ਦਾ ਦਰਜਾ ਪ੍ਰਾਪਤ ਹੈ? ਤਾਂ ਕੋਚੀਨ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਨੂੰ ਪਾਵਰ ਸਕਾਰਾਤਮਕ ਹਵਾਈ ਅੱਡੇ ਦਾ ਦਰਜਾ ਪ੍ਰਾਪਤ ਹੈ ਜੀ। ਭਾਸ਼ਾ ਸਰਟੀਫਿਕੇਟ ਸੈਲਫੀ ਮੁਹਿੰਮ ਕਿਸ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ ਹੈ? ਤਾਂ ਸਿੱਖਿਆ ਮੰਤਰਾਲੇ ਦੁਆਰਾ ਭਾਸ਼ਾ ਸਰਟੀਫਿਕੇਟ ਸੈਲਫੀ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਹੈ ਜੀ। ਦੁਨੀਆ ਦਾ ਕਿਹੜਾ ਦੇਸ਼ ਹੈ ਜਿਸ ਨੇ ਪੌਦੇ ਆਧਾਰਿਤ ਕੋਵਿਡ-19 ਵੈਕਸੀਨ ਦੀ ਵਰਤੋਂ ਨੂੰ ਅਧਿਕਾਰਤ ਮਨਜ਼ੂਰੀ ਦਿੱਤੀ ਹੈ? ਤਾਂ ਕੈਨੇਡਾ ਦੁਨੀਆ ਦਾ ਅਜਿਹਾ ਦੇਸ਼ ਹੈ ਜਿਸ ਨੇ ਪੌਦੇ ਆਧਾਰਿਤ ਕੋਵਿਡ-19 ਵੈਕਸੀਨ ਦੀ ਵਰਤੋਂ ਨੂੰ ਅਧਿਕਾਰਤ ਮਨਜ਼ੂਰੀ ਦਿੱਤੀ ਹੈ ਜੀ। ਡੈਸ਼ ਮੰਤਰੀ ਮੰਡਲ ਨੇ ਭਾਰਤ ਦਾ ਆਪਣੀ ਪਹਿਲੀ ਕਿਸਮ ਦਾ ਪਹਿਲਾ ਇਲੈਕਟ੍ਰਾਨਿਕ ਵੇਸਟ ਈਕੋ ਪਾਰਕ ਸਥਾਪਿਤ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ? ਤਾਂ ਦਿੱਲੀ ਮੰਤਰੀ ਮੰਡਲ ਨੇ ਭਾਰਤ ਦਾ ਆਪਣਾ ਪਹਿਲੀ ਕਿਸਮ ਦਾ ਇਲੈਕਟ੍ਰਾਨਿਕ ਵੇਸਟ ਈਕੋ ਪਾਰਕ ਸਥਾਪਿਤ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ ਜੀ। ਭਾਰਤ ਅਤੇ ਦੱਖਣੀ ਏਸ਼ੀਆ ਵਿੱਚ ਮਾਈਕਰੋ ਵਲਾਗਿੰਗ ਪਲੇਟਫਾਰਮ ਟਵਿੱਟਰ ਦੀ ਜਨਤਕ ਨੀਤੀ ਅਤੇ ਪਰਉਪਕਾਰੀ ਜਨਤਾ ਦੀ ਯਤਨਾਂ ਦੀ ਅਗਵਾਈ ਕੌਣ ਕਰੇਗਾ? ਤਾਂ ਭਾਰਤ ਅਤੇ ਦੱਖਣ ਏਸ਼ੀਆ ਵਿੱਚ ਟਵਿੱਟਰ ਦੀ ਜਨਤਕ ਨੀਤੀ ਦੀ ਅਗਵਾਈ ਕਰਨਗੇ ਜੀ ਸਮਰੀਨ ਗੁਪਤਾ। ਠੀਕ ਹੈ ਜੀ। ਨੈਕਸਟ ਹੈ ਆਪਣਾ, ਦੁਰਲਭ ਰੋਗ ਦਿਵਸ RDD ਹਰ ਸਾਲ ਫਰਵਰੀ ਦੇ ਆਖਰੀ ਦਿਨ ਮਨਾਇਆ ਜਾਂਦਾ ਹੈ। ਇਸ ਸਾਲ 2022 ਵਿੱਚ ਇਹ ਕਦੋਂ ਮਨਾਇਆ ਜਾਵੇਗਾ? ਤਾਂ 28 ਫਰਵਰੀ ਨੂੰ। ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ ਕਦੋਂ ਸ਼ੁਰੂ ਕੀਤੀ ਗਈ? 2008 ਦੇ ਵਿੱਚ ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪਰਿਯੋਜਨਾ ਨੂੰ ਸ਼ੁਰੂ ਕੀਤਾ ਗਿਆ ਸੀ ਜੀ। ਜਨ ਔਸ਼ਧੀ ਹਫ਼ਤਾ ਕਦੋਂ ਮਨਾਇਆ ਜਾਂਦਾ ਹੈ? ਤਾਂ 1 ਮਾਰਚ ਤੋਂ ਲੈ ਕੇ 7 ਮਾਰਚ 2022 ਤੱਕ ਜਨ ਔਸ਼ਧੀ ਹਫ਼ਤਾ ਮਨਾਇਆ ਗਿਆ ਹੈ। ਭਾਰਤ ਅਤੇ ਜਾਪਾਨ ਵਿਚਕਾਰ ਦੁਵੱਲੀ ਸਵੈਪ ਵਿਵਸਥਾ ਦੀ ਮਾਤਰਾ ਕਿੰਨੀ ਹੈ? ਤਾਂ ਇਹ ਹੈ ਜੀ 75 USD। ਠੀਕ ਹੈ, 75 ਬਿਲੀਅਨ USD ਭਾਰਤ ਅਤੇ ਜਾਪਾਨ ਵਿਚਕਾਰ ਦੁਵੱਲੀ ਸਵੈਪ ਵਿਵਸਥਾ ਦੀ ਮਾਤਰਾ ਹੈ ਜੀ। NSO ਦੇ ਦੂਜੇ ਅਗਾਊ ਅਨੁਮਾਨ ਅਨੁਸਾਰ 2021-22 ਲਈ ਭਾਰਤ ਦੀ GDP ਵਿਕਾਸ ਦਰ ਦਾ ਕੀ ਅਨੁਮਾਨ ਹੈ? 8.9%।
ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਸੇਬੀ ਦੇ ਨਵੇਂ ਪ੍ਰਧਾਨ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਤਾਂ ਮਾਧਵੀਪੁਰੀ ਵਿੱਚ ਨੂੰ ਸੇਬੀ ਦੇ ਨਵੇਂ ਚੇਅਰਪਰਸਨ ਵਜੋਂ ਨਿਯੁਕਤ ਕੀਤਾ ਗਿਆ ਹੈ। ਤਾਂ ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਆਪਣਾ, ਦੁਬਈ UAE ਵਿੱਚ ਪੈਰਾ ਤੀਰਅੰਦਾਜ਼ੀ ਵਿਸ਼ਵ ਚੈਂਪੀਅਨਸ਼ਿਪ ਦੇ ਵਿਅਕਤੀਗਤ ਭਾਗ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਕੌਣ ਬਣਿਆ ਹੈ? ਪੂਜਾ ਜਾਟੀਅਨ। ਨੈਕਸਟ ਹੈ ਆਪਣਾ, ਮਹਾਨ ਸਪਿਨਰ ਸੋਨੀ ਰਾਮਦਿਨ ਦਾ ਦੇਹਾਂਤ ਹੋ ਗਿਆ, ਇਹ ਕਿਸ ਦੇਸ਼ ਦੀ ਕ੍ਰਿਕਟ ਟੀਮ ਨਾਲ ਜੁੜੇ ਹੋਏ ਸਨ? ਤਾਂ ਸੋਨੀ ਰਾਮਦਿਨ ਸਨ ਜੋ ਵੈਸਟ ਇੰਡੀਜ਼ ਟੀਮ ਦੇ ਬੌਲਰ ਸਨ। ਲਦਾਖ ਸਕਾਊਟਸ ਰੈਜੀਮੈਂਟਲ ਸੈਂਟਰ ਦੁਆਰਾ LG ਕੱਪ IC ਹਾਕੀ ਚੈਂਪੀਅਨਸ਼ਿਪ ਦਾ ਕਿਹੜਾ ਐਡੀਸ਼ਨ ਚੁੱਕਿਆ ਗਿਆ ਹੈ? ਤਾਂ 2G ਐਡੀਸ਼ਨ ਚੁੱਕਿਆ ਗਿਆ ਹੈ ਇਹ ਜੀ। ਰਾਸ਼ਟਰੀ ਮੁਲਾਂਕਣ ਅਤੇ ਮਾਨਤਾ ਪ੍ਰੀਸ਼ਦ ਦਾ ਕਾਰਜਕਾਰੀ ਕਮੇਟੀ ਦੇ ਚੇਅਰਮੈਨ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਭੂਸ਼ਣ ਪਟਵਰਧਨ। ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਯੂਕਰੇਨ ਦੇ ਹਮਲੇ ਦੇ ਜਵਾਬ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੋਂ ਓਲੰਪਿਕ ਆਰਡ ਅਵਾਰਡ ਠੀਕ ਹੈ ਖੋਹ ਲਿਆ ਹੈ। ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦਾ ਮੌਜੂਦਾ ਪ੍ਰਧਾਨ ਕੌਣ ਹੈ? ਤਾਂ ਥਾਮਸ ਬੌਕ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਮੌਜੂਦਾ ਪ੍ਰਧਾਨ ਹਨ, ਜਿਨ੍ਹਾਂ ਨੇ ਵਲਾਦੀਮੀਰ ਪੁਤਿਨ ਤੋਂ ਓਲੰਪਿਕ ਆਰਡਰ ਅਵਾਰਡ ਖੋਹ ਲਿਆ ਹੈ ਜੀ। ਤਾਂ ਡੈਸ਼ ਨੇ ਭਾਰਤ ਵਿੱਚ ਪਲੇ ਪਾਸ ਗਾਹਕੀ ਸੇਵਾ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ? ਤਾਂ ਗੂਗਲ ਨੇ ਭਾਰਤ ਵਿੱਚ ਪਲੇ ਪਾਸ ਗਾਹਕੀ ਸੇਵਾ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜੀ। ਕਿਸ ਬੈਂਕ ਨੇ ਮਹਾਗ੍ਰਾਮ ਅਤੇ ਸੁਨਿਵੇਸ਼ ਇੰਡੀਆ ਫਾਈਨੈਂਸ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਓਡੀਸ਼ਾ ਵਿੱਚ ਪ੍ਰੋਜੈਕਟ ਬੈਂਕ ਸਾਖੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਬੈਂਕ ਆਫ ਮਹਾਰਾਸ਼ਟਰ ਨੇ ਓਡੀਸ਼ਾ ਵਿੱਚ ਪ੍ਰੋਜੈਕਟ ਬੈਂਕ ਸਾਖੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਜੀ। ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਨੂੰ ਯੂਕਰੇਨ ਦੇ ਐਟੋਨੋਵ 225 ਕਾਰਗੋ ਜਹਾਜ਼ ਕਿਸ ਦੇਸ਼ ਨੇ ਤਬਾਹ ਕੀਤਾ ਹੈ? ਤਾਂ ਦੁਨੀਆ ਦਾ ਜਿਹੜਾ ਸਭ ਤੋਂ ਵੱਡਾ ਜਹਾਜ਼ ਸੀ ਯੂਕਰੇਨ ਦਾ ਐਟੋਨੋਵ 225, ਇਸ ਨੂੰ ਤਬਾਹ ਕੀਤਾ ਹੈ ਜੀ ਰੂਸ ਨੇ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਡੈਸ਼ ਤੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਂਦਾ ਹੈ? ਤਾਂ 1 ਮਾਰਚ ਤੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਹਫ਼ਤਾ ਮਨਾਇਆ ਜਾਂਦਾ ਹੈ 8 ਮਾਰਚ ਤੱਕ। ਠੀਕ ਹੈ ਜੀ। ਜ਼ੀਰੋ ਡਿਸਕ੍ਰਿਮੀਨੇਸ਼ਨ ਡੇ 2022 ਦਾ ਥੀਮ ਕੀ ਹੈ? ਤਾਂ ਇਸ ਸਾਲ ਦਾ ਜ਼ੀਰੋ ਡਿਸਕ੍ਰਿਮੀਨੇਸ਼ਨ ਡੇ 2022 ਦਾ ਥੀਮ ਹੈ ਨੁਕਸਾਨ ਪਹੁੰਚਾਉਣ ਵਾਲੇ ਕਾਨੂੰਨਾਂ ਨੂੰ ਹਟਾਓ, ਅਜਿਹੇ ਕਾਨੂੰਨ ਬਣਾਓ ਜੋ ਤਾਕਤ ਦਿੰਦੇ ਹੋਣ। ਕਿਹੜਾ ਦੇਸ਼ 31ਵੀਆਂ ਦੱਖਣੀ ਪੂਰਬੀ ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਕਰੇਗਾ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਵਿਅਤਨਾਮ। ਵਿਅਤਨਾਮ ਦੇ ਵਿੱਚ 31ਵੀਆਂ ਦੱਖਣੀ ਪੂਰਬੀ ਏਸ਼ੀਆਈ ਖੇਡਾਂ ਹੋਣ ਵਾਲੀਆਂ ਹਨ। ਤੁਹਾਡੇ ਵਿੱਚੋਂ ਇੱਕ ਕਿਸ ਰਾਜਨੇਤਾ ਦੀ ਸਵੈ ਜੀਵਨੀ ਹੈ? ਤਾਂ MK ਸਟਾਲਿਨ ਦੀ ਸਵੈ ਜੀਵਨੀ ਹੈ ਜੀ ਤੁਹਾਡੇ ਵਿੱਚੋਂ ਇੱਕ। ਗਲੀ ਦੇ ਜਾਨਵਰਾਂ ਲਈ ਭਾਰਤ ਦੀ ਪਹਿਲੀ ਐਂਬੂਲੈਂਸ ਕਿਸ ਸ਼ਹਿਰ ਵਿੱਚ ਲਾਂਚ ਕੀਤੀ ਗਈ ਹੈ? ਤਾਂ ਚੇਨਈ ਇਸ ਦਾ ਰਾਈਟ ਆਨਸਰ ਹੈ ਜੀ। ਚੇਨਈ ਦੇ ਵਿੱਚ ਗਲੀ ਦੇ ਜਾਨਵਰਾਂ ਲਈ ਪਹਿਲੀ ਐਂਬੂਲੈਂਸ ਸ਼ੁਰੂ ਕੀਤੀ ਗਈ ਹੈ ਜੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਯੁਰਵੈਦਿਕ ਪੌਦਿਆਂ ਦੀ ਮਹੱਤਤਾ ਨੂੰ ਉਤਸ਼ਾਹਿਤ ਕਰਨ ਲਈ ਰਾਸ਼ਟਰਪਤੀ ਭਵਨ ਵਿਖੇ ਕਿਹੜੀ ਜਾਇਦਾਦ ਦੀ ਸ਼ੁਰੂਆਤ ਕੀਤੀ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਆਰੋਗਿਆ ਵਨਮ। ਠੀਕ ਹੈ, ਆਰੋਗਿਆ ਵਨਮ ਨੂੰ ਸ਼ੁਰੂ ਕੀਤਾ ਹੈ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਯੁਰਵੈਦਿਕ ਪੌਦਿਆਂ ਦੀ ਮਹੱਤਤਾ ਨੂੰ ਉਤਸ਼ਾਹਿਤ ਕਰਨ ਲਈ। ਠੀਕ ਹੈ ਜੀ। ਨੈਕਸਟ ਹੈ ਆਪਣਾ ਕੁਐਸਚਨ, ਕਿਹੜੀ ਸੰਸਥਾ ਭਾਰਤ ਵਿੱਚ ਰਾਸ਼ਟਰੀ ਲਿੰਗ ਸੂਚਕ ਅੰਕ ਜਾਰੀ ਕਰੇਗੀ? ਤਾਂ ਨੀਤੀ ਆਯੋਗ ਭਾਰਤ ਵਿੱਚ ਰਾਸ਼ਟਰੀ ਲਿੰਗ ਸੂਚਕ ਅੰਕ ਜਾਰੀ ਕਰੇਗੀ ਜੀ। ਡੈਸ਼ ਅੰਕੜਾ ਭੌਤਿਕ ਵਿਗਿਆਨ ਦੇ ਖੇਤਰ ਵਿੱਚ ਯੋਗਦਾਨ ਲਈ 2022 ਵਿੱਚ ਵੋਲਟਜ਼ਮੈਨ ਮੈਡਲ ਲਈ ਨਾਮਿਤ ਹੋਣ ਵਾਲਾ ਪਹਿਲਾ ਭਾਰਤੀ ਬਣਿਆ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਦੀਪਕ ਧਰ। ਚੀਨ ਨੇ ਕਿਹੜੇ ਰਾਕੇਟ ਦੀ ਵਰਤੋਂ ਕਰਕੇ ਪੁਲਾੜ ਵਿੱਚ 22 ਸੈਟੇਲਾਈਟ ਲਾਂਚ ਕਰਨ ਦਾ ਘਰੇਲੂ ਰਿਕਾਰਡ ਬਣਾਉਣ ਦਾ ਦਾਅਵਾ ਕੀਤਾ ਹੈ? ਤਾਂ ਲਾਂਗ ਮਾਰਚ 8 ਰਾਕੇਟ। ਚੀਨ ਨੇ ਲਾਂਗ ਮਾਰਚ 8 ਰਾਕੇਟ ਰਾਹੀਂ ਪੁਲਾੜ ਵਿੱਚ 22 ਸੈਟੇਲਾਈਟ ਲਾਂਚ ਕਰਨ ਦਾ ਘਰੇਲੂ ਰਿਕਾਰਡ ਬਣਾਉਣ ਦਾ ਦਾਅਵਾ ਕੀਤਾ ਹੈ ਜੀ। ਸਿਵਲ ਡਿਫੈਂਸ ਦੀ ਮਹੱਤਤਾ ਦਾ ਸਨਮਾਨ ਕਰਨ ਲਈ ਵਿਸ਼ਵ ਸਿਵਲ ਡਿਫੈਂਸ ਦਿਵਸ ਹਰ ਸਾਲ
कदों मनाया जाता है? तो 1 मार्च ਨੂੰ विश्व सिविल डिफेंस डे मनाया जाता है जी हर साल। डैश सिविल लेखा दिवस 2 मार्च 2022 ਨੂੰ डॉक्टर अंबेडकर इंटरनेशनल सेंटर जनपथ नवी दिल्ली विखे मनाया गया। तो 46वां सिविल लेखा दिवस 2 मार्च 2022 ਨੂੰ डॉक्टर अंबेडकर इंटरनेशनल सेंटर जनपथ नवी दिल्ली विखे मनाया गया। किताब उड़ान एक मजदूर बच्चे दी दा लेखक कौन है? तो इसका लेख है जी मिथिलेश तिवारी। प्रो कबड्डी लीग सीजन 8 का फाइनल किस टीम ने जितया? प्रो कबड्डी लीग सीजन 8 का जो फाइनल है वो जितया सी जी दबंग दिल्ली ने। किताब के लेखक का नाम दसो। द मिलियन जोगी किसी के जीवन को मुड़ दावा करन बारे आधुनिक दिन का दृष्टांत। तो ये लिखिया जी दीपम चैटरजी ने। डैश ने भारत पे के MD और निर्देशक वजों अस्तीफा दिता है। तो असनीर ग्रोवर ने भारत पे के MD और निर्देशक वजों अस्तीफा दिता है जी। अंतरराष्ट्रीय मानसून प्रोजैक्ट दफ्तर का उद्घाटन किस स्थान पर किया गया है? IITM पुणे। आटोमैटिक रूट के तहत LIC ਲਈ FDI सीमा की है 20%। भारतीय हवाई सेना द्वारा अभ्यास वाजू शक्ति 2022 का आयोजन किस स्थान पर किया गया है? तो जैसलमेर इसका राइट आंसर है। जैसलमेर विखे भारतीय हवाई सेना द्वारा अभ्यास वाजू शक्ति 2022 का आयोजन किया गया है जी। नाइट फ्रैंक द्वारा वेल्थ रिपोर्ट 2022 विच भारत का दर्जा की है? जो अरबपतियों की आबादी की सब तो वध संख्या के मामले विच देशों को दर्ज करता है। इसका राइट आंसर है जी 3। जियो स्टेशनरी ऑपरेशन अनवायरमेंटल सैटेलाइट गोज टी केड़ी पुलाड़ एजेंसी द्वारा लॉन्च किया गया अगली पीढ़ी का मौसम उपग्रह है? तो इसका राइट आंसर है जी नासा। इलैक्ट्रॉनिक्स ਅਤੇ सूचना तैक्नोलॉजी मंत्रालय ने ग्लोबल मार्केटिंग ਲਈ ਐਪਸ ਅਤੇ ਗੇਮਾਂ ਬਣਾਉਣ ਲਈ ਭਾਰਤੀ ਸਟਾਰਟਅਪ ਕੰਪਨੀ ਨੂੰ ਸਿਖਲਾਈ ਦੇਣ ਲਈ ਕਿਸ ਕੰਪਨੀ ਨਾਲ ਸਮਝੌਤਾ ਕੀਤਾ ਹੈ? ਇਸ ਦਾ ਰਾਈਟ ਆਨਸਰ ਹੈ ਜੀ ਗੂਗਲ। ਉਸ ਭਾਰਤੀ ਨਿਸ਼ਾਨੇਬਾਜ਼ ਦਾ ਨਾਮ ਦੱਸੋ ਜਿਸ ਨੇ ਹਾਲ ਹੀ ਵਿੱਚ ਕਾਇਰੋ ਵਿੱਚ 2022 ISSF ਵਿਸ਼ਵ ਕੱਪ ਵਿੱਚ ਪੁਰਸ਼ਾਂ ਦੇ 10 ਮੀਟਰ 에ਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਿਆ ਹੈ? ਸੌਰਵ ਚੌਧਰੀ। निखित जरीन ਅਤੇ नीटू किस इवेंट ਵਿੱਚ ਭਾਰਤ ਲਈ ਸੋਨ ਤਮਗਾ ਜਿੱਤਣ ਦੀਆਂ ਖਬਰਾਂ ਵਿੱਚ ਹਨ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਮੁੱਕੇਬਾਜ਼ੀ। ਜਸਰਾਜ ਫਿਲਮ ਦੇ ਨਵੇਂ ਮੁੱਖ ਕਾਰਜਕਾਰੀ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਤਾਂ ਐਕਸੇ ਵਧਾਨੀ ਨੂੰ ਜਸਰਾਜ ਫਿਲਮ ਦੇ ਨਵੇਂ CEO ਵਜੋਂ ਨਿਯੁਕਤ ਕੀਤਾ ਗਿਆ ਹੈ। ਵਿਸ਼ਵ ਜੰਗਲੀ ਦਿਵਸ ਵਰਲਡ ਵਾਈਲਡ ਲਾਈਫ ਡੇ ਇੱਕ ਸਾਲਾਨਾ ਸਮਾਗਮ ਹੈ। कदों मनाया जाता है जी? ये 3 मार्च ਨੂੰ विश्व जंगली दिवस मनाया जाता है जी। विश्व सेहत संगठन ने डैश ਨੂੰ विश्व सुनवाई दिवस घोषित किया है। 3 मार्च ਨੂੰ विश्व सुनवाई दिवस घोषित किया गया है जी। विश्व पद्धर ते अरबपतियों की सूची विच सब तो वध आबादी लई नाइट फ्रैंक दी वेल्थ रिपोर्ट 2022 सूची विच केड़ा देश सब तो उपर है? इसका राइट आंसर है जी संयुक्त राज अमरीका। 2022 विश्व जल जंगली जीव दिवस का थीम की है? ईकोसिस्टम की बहाली लई मुख्य प्रजातियों को मुड़ प्राप्त करना 2022 विश्व जंगली जीव दिवस का थीम है जी। किस राज्य सरकार ने पूरे राज को 6 महीनों तक बिगड़िया खेतर घोषित किया है? तो असम इसका राइट आंसर है जी। केड़ी संपत्ति प्रबंधन कंपनी ने हाल ही विच TS रामाकृष्णन ਨੂੰ इसके मैनेजिंग डायरैक्टर और CEO वजों नियुक्त किया है? LIC म्यूचुअल फंड इसका राइट आंसर है जी। फरवरी 2022 विच वस्तुओं और सेवावां टैक्स तो कितना मालिया इकट्ठा होया है? 1.33 लाख करोड़ GST तो इकट्ठा होया है फरवरी 2022 के विच। 2022 विच विश्व सुनवाई दिवस का विषय की है? जिंदगी लई सुनो, ध्यान नाल सुनो। इसका राइट आंसर है जी। महाशिवरात्रि 2022 के मौके पर किस भारतीय शहर ने 10 मिनटां विच
ਮਿੱਟੀ ਦੇ 11.71 ਲੱਖ ਦੀਵੇ ਜਗਾ ਕੇ ਗਿਨੀਜ਼ ਰਿਕਾਰਡ ਬਣਾਇਆ ਹੈ। ਤਾਂ ਉਜੈਨ ਨੇ 10 ਮਿੰਟਾਂ ਦੇ ਵਿੱਚ 11.71 ਲੱਖ ਦੀਵੇ ਜਗਾ ਕੇ ਗਿਨੀਜ਼ ਰਿਕਾਰਡ ਬਣਾਇਆ ਹੈ ਜੀ। ਸਸਟੇਨੇਬਲ ਡਿਵੈਲਪਮੈਂਟ ਰਿਪੋਰਟ 2021 ਸੂਚੀ ਵਿੱਚ ਭਾਰਤ ਦਾ ਦਰਜਾ ਕੀ ਹੈ? ਤਾਂ 120 ਰੈਂਕ ਮਿਲਿਆ ਹੈ ਜੀ ਸਸਟੇਨੇਬਲ ਡਿਵੈਲਪਮੈਂਟ ਰਿਪੋਰਟ 2021 ਵਿੱਚ ਭਾਰਤ ਨੂੰ। ਅਨੁਭਵ ਇੱਕ ਮੋਬਾਈਲ ਕਾਰ ਦਾ ਸ਼ੋਰੂਮ ਹੈ ਜਿਸ ਨੂੰ ਆਪਣੇ ਪੇਂਡੂ ਗਾਹਕਾਂ ਲਈ ਕਿਸ ਆਟੋ ਕੰਪਨੀ ਦੁਆਰਾ ਲਾਂਚ ਕੀਤਾ ਗਿਆ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਟਾਟਾ ਮੋਟਰਸ। ਰਾਸ਼ਟਰੀ ਸੁਰੱਖਿਆ ਦਿਵਸ ਸਾਲ ਦੇ ਕਿਸ ਦਿਨ ਮਨਾਇਆ ਜਾਂਦਾ ਹੈ? ਤਾਂ 4 ਮਾਰਚ ਨੂੰ ਰਾਸ਼ਟਰੀ ਸੁਰੱਖਿਆ ਦਿਵਸ ਮਨਾਇਆ ਜਾਂਦਾ ਹੈ ਜੀ। ਸਸਟੇਨੇਬਲ ਡਿਵੈਲਪਮੈਂਟ ਇੰਡੈਕਸ 2021 ਵਿੱਚ ਕਿਹੜਾ ਦੇਸ਼ ਸਭ ਤੋਂ ਉੱਪਰ ਹੈ? ਤਾਂ ਫਿਨਲੈਂਡ ਸਸਟੇਨੇਬਲ ਡਿਵੈਲਪਮੈਂਟ ਇੰਡੈਕਸ 2021 ਵਿੱਚ ਸਭ ਤੋਂ ਉੱਪਰ ਹੈ। ਸ੍ਰੀ ਨਵੇਥਾ ਈਸਾ ਸਿੰਘ ਅਤੇ ਰੁਚਿਤਾ ਵਿਨੇਰਕਰ ਨੇ ਹਾਲ ਹੀ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਹੋਇਆਂ ਕਿਹੜੀਆਂ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਹੈ? ਤਾਂ ਸ੍ਰੀ ਨਵੇਥਾ ਈਸਾ ਸਿੰਘ ਅਤੇ ਰੁਚਿਤਾ ਵਿਨੇਕਰ ਨੇ ਸ਼ੂਟਿੰਗ ਦੇ ਵਿੱਚ ਸੋਨ ਤਮਗਾ ਜਿੱਤਿਆ ਹੈ ਜੀ। ਰਾਸ਼ਟਰੀ ਸੁਰੱਖਿਆ ਦਿਵਸ ਭਾਰਤ ਦੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਨੀਂਹ ਦੀ ਯਾਦ ਵਿੱਚ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ? ਤਾਂ 4 ਮਾਰਚ ਨੂੰ ਰਾਸ਼ਟਰੀ ਸੁਰੱਖਿਆ ਦਿਵਸ ਮਨਾਇਆ ਜਾਂਦਾ ਹੈ ਜੀ। ਹਾਲ ਹੀ ਵਿੱਚ ਦੇਹਾਂਤ ਹੋਏ ਜੈ ਪ੍ਰਕਾਸ਼ ਚੌਕਸੇ ਦਾ ਕਿੱਤਾ ਕੀ ਸੀ? ਜੈ ਪ੍ਰਕਾਸ਼ ਚੌਕਸੇ ਇੱਕ ਫਿਲਮ ਆਲੋਚਕ ਸਨ। ਰਾਸ਼ਟਰੀ ਸੁਰੱਖਿਆ ਦਿਵਸ 2022 ਦਾ ਥੀਮ ਕੀ ਸੀ? ਤਾਂ ਰਾਸ਼ਟਰੀ ਸੁਰੱਖਿਆ ਦਿਵਸ 2022 ਇਸ ਸਾਲ ਦਾ ਥੀਮ ਸੀ ਨੌਜਵਾਨ ਦਿਮਾਗ ਦਾ ਪਾਲਣ ਪੋਸ਼ਣ ਕਰੋ, ਸੁਰੱਖਿਆ ਸੱਭਿਆਚਾਰ ਵਿਕਸਿਤ ਕਰੋ। ਨੌਜਵਾਨ ਦਿਮਾਗਾਂ ਦਾ ਪਾਲਣ ਪੋਸ਼ਣ ਕਰੋ, ਸੁਰੱਖਿਆ ਸੱਭਿਆਚਾਰ ਵਿਕਸਿਤ ਕਰੋ। ਹੈਰਾਤ ਜਾਂ ਹਾਰਾਂ ਦੀ ਰਾਤ ਤਿਉਹਾਰ ਕਿਸ ਰਾਜ ਜਾਂ ਯੂਟੀ ਦੇ ਵਿੱਚ ਮਨਾਇਆ ਜਾਂਦਾ ਹੈ? ਇਸ ਦਾ ਰਾਈਟ ਆਨਸਰ ਹੈ ਜੀ ਜੰਮੂ ਅਤੇ ਕਸ਼ਮੀਰ ਦੇ ਵਿੱਚ ਸ਼ਿਵਰਾਤਰੀ ਨੂੰ ਹੈਰਾਤ ਜਾਂ ਹਾਰਾਂ ਦੀ ਰਾਤ ਤਿਉਹਾਰ ਮਨਾਇਆ ਜਾਂਦਾ ਹੈ ਜੀ। ਆਰਬੀਆਈ ਨੇ ਕਿਸ ਰਾਜ ਦੇ ਸਰਜੇ ਰਾਓ ਦਾਦਾ ਨਾਇਕ ਸਿਰਾਲਾ ਸਹਿਕਾਰੀ ਬੈਂਕ ਦਾ ਲਾਇਸੈਂਸ ਰੱਦ ਕੀਤਾ ਹੈ? ਤਾਂ ਆਰਬੀਆਈ ਨੇ ਮਹਾਰਾਸ਼ਟਰ ਦੇ ਸਰਜੇ ਰਾਓ ਦਾਦਾ ਨਾਇਕ ਸਿਰਾਲਾ ਸਹਿਕਾਰੀ ਬੈਂਕ ਦਾ ਲਾਇਸੈਂਸ ਰੱਦ ਕੀਤਾ ਹੈ ਜੀ। ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ AI ਦੀ ਤਿਆਰੀ ਨੂੰ ਵਧਾਉਣ ਲਈ ਕਿਸ ਨਾਲ ਭਾਈਵਾਲੀ ਕੀਤੀ ਹੈ? ਤਾਂ ਇੰਟੈਲ ਨਾਲ ਭਾਈਵਾਲੀ ਕੀਤੀ ਹੈ ਜੀ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ। ਕਿਸ ਰਾਜ ਸਰਕਾਰ ਨੇ ਬਜਟ 2022-23 ਵਿੱਚ ਉੱਠ ਸੁਰੱਖਿਆ ਅਤੇ ਵਿਕਾਸ ਨੀਤੀ ਦਾ ਐਲਾਨ ਕੀਤਾ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਰਾਜਸਥਾਨ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਕਿਸ ਸੰਸਥਾਨ ਦੇ ਸਹਿਯੋਗ ਨਾਲ ਸ੍ਰੀ ਮਨੋਰਕਸ਼ਾ ਪ੍ਰੋਜੈਕਟ ਸ਼ੁਰੂ ਕੀਤਾ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਨਿਮਹੰਸ। ਕਿਹੜੀ ਕੰਪਨੀ ਨੇ 25 ਸਾਲਾਂ ਦੀ ਮਿਆਦ ਲਈ 150 ਮੈਗਾਵਾਟ ਸੋਲਰ ਪਾਵਰ ਪਲਾਂਟ ਬਣਾਉਣ ਲਈ ਅਵਾਰਡ ਪੱਤਰ ਪ੍ਰਾਪਤ ਕੀਤਾ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਅਡਾਨੀ ਗ੍ਰੀਨ ਐਨਰਜੀ। ਫਿੱਕੀ ਵਾਟਰ ਅਵਾਰਡਸ ਦੇ 9ਵੇਂ ਐਡੀਸ਼ਨ ਵਿੱਚ ਇਹਨਾਂ ਵਿੱਚੋਂ ਕਿਸ ਨੂੰ ਵਿਸ਼ੇਸ਼ ਜਿਊਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਸਵੱਛ ਗੰਗਾ ਰਾਸ਼ਟਰੀ ਮਿਸ਼ਨ। ਭਾਰਤ ਨੇ ਕਿਸ ਦੇਸ਼ ਵਿੱਚ ITU ਦੇ ਏਰੀਆ ਦਫ਼ਤਰ ਅਤੇ ਇਨੋਵੇਸ਼ਨ ਸੈਂਟਰ ਦੀ ਸਥਾਪਨਾ ਲਈ ਅੰਤਰਰਾਸ਼ਟਰੀ ਦੂਰਸੰਚਾਰ ਯੂਨੀਅਨ ITU ਨਾਲ ਮੇਜ਼ਬਾਨ ਦੇਸ਼ ਸਮਝੌਤੇ ਤੇ ਹਸਤਾਖਰ ਕੀਤੇ ਹਨ? ਤਾਂ ਨਵੀਂ ਦਿੱਲੀ ਦੇ ਵਿੱਚ ਇਹ ਹਸਤਾਖਰ ਹੋਏ ਹਨ। ਵਿਦਾ ਇੱਕ ਨਵਾਂ ਬ੍ਰਾਂਡ ਹੈ ਜੋ ਕਿ ਕਿਸ ਕੰਪਨੀ ਦੁਆਰਾ ਆਪਣੇ ਆਉਣ ਵਾਲੇ ਇਲੈਕਟ੍ਰੋਨਿਕ ਵਾਹਨਾਂ ਲਈ ਲਾਂਚ ਕੀਤਾ ਗਿਆ ਹੈ? ਤਾਂ ਵਿਦਾ ਨੂੰ ਲਾਂਚ ਕੀਤਾ ਗਿਆ ਜੀ ਹੀਰੋ ਮੋਟੋਕਾਰਪ ਦੇ ਦੁਆਰਾ। ਏਅਰਲਾਈਨਸ ਕੰਪਨੀ ਜੈਟ ਏਅਰਵੇਜ਼ ਦੇ ਨਵੇਂ CEO ਕਿਸ ਨੂੰ ਬਣਾਇਆ ਗਿਆ ਹੈ? ਤਾਂ ਸੰਜੀਵ ਕਪੂਰ ਨੂੰ ਜੈਟ ਏਅਰਵੇਜ਼ ਦੇ ਨਵੇਂ CEO ਬਣਾਇਆ ਗਿਆ ਹੈ ਜੀ। ਕ੍ਰਿਕਟ ਦੇ ਮਹਾਨ ਖਿਡਾਰੀ ਸ਼ੇਨ ਵਾਰਨ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ ਹੈ। ਇਹ ਕਿਸ ਦੇਸ਼ ਲਈ ਕ੍ਰਿਕਟ ਖੇਡਦੇ ਸਨ? ਤਾਂ ਆਸਟ੍ਰੇਲੀਆ ਲਈ ਸ਼ੇਨ ਵਾਰਨ ਕ੍ਰਿਕਟ ਖੇਡਦੇ ਸਨ। ਇਹ ਇੱਕ ਸਪਿਨ ਬੋਲਰ ਸਨ। 2022 ICC ਮਹਿਲਾ ਕ੍ਰਿਕਟ ਵਿਸ਼ਵ ਕੱਪ ਕਿਸ ਦੇਸ਼ ਵਿੱਚ ਆਯੋਜਿਤ ਕੀਤਾ ਗਿਆ? ਤਾਂ ਨਿਊਜ਼ੀਲੈਂਡ ਦੇ ਵਿੱਚ ਇਹ ਆਯੋਜਿਤ ਕੀਤਾ ਗਿਆ ਤੇ ਇਸ ਦੇ ਵਿੱਚ ਵਿਨਰ ਰਿਹਾ ਹੈ ਜੀ ਆਸਟ੍ਰੇਲੀਆ। ਵਿਸ਼ਵ ਮੋਟਾਪਾ ਦਿਵਸ 2022 ਦਾ ਥੀਮ ਕੀ ਹੈ? ਤਾਂ ਇਸ ਸਾਲ ਦਾ ਥੀਮ ਹੈ ਜੀ ਹਰ ਕਿਸੇ ਨੂੰ ਕੰਮ ਕਰਨ ਦੀ ਲੋੜ ਹੈ। ਵਿਸ਼ਵ ਮੋਟਾਪਾ ਦਿਵਸ 2022 ਦਾ ਥੀਮ ਹੈ ਹਰ ਕਿਸੇ ਨੂੰ ਕੰਮ ਕਰਨ ਦੀ ਲੋੜ ਹੈ।
ਕਿਹੜੀ 에ਅਰਲਾਈਨਸ ਨੇ ਸਵਿਟਜ਼ਰਲੈਂਡ ਆਧਾਰਿਤ ਸੋਲਰ ਫਿਊਲ ਸਟਾਰਟਅਪ ਸਿੰਹੇਲੀਅਨ ਐਸਏ ਨਾਲ ਭਾਈਵਾਲੀ ਕੀਤੀ ਹੈ ਅਤੇ ਸੂਰਜੀ ਹਵਾਈ ਬਾਲਣ ਦੀ ਵਰਤੋਂ ਕਰਨ ਵਾਲੀ ਦੁਨੀਆ ਦੀ ਪਹਿਲੀ 에ਅਰਲਾਈਨਸ ਬਣ ਗਈ ਹੈ? ਤਾਂ ਇਸ ਦਾ ਰਾਈਟ ਆਂਸਰ ਹੈ ਜੀ ਸਵਿਸ ਇੰਟਰਨੈਸ਼ਨਲ 에ਅਰਲਾਈਨਸ ਏ ਜੀ। ਭਾਰਤੀ AXA ਲਾਈਫ ਇੰਸ਼ੋਰੈਂਸ ਦਾ ਬ੍ਰਾਂਡ ਐਂਬੈਸਡਰ ਕਿਸ ਨੂੰ ਬਣਾਇਆ ਗਿਆ ਹੈ? ਤਾਂ ਐਕਸਾ ਲਾਈਫ ਇੰਸ਼ੋਰੈਂਸ ਦਾ ਬ੍ਰਾਂਡ ਐਂਬੈਸਡਰ ਬਣਾਇਆ ਗਿਆ ਹੈ ਜੀ ਵਿਦਿਆ ਬਾਲਨ ਨੂੰ। ਆਸਕਰ ਜੀਤੂ ਐਲਨ ਲੈਡ ਜੂਨੀਅਰ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ ਹੈ। ਇਹ ਇੱਕ ਡੈਸ਼ ਸਨ। ਤਾਂ ਐਲਨ ਲੈਡ ਇੱਕ ਨਿਰਮਾਤਾ ਸਨ। 11,420 ਕਰੋੜ ਰੁਪਏ ਦੇ ਪੁਣੇ ਮੈਟਰੋ ਰੇਲ ਪ੍ਰੋਜੈਕਟ ਦਾ ਉਦਘਾਟਨ ਹਾਲ ਹੀ ਵਿੱਚ ਕਿਸ ਮੰਤਰੀ ਵੱਲੋਂ ਕੀਤਾ ਗਿਆ ਹੈ? ਤਾਂ ਇਸ ਦਾ ਰਾਈਟ ਆਂਸਰ ਹੈ ਜੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ। 2022 ਵਿੱਚ CISF ਨੇ ਇਸ ਦੇ ਕਿਸ ਸੰਸਕਰਣ ਦਾ ਸਥਾਪਨਾ ਦਿਵਸ ਦੇ ਜਸ਼ਨ ਮਨਾਏ ਹਨ? ਤਾਂ 53ਵਾਂ ਇਸ ਦਾ ਰਾਈਟ ਆਂਸਰ ਹੈ ਜੀ। ਭਾਰਤ ਦੇ ਪਹਿਲੇ ਸਵਦੇਸੀ ਤੌਰ 'ਤੇ ਵਿਕਸਿਤ ਫਲਾਇੰਗ ਟ੍ਰੇਨਰ ਦੇ ਸਮੁੰਦਰੀ ਪੱਧਰ ਦੇ ਟਰਾਇਲਾਂ ਨੂੰ ਹਾਲ ਹੀ ਵਿੱਚ ਪਾਂਡੂਚੇਰੀ ਵਿੱਚ ਸਫਲਤਾਪੂਰਵਕ ਪੂਰਾ ਕੀਤਾ ਗਿਆ ਹੈ। ਇਸ ਟ੍ਰੇਨਰ ਜਹਾਜ਼ ਦਾ ਨਾਮ ਕੀ ਸੀ? ਹੰਸਾ NG। ਸਟੇਟ ਬੈਂਕ ਆਫ ਇੰਡੀਆ ਦੇ ਡਿਪਟੀ ਡਾਇਰੈਕਟਰ DMD ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਤਾਂ ਇਸ ਦਾ ਰਾਈਟ ਆਂਸਰ ਹੈ ਜੀ ਨਿਤਨ ਚੁਗ। ਦ ਕੁਈਨ ਆਫ ਇੰਡੀਅਨ ਪੌਪ ਦਾ ਆਥੋਰਾਈਜ਼ਡ ਬਾਇਓਗ੍ਰਾਫੀ ਆਫ ਊਸ਼ਾ ਉਥਪ ਜੀਵਨੀ ਦਾ ਲੇਖਕ ਕੌਣ ਹੈ? ਸ੍ਰਿਸ਼ਟੀ ਝਾ ਇਸ ਦਾ ਰਾਈਟ ਆਂਸਰ ਹੈ ਜੀ। ਬਲੂ ਬੁੱਕ ਆ ਰਾਈਟਰਸ ਜਰਨਲ ਕਿਸ ਦੁਆਰਾ ਲਿਖੀ ਗਈ ਹੈ? ਅਮਿਤਾਭ ਕੁਮਾਰ ਇਸ ਦਾ ਰਾਈਟ ਆਂਸਰ ਹੈ ਜੀ। ਕ੍ਰਿਕਟ ਖਿਡਾਰਨ ਮਿਤਾਲੀ ਰਾਜ ਨੇ ਹਾਲ ਹੀ ਵਿੱਚ ਡੈਸ਼ ਵਿਸ਼ਵ ਕੱਪ ਵਿੱਚ ਆਉਣ ਵਾਲੀ ਪਹਿਲੀ ਮਹਿਲਾ ਖਿਡਾਰੀ ਬਣਨ ਦਾ ਕਾਰਨਾਮਾ ਕੀਤਾ ਹੈ? ਤਾਂ 6 ਵਾਰ ਵਿਸ਼ਵ ਕੱਪ ਖੇਡਣ ਵਾਲੀ ਪਹਿਲੀ ਮਹਿਲਾ ਖਿਡਾਰਨ ਬਣ ਗਈ ਹੈ ਮਿਤਾਲੀ ਰਾਜ। ਪ੍ਰਤੀ ਵਿਅਕਤੀ ਸ਼ੁੱਧ ਰਾਜ ਘਰੇਲੂ ਉਤਪਾਦ ਦੀ ਵਿਕਾਸ ਦਰ ਦੇ ਮਾਮਲੇ ਵਿੱਚ 1 ਕਰੋੜ ਤੋਂ ਵੱਧ ਆਬਾਦੀ ਦੇ ਨਾਲ ਕਿਹੜਾ ਰਾਜ ਭਾਰਤ ਵਿੱਚ ਸਭ ਤੋਂ ਵੱਧ ਪ੍ਰਦਰਸ਼ਨ ਕਰਨ ਵਾਲਾ ਰਾਜ ਬਣਿਆ ਹੈ? ਤੇਲੰਗਾਨਾ ਇਸ ਦਾ ਰਾਈਟ ਆਂਸਰ ਹੈ। ਗਲੋਬਲ ਸਿਸਟਮ ਫਾਰ ਮੋਬਾਈਲ ਕਮਿਊਨੀਕੇਸ਼ਨ ਐਸੋਸੀਏਸ਼ਨ ਵਿੱਚ 2022 ਮੋਬਾਈਲ ਵਰਲਡ ਕਾਂਗਰਸ ਦਾ ਆਯੋਜਨ ਕੀਤਾ ਗਿਆ ਹੈ ਬਾਰਸੀਲੋਨਾ ਸਪੇਨ ਦੇ ਵਿੱਚ। ਕਿਹੜੀ ਕੰਪਨੀ ਨੇ ਕੁੱਤਿਆਂ ਦਾ ਸਿਹਤ ਕਵਰ, ਪਾਲਤੂ ਕੁੱਤਿਆਂ ਲਈ ਇੱਕ ਵਿਆਪਕ ਸਿਹਤ ਬੀਮਾ ਅਤੇ ਓ ਮਾਈ ਡੌਗ ਨਾਮ ਦੀ ਇੱਕ ਡਿਜੀਟਲ ਮੁਹਿੰਮ ਸ਼ੁਰੂ ਕੀਤੀ ਹੈ? ਤਾਂ ਇਸ ਦਾ ਰਾਈਟ ਆਂਸਰ ਹੈ ਜੀ ਫਿਊਚਰਜ਼ ਜਰਨਲ ਇੰਡੀਆ ਇੰਸ਼ੋਰੈਂਸ। BCCI ਦੀ ਇੰਡੀਅਨ ਪ੍ਰੀਮੀਅਮ ਲੀਗ ਗਵਰਨਿੰਗ ਕੌਂਸਲ ਨੇ ਡੈਸ਼ ਨੂੰ ਟਾਟਾ IPL 2022 ਲਈ ਅਧਿਕਾਰਤ ਭਾਈਵਾਲ ਨਿਯੁਕਤ ਕੀਤਾ ਹੈ? ਤਾਂ ਇਸ ਦਾ ਰਾਈਟ ਆਂਸਰ ਹੈ ਜੀ ਰੂਪੇ। ਸਾਬਕਾ ਆਸਟ੍ਰੇਲੀਆਈ ਕ੍ਰਿਕਟਰ ਰੌਡ ਮੌਰਸ ਦਾ ਦੇਹਾਂਤ ਹੋ ਗਿਆ। ਉਹ ਇੱਕ ਡੈਸ਼ ਸਨ। ਤਾਂ ਵਿਕਟ ਕੀਪਰ ਸਨ ਰੌਡ ਮੌਰਸ। ਭਾਰਤ ਵਿੱਚ 2 ਦਿਨ ਲੰਬੇ ਅਧਿਐਨ SII 2022 ਦਾ ਮੀਟਿੰਗ ਦਾ ਉਦਘਾਟਨ ਕਿੱਥੇ ਕੀਤਾ ਗਿਆ? ਤਾਂ ਇਹ ਹੋਇਆ ਜੀ ਢਾਕਾ ਬੰਗਲਾਦੇਸ਼ ਦੇ ਵਿੱਚ। ਜਨ ਔਸ਼ਧੀ ਦਿਵਸ 2022 ਦਾ ਥੀਮ ਕੀ ਹੈ? ਤਾਂ ਇਸ ਦਾ ਥੀਮ ਹੈ ਜੀ ਜਨ ਔਸ਼ਧੀ ਜਨ ਉਪਯੋਗੀ। ਜਨ ਔਸ਼ਧੀ ਦਿਵਸ 2022 ਨੂੰ ਫਾਰਮਾਸਿਊਟੀਕਲ ਐਂਡ ਮੈਡੀਕਲ ਡਿਵਾਈਸਿਸ ਬਿਊਰੋ ਆਫ ਇੰਡੀਆ ਦੁਆਰਾ ਕਦੋਂ ਮਨਾਇਆ ਜਾਂਦਾ ਹੈ? ਤਾਂ ਜਨ ਔਸ਼ਧੀ ਨੂੰ ਮਨਾਇਆ ਜਾਂਦਾ ਜੀ 7 ਮਾਰਚ ਨੂੰ। ਸਮਰੱਥ ਔਰਤਾਂ ਲਈ ਇੱਕ ਵਿਸ਼ੇਸ਼ ਉੱਦਮਤਾ ਪ੍ਰੋਤਸਾਹਨ ਡਰਾਈਵ ਜੋ ਕਿਸ ਮੰਤਰਾਲੇ ਦੁਆਰਾ ਸ਼ੁਰੂ ਕੀਤੀ ਗਈ ਹੈ? ਸੂਖਮ ਲਘੂ ਅਤੇ ਮੱਧਮ ਉਦਯੋਗ ਮੰਤਰਾਲਾ। ਹਾਲ ਹੀ ਵਿੱਚ ਸਰਕਾਰ ਦੁਆਰਾ ਕੇਂਦਰੀ ਸੈਕਟਰ ਯੋਜਨਾ ਦੇ ਤਹਿਤ ਦਾਣੇ ਪੈਨਸ਼ਨ ਮੁਹਿੰਮ ਸ਼ੁਰੂ ਕੀਤੀ ਗਈ ਹੈ? ਤਾਂ ਇਸ ਦਾ ਰਾਈਟ ਆਂਸਰ ਹੈ ਜੀ ਪ੍ਰਧਾਨ ਮੰਤਰੀ ਸ਼ਰਮ ਯੋਗੀ ਮਾਨਧਨ। ਭਾਰਤ ਸ੍ਰੀਲੰਕਾ ਦੁਵੱਲੇ ਸਮੁੰਦਰੀ ਅਭਿਆਸ ਸਿਲੈਕਸ 2022 ਦਾ ਆਯੋਜਨ ਕਿੱਥੇ ਹੋਇਆ ਹੈ? ਤਾਂ ਵਿਸ਼ਾਖਾਪਟਨਮ ਇਸ ਦਾ ਰਾਈਟ ਆਂਸਰ ਹੈ। ਭਾਰਤੀ ਏਅਰਟੈਲ ਨੇ ਭਾਰਤ ਦੇ ਡਿਜੀਟਲ ਇਕੋਸਿਸਟਮ ਦੇ ਵਿਕਾਸ ਨੂੰ ਮਜ਼ਬੂਤ ਕਰਨ ਲਈ ਇੱਕ ਸਹਿ ਬ੍ਰਾਂਡਡ ਕ੍ਰੈਡਿਟ ਕਾਰਡ ਲਾਂਚ ਕੀਤਾ ਹੈ। ਕਿਸ ਬੈਂਕ ਨਾਲ ਹੱਥ ਮਿਲਾਇਆ ਹੈ? ਤਾਂ ਐਕਸਿਸ ਬੈਂਕ। ਮਾਈਕਰੋਸਾਫਟ ਨੇ ਹਾਲ ਹੀ ਵਿੱਚ ਡੈਸ਼ ਵਿੱਚ ਭਾਰਤ ਵਿੱਚ ਆਪਣਾ ਸਭ ਤੋਂ ਵੱਡਾ ਡੇਟਾ ਸੈਂਟਰ ਖੋਲ੍ਹਿਆ ਹੈ? ਤਾਂ ਇਸ ਦਾ ਰਾਈਟ ਆਂਸਰ ਹੈ ਜੀ ਹੈਦਰਾਬਾਦ। ਹਰ ਸਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਕਦੋਂ ਮਨਾਇਆ ਜਾਂਦਾ ਹੈ? 8 ਮਾਰਚ ਨੂੰ। 2022 ਅੰਤਰਰਾਸ਼ਟਰੀ ਮਹਿਲਾ ਦਿਵਸ ਦਾ ਵਿਸ਼ਾ ਕੀ ਸੀ? ਅੱਜ ਲਿੰਗ ਸਮਾਨਤਾ ਇੱਕ ਟਿਕਾਊ ਕੱਲ ਲਈ ਵਿਸ਼ਾ ਸੀ 2022 ਅੰਤਰਰਾਸ਼ਟਰੀ ਮਹਿਲਾ ਦਿਵਸ ਦਾ। ਸਿਲਨਿਕਸ ਇੱਕ ਯੁੱਧ ਅਭਿਆਸ ਹੈ ਜੋ ਇੰਡੀਅਨ ਸਮੁੰਦਰੀ ਫੌਜ ਅਤੇ ਸ੍ਰੀਲੰਕਾ ਦੀ ਸਮੁੰਦਰੀ ਫੌਜ ਦੇ ਵਿੱਚ ਹੋਇਆ ਹੈ, ਜਿਸ ਨੂੰ ਤੁਸੀਂ SLI ਇਸ ਦੇ ਨਾਮ ਤੋਂ ਵੀ ਯਾਦ ਰੱਖ ਸਕਦੇ ਹੋ।
SL ਤੇ श्रीलंका, IN ਤੇ इंडिया, EX ਤੇ एक्सरसाइज। ਤਾਂ ਭਾਰਤ ਦੀ ਪ੍ਰਤੀਨਿਧਤਾ ਇਹਦੇ ਵਿੱਚ ਕਿਸ ਨੇ ਕੀਤੀ ਸੀ? INS ਕਿਰਚ ਨੇ। ਇੰਡੀਅਨ ਗਲੋਬਲ ਫੋਰਮ ਦਾ ਸਾਲਾਨਾ ਸੰਮੇਲਨ ਕਿੱਥੇ ਆਯੋਜਿਤ ਕੀਤਾ ਜਾਂਦਾ ਹੈ? ਤਾਂ ਬੈਂਗਲੁਰੂ ਦੇ ਵਿੱਚ ਇੰਡੀਅਨ ਗਲੋਬਲ ਫੋਰਮ ਦਾ ਸਾਲਾਨਾ ਸੰਮੇਲਨ ਇਸ ਸਾਲ ਹੋਇਆ ਹੈ। ਕਿਸ ਦੇਸ਼ ਨੂੰ ਹਾਲ ਹੀ ਵਿੱਚ ਵਿੱਤੀ ਐਕਸ਼ਨ ਟਾਸਕ ਫੋਰਸ ਦੀ ਸਲੇਟੀ ਸੂਚੀ ਵਿੱਚ ਰੱਖਿਆ ਗਿਆ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਸੰਯੁਕਤ ਅਰਬ ਇਮਾਰਤ। ਟੈਲੀਕਾਮ ਵਿਵਾਦ ਨਿਪਟਾਰਾ ਅਤੇ ਅਪੀਲੀ ਟ੍ਰਿਬਿਊਨਲ ਦੇ ਨਵੇਂ ਚੇਅਰਮੈਨ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਤਾਂ ਧੀਰੂਭਾਈ ਨਾਰਨਭਾਈ ਪਟੇਲ ਨੂੰ TD ਸੈੱਟ ਦੇ ਨਵੇਂ ਚੇਅਰਮੈਨ ਵਜੋਂ ਨਿਯੁਕਤ ਕੀਤਾ ਗਿਆ ਹੈ। ਭਾਰਤ ਦੀ 23ਵੀਂ ਮਹਿਲਾ ਗ੍ਰੈਂਡ ਮਾਸਟਰ ਕੌਣ ਹੈ? ਪ੍ਰਿਯੰਕਾ ਨਟੂਕੀ ਭਾਰਤ ਦੀ 23ਵੀਂ ਮਹਿਲਾ ਗ੍ਰੈਂਡ ਮਾਸਟਰ ਹੈ। ਮਹਾਰਾਸ਼ਟਰ ਵਿੱਚ ਮਹਾਨ ਮਰਾਠਾ ਯੋਧੇ ਛਤਰਪਤੀ ਸ਼ਿਵਾਜੀ ਦੀ 9.5 ਫੁੱਟ ਉੱਚੀ ਮੂਰਤ ਦਾ ਉਦਘਾਟਨ ਕਿਸ ਨੇ ਕੀਤਾ? ਤਾਂ ਨਰਿੰਦਰ ਮੋਦੀ ਜੀ ਨੇ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਮਹਾਰਾਸ਼ਟਰ ਵਿੱਚ ਮਹਾਨ ਮਰਾਠਾ ਯੋਧੇ ਛਤਰਪਤੀ ਸ਼ਿਵਾਜੀ ਦੀ 9.5 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ ਹੈ। ਕਿਹੜੀ ਡਿਜੀਟਲ ਭੁਗਤਾਨ ਕੰਪਨੀ ਨੇ ਘੋਸ਼ਣਾ ਕੀਤੀ ਹੈ ਕਿ ਉਸਨੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ IRCTC ਨਾਲ ਆਪਣੀ ਭਾਈਵਾਲੀ ਦਾ ਵਿਸਤਾਰ ਕੀਤਾ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਪੇਟੀਐਮ। ਕਿਸ ਨਵਰਤਨ PSU ਨੇ ਹਾਲ ਹੀ ਵਿੱਚ 2018-19 ਅਤੇ 2021 ਲਈ ਇਸਪਾਤ ਰਾਜਭਾਸ਼ਾ ਪੁਰਸਕਾਰ ਜਿੱਤਿਆ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ। ਵੀਂਜ ਵੇਅਰ ਇੱਕ ਕਿਤਾਬਚਾ ਹੈ ਜਿਸ ਵਿੱਚ ਧੋਖਾਧੜੀ ਦੇ ਢੰਗ ਨੂੰ ਦਰਸਾਇਆ ਗਿਆ ਹੈ। ਇਸ ਨੂੰ ਕਿਸ ਸੰਸਥਾ ਦੁਆਰਾ ਜਾਰੀ ਕੀਤਾ ਗਿਆ ਹੈ? RBI ਨੇ ਡਿਜੀਟਲ ਭੁਗਤਾਨ ਲਈ 24x7 ਹੈਲਪਲਾਈਨ ਸ਼ੁਰੂ ਕੀਤਾ ਹੈ। ਇਸ ਉਪਰਾਲੇ ਦਾ ਨਾਮ ਕੀ ਹੈ? ਡਿਜੀ ਸਾਥੀ। ਫੀਚਰ ਫੋਨਾਂ ਲਈ RBI ਦੁਆਰਾ ਸ਼ੁਰੂ ਕੀਤੀ UPI ਸਹੂਲਤ ਦਾ ਨਾਮ? ਤਾਂ ਇਸ ਦਾ ਰਾਈਟ ਆਨਸਰ ਹੈ UPI 123 RBI ਦੁਆਰਾ ਫੀਚਰ ਫੋਨਾਂ ਲਈ ਸ਼ੁਰੂ ਕੀਤੀ ਗਈ UPI ਹੈ। ਸੱਭਿਆਚਾਰ ਮੰਤਰਾਲੇ ਅਤੇ ਕੱਪੜਾ ਮੰਤਰਾਲੇ ਦੁਆਰਾ ਪੈਨ ਇੰਡੀਆ ਪ੍ਰੋਗਰਾਮ ਚਾਰੋਂ ਅੱਖਾਂ ਦੀ ਸ਼ੁਰੂਆਤ ਰਵਾਇਤੀ ਭਾਰਤੀ ਦਸਤਕਾਰੀ, ਹੈਂਡਲੂਮ, ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਗਈ ਹੈ। ਪ੍ਰੋਗਰਾਮ ਦਾ ਉਦਘਾਟਨ ਕਿਸ ਸ਼ਹਿਰ ਵਿੱਚ ਕੀਤਾ ਗਿਆ? ਤਾਂ ਇਸ ਪ੍ਰੋਗਰਾਮ ਨੂੰ ਆਯੋਜਿਤ ਕੀਤਾ ਗਿਆ ਸੀ ਭੋਪਾਲ ਦੇ ਵਿੱਚ। ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ 2020 ਅਤੇ 2021 ਲਈ ਕਿੰਨੀਆਂ ਔਰਤਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ? ਤਾਂ 29 ਔਰਤਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। CDEC ਨੇ 1.66 ਪੈਟਾਫਲॉप ਦੀ ਕੰਪਿਊਟਰ ਸਮਰੱਥਾ ਦੇ ਨਾਲ ਪਰਮ ਗੰਗਾ ਨਾਮ ਦਾ ਇੱਕ ਸੁਪਰ ਕੰਪਿਊਟਰ ਲਾਂਚ ਕੀਤਾ ਹੈ। ਇਸ ਸੁਪਰ ਕੰਪਿਊਟਰ ਨੂੰ ਕਿੱਥੇ ਰੱਖਿਆ ਗਿਆ ਹੈ? ਤਾਂ IIT ਰੁੜਕੀ ਦੇ ਵਿੱਚ ਇਸ ਸੁਪਰ ਕੰਪਿਊਟਰ ਨੂੰ ਰੱਖਿਆ ਗਿਆ ਹੈ। ਇਸ ਦਾ ਨਾਮ ਕੀ ਹੈ ਜੀ? ਪਰਮ ਗੰਗਾ। ਤੇ ਇਸ ਦੀ ਜੋ ਸਮਰੱਥਾ ਹੈ ਉਹ ਹੈ ਜੀ 1.66 ਪੈਟਾਫਲॉप्स। ਨੂਰ 2 ਹਾਲ ਹੀ ਵਿੱਚ ਕਿਸ ਦੇਸ਼ ਦੁਆਰਾ ਲਾਂਚ ਕੀਤਾ ਗਿਆ ਇੱਕ ਫੌਜੀ ਉਪਗ੍ਰਹਿ ਹੈ? ਤਾਂ ਨੂਰ 2 ਨੂੰ ਲਾਂਚ ਕੀਤਾ ਹੈ ਜੀ ਈਰਾਨ ਨੇ। ਰੂਸ ਨੇ ਦੁਨੀਆ ਦਾ ਸਭ ਤੋਂ ਵੱਧ ਮਨਜ਼ੂਰੀ ਵਾਲਾ ਦੇਸ਼ ਬਣਨ ਲਈ ਕਿਸ ਦੇਸ਼ ਨੂੰ ਪਛਾੜ ਦਿੱਤਾ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਈਰਾਨ। ਕਿਸ ਦੇਸ਼ ਦੇ ਰਾਜਨੀਤਿਕ ਅਧਿਕਾਰਾਂ ਅਤੇ ਨਾਗਰਿਕ ਸੁਤੰਤਰਤਾ ਦਾ ਮੁਲਾਂਕਣ ਕਰਨ ਲਈ ਫਰੀडम ਹਾਊਸ ਦੁਆਰਾ ਜਾਰੀ ਕੀਤੀ ਗਈ ਵਿਸ਼ਵ ਵਿੱਚ ਆਜ਼ਾਦੀ 2022 ਰਿਪੋਰਟ ਵਿੱਚ ਭਾਰਤ ਨੂੰ ਕਿਸ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ? ਅੰਸ਼ਕ ਤੌਰ ਤੇ ਮੁਫਤ। ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਕਿਸ ਰਾਜ ਸਰਕਾਰ ਨੇ ਮਹਿਲਾ ਉਦਮੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਮਾਤਰੂ ਸ਼ਕਤੀ ਉਦਯਮਤਾ ਯੋਜਨਾ ਸ਼ੁਰੂ ਕੀਤੀ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਹਰਿਆਣਾ। ਕਿਹੜੀ ਰਾਜ ਸਰਕਾਰ ਨੇ ਆਮ ਯੋਜਨਾ ਲਾਗੂ ਕਰੇਗੀ ਜੋ ਕਿ ਗੈਰ ਕੰਮ ਕਰਨ ਵਾਲੀਆਂ ਮਾਵਾਂ ਦੀ ਮਦਦ ਲਈ ਇੱਕ ਸਕੀਮ ਹੈ ਅਤੇ ਰਾਜ ਦੀਆਂ ਵਿਦਿਆਰਥੀਆਂ ਨੂੰ ਲਾਭ ਪਹੁੰਚਾਉਣ ਵਾਲੀ ਵਾਹਿਨੀ ਸਕੀਮ? ਤਾਂ ਵਾਹਿਨੀ ਸਕੀਮ ਨੂੰ ਜਾਰੀ ਕੀਤਾ ਹੈ ਜੀ ਸਿੱਕਮ ਨੇ। ਕਿਸ ਮਿਊਚੁਅਲ ਫੰਡ ਨੇ ਔਰਤਾਂ ਦੀ ਅਗਵਾਈ ਵਾਲੀ ਵਿੱਤੀ ਸਸ਼ਕਤੀਕਰਨ ਪਹਿਲ ਕਦਮੀ ਲਕਸ਼ਮੀ ਫॉर ਲਕਸ਼ਮੀ ਸ਼ੁਰੂ ਕੀਤੀ ਹੈ? ਤਾਂ HDFC ਮਿਊਚੁਅਲ ਫੰਡ ਨੇ ਲਕਸ਼ਮੀ ਫॉर ਲਕਸ਼ਮੀ ਨੂੰ ਸ਼ੁਰੂ ਕੀਤਾ ਹੈ ਜੀ। ਡੈਸ਼ ਨੂੰ 2041 ਕਲਾਈਮੇਟ ਫੋਰਸ ਅੰਟਾਰਕਟਿਕਾ ਮੁਹਿੰਮ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਗਿਆ ਹੈ ਜੋ ਕਿ ਮਾਰਚ 2022 ਨੂੰ ਹੋਣੀ ਹੈ।
ਤਾਂ ਇਸ ਦਾ ਰਾਈਟ ਆਨਸਰ ਹੈ ਜੀ ਆਰੂਸ਼ੀ ਵਰਮਾ। ਟੀ ਰਾਜਾ ਕੁਮਾਰ ਨੂੰ ਵਿੱਤੀ ਐਕਸ਼ਨ ਟਾਸਕ ਫੋਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਉਹ ਕਿਸ ਦੇਸ਼ ਦਾ ਰਹਿਣ ਵਾਲਾ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਸਿੰਗਾਪੁਰ। ਰਿਲਾਇੰਸ ਇੰਡਸਟਰੀ ਲਿਮਟਿਡ ਨੇ ਡੈਸ਼ ਵਿੱਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਅਤੇ ਸੱਭਿਆਚਾਰਕ ਹੱਬ ਖੋਲ੍ਹਿਆ ਹੈ। ਤਾਂ ਰਿਲਾਇੰਸ ਇੰਡਸਟਰੀ ਨੇ ਮੁੰਬਈ ਦੇ ਵਿੱਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਅਤੇ ਸੱਭਿਆਚਾਰਕ ਹੱਬ ਖੋਲ੍ਹਿਆ ਹੈ। ਸੇਬੀ ਨੇ ਕਰਜ਼ਾ ਪ੍ਰਤੀਭੂਤੀਆਂ ਦੇ ਜਨਤਕ ਮੁੱਦਿਆਂ ਵਿੱਚ ਅਰਜ਼ੀ ਦੇਣ ਵਾਲੇ ਪ੍ਰਚੂਨ ਨਿਵੇਸ਼ਕਾਂ ਲਈ ਨਿਵੇਸ਼ ਸੀਮਾ ਵਿੱਚ ਵਾਧਾ ਕੀਤਾ ਹੈ। ਨਵੀਂ ਸੀਮਾ ਕੀ ਹੈ? 5 ਲੱਖ ਰੁਪਏ। WHO ਸੈਂਟਰ ਫਾਰ ਟ੍ਰੈਡੀਸ਼ਨਲ ਮੈਡੀਸਨ ਇਹਨਾਂ ਵਿੱਚੋਂ ਕਿਹੜੇ ਸ਼ਹਿਰ ਵਿੱਚ ਆਵੇਗਾ? ਤਾਂ ਜਾਮਨਗਰ ਇਸ ਦਾ ਰਾਈਟ ਆਨਸਰ ਹੈ। किस बैंक ने वॉइस से UPI भुगतान सेवा ਲਈ सॉफ्टवेयर कंपनी टोन टैग नाल भाईवाली की है? तो NSDL पेमेंट बैंक ने वॉइस से UPI ਲਈ ठीक है टोन टैग बैंक नाल भाईवाली की है। SL नारायण किस खेड नाल संबंधित हैं? तो शतरंज नाल संबंधित हैं SL नारायण। भगवान बुद्ध की भारत की सब तो वड्डी मूर्ति किस तीर्थ स्थान पर बनाई जा रही है? बोध गया इसका राइट आंसर है। बोध गया के विच भगवान बुद्ध की सब तो वड्डी मूर्ति बनाई जा रही है। किस राज्य के मुख्यमंत्री ने 150.4 करोड़ रुपए की लागत नाल बने भारत के सब तो वड्डे फ्लोटिंग सोलर पावर प्लांट का उद्घाटन किया है? तो इसका राइट आंसर है जी तमिलनाडु। इंटरनेशनल पैरा ओलंपिक कमेटी ने यूक्रेन विच जंग के कारण बीजिंग 2022 विंटर पैरा ओलंपिक रूस और बेलारूस के एथलीटा के दाखिले पर पाबंदी लगा दी है। अंतरराष्ट्रीय पैरा ओलंपिक कमेटी का मुख्य दफ्तर कित्थे है? बोन जर्मनी दे विच। नैक्सट क्वेश्चन है जी अपना लूपिन लिमिटेड ठीक है। नैक्सट क्वेश्चन है लूपिन लिमिटेड की महिला कार्डियोवैस्कुलर हैल्थ अवेयरनैस इनिशिएटिव शक्ति मुहिम का ब्रांड अंबैसडर किसनूं बनाया गया? तो शक्ति मुहिम का ब्रांड अंबैसडर बनाया गया जी मैरी कॉम नूं। नो स्मोकिंग डे कदों मनाया जाता है? मार्च के दूजे बुधवार नूं नो स्मोकिंग डे मनाया जाता है जी। रफीक तरार का हाल ही विच देहांत हो गया, वो एक डैश सन। तो रफीक तरार राष्ट्रपति और सुप्रीम कोर्ट के जज सन। नैक्सट क्वेश्चन है जी रिजवाना हसन नूं हाल ही विच 2022 विच इंटरनेशनल वूमैन ऑफ करेज अवार्ड ਲਈ चुनिया गया। तो ये किस देश की सन? रिजवाना हसन। तो रिजवाना हसन सन बंगलादेश तो। भारत के तेज गेंदबाज ने हाल ही विच घरेलू क्रिकेट के सारे रूपों तो संन्यास लिया। तो एस श्रीसंत ने क्रिकेट के सारे रूपों तो संन्यास ले लिया है जी। किस राज्य के मुख्यमंत्री ने कौशल्या मातृत्व योजना शुरू की है? छत्तीसगढ़ के मुख्यमंत्री ने कौशल्या मातृत्व योजना शुरू किया है। जिंटा ने बैंकों फिनटैक्स लई अगली पीढ़ी के क्रेडिट प्रोसैसिंग नूं पावर देने लई किहड़ी कंपनी नाल साझेदारी की है? तो इसका राइट आंसर है जी मास्टर कार्ड। किहड़ा देश G7 देशों के खेतीबाड़ी मंत्रियों की एक वर्चुअल मीटिंग की मेजबानी करेगा? इसका राइट आंसर है जर्मनी। 2022 विच नैशनल यूथ पार्लीमेंट फैसटीवल का किहड़ा एडिशन आयोजित किया गया है? तीजा। विश्व किडनी दिवस हर साल किस दिन मनाया जाता है? मार्च के दूजे वीरवार को विश्व किडनी दिवस मनाया जाता है। मौजूदा राष्ट्रपति मून जे इन की थां लैण लई दक्षिणी कोरिया का नवा राष्ट्रपति किसनूं चुनिया गया है? यून सुक योल इसका राइट आंसर है जी। इन्हां विचों किहड़ा RBI अधीन ऑल इंडिया फाइनैंशियल इंस्टीट्यूट का हिस्सा नहीं है? तो इसका राइट आंसर है जी सेबी। 2022 विश्व किडनी दिवस का थीम की है? सारिਆਂ ਲਈ गुर्दे की सेहत। किस राज्य सरकार ने वूमेन एट वर्क प्रोग्राम शुरू किया है? तो इसका राइट आंसर है जी कर्नाटका ने शुरू किया है वूमेन एट वर्क प्रोग्राम। किस राज्य के मुख्यमंत्री ने औरतों लिए सुषमा स्वराज पुरस्कार शुरू किया है? तो इसका राइट आंसर है जी हरियाणा। अंतरराष्ट्रीय मुद्रा फंड IMF ने यूक्रेन लिए कितनी एमरजेंसी सहायता को मंजूरी दी है? तो इसका राइट आंसर है जी 1.4 बिलियन।
CRISIL ਨੇ 2022-23 ਵਿੱਚ ਲਈ ਭਾਰਤ ਦੀ GDP ਵਿਕਾਸ ਦਰ ਦਾ ਅਨੁਮਾਨ ਰੱਖਿਆ 7.8%। ਕਿਹੜੀ ਸਿਹਤ ਬੀਮਾ ਕੰਪਨੀ ਨੇ ਸਟਾਰ ਵੂਮੈਨ ਕੇਅਰ ਇੰਸ਼ੋਰੈਂਸ ਪਾਲਿਸੀ ਲਾਂਚ ਕੀਤੀ ਹੈ? ਤਾਂ ਇਸ ਦਾ ਰਾਈਟ ਆਂਸਰ ਹੈ ਜੀ ਸਟਾਰ ਹੈਲਥ ਐਂਡ ਅਲਾਈਡ ਇੰਸ਼ੋਰੈਂਸ ਕੰਪਨੀ। ਆਨ ਬੋਰਡ ਮਾਈ ਈਅਰਸ ਇਨ BCCI ਸਿਰਲੇਖ ਵਾਲੀ ਆਪਣੀ ਆਤਮ ਕਥਾ ਕਿਸ ਨੇ ਜਾਰੀ ਕੀਤੀ ਹੈ? ਤਾਂ ਇਸ ਦਾ ਰਾਈਟ ਆਂਸਰ ਹੈ ਜੀ ਰਤਨਾਕਰ ਸੈਂਟੀ। ਕਿਸ ਦਿਨ ਨੂੰ ਮਹਿਲਾ ਜੱਜਾਂ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ ਜਾਂਦਾ ਹੈ? ਤਾਂ ਇਸ ਦਾ ਰਾਈਟ ਆਂਸਰ ਹੈ ਜੀ 10 ਮਾਰਚ। ਕਿਸ ਰਾਜ ਨੇ ਲਗਾਤਾਰ ਦੂਸਰੇ ਸਕੌਚ ਸਟੇਟ ਆਫ ਗਵਰਨੈਂਸ ਰੈਂਕਿੰਗ ਵਿੱਚ ਆਪਣਾ ਨੰਬਰ 1 ਸਥਾਨ ਬਰਕਰਾਰ ਰੱਖਿਆ ਹੈ? ਤਾਂ ਇਸ ਦਾ ਰਾਈਟ ਆਂਸਰ ਹੈ ਜੀ ਆਂਧਰਾ ਪ੍ਰਦੇਸ਼। ਕਿਸ ਦੇਸ਼ ਨੇ ਹਾਲ ਹੀ ਵਿੱਚ ਮਹਿਲਾ ਰਾਸ਼ਟਰਪਤੀ ਚੁਣੀ ਹੈ? ਤਾਂ ਹੰਗਰੀ ਨੇ। ਇਸ ਦਾ ਰਾਈਟ ਆਂਸਰ ਹੈ ਜੀ ਮਸ਼ਹੂਰ ਗੋਲਫਰ ਡੈਸ਼ ਨੂੰ ਰਸਮੀ ਤੌਰ ਤੇ ਵਿਸ਼ਵ ਗੋਲਫ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਹੈ? ਟਾਈਗਰ ਵੁਡਸ। ਇਸ ਦਾ ਰਾਈਟ ਆਂਸਰ ਹੈ। RBI ਨੇ ਹਾਲ ਹੀ ਵਿੱਚ ਪੇਟੀਐਮ ਪੇਮੈਂਟਸ ਬੈਂਕ ਲਿਮਟਿਡ ਨੂੰ RBI ਐਕਟ ਦੀ ਕਿਸ ਧਾਰਾ ਦੇ ਤਹਿਤ ਨਵੇਂ ਗਾਹਕਾਂ ਨੂੰ ਸ਼ਾਮਲ ਕਰਨ ਤੇ ਰੋਕ ਲਗਾ ਦਿੱਤੀ ਹੈ? ਤਾਂ ਇਸ ਦਾ ਰਾਈਟ ਆਂਸਰ ਹੈ ਜੀ ਧਾਰਾ 35A। ਸੁਪਰੀਮ ਕੋਰਟ ਦੁਆਰਾ ਚਾਰਧਾਮ ਪ੍ਰੋਜੈਕਟ ਤੇ ਹਾਈ ਪਾਵਰਡ ਕਮੇਟੀ ਦੇ ਨਵੇਂ ਚੇਅਰਮੈਨ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਤਾਂ ਇਸ ਦਾ ਰਾਈਟ ਆਂਸਰ ਹੈ ਜੀ ਜਸਟਿਸ AK ਸਿਕਰੀ। 2022 ਵਿੱਚ IRDAI ਦੇ ਨਵੇਂ ਚੇਅਰਮੈਨ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਤਾਂ ਇਸ ਦਾ ਰਾਈਟ ਆਂਸਰ ਹੈ ਜੀ ਦੇਵਾਸੀਸ ਪਾਂਡਾ। ਏਅਰਪੋਰਟ ਕੌਂਸਲ ਇੰਟਰਨੈਸ਼ਨਲ ਦੁਆਰਾ ਕਿੰਨੇ ਹਵਾਈ ਅੱਡਿਆਂ ਨੂੰ ਆਕਾਰ ਅਤੇ ਖੇਤਰ ਦੁਆਰਾ ਸਰਵੋਤਮ ਹਵਾਈ ਅੱਡੇ ਵਜੋਂ ਸਨਮਾਨਿਤ ਕੀਤਾ ਗਿਆ ਹੈ? ਤਾਂ ਇਸ ਦਾ ਰਾਈਟ ਆਂਸਰ ਹੈ ਜੀ 6। ਸ਼ਹਿਰੀ ਹਵਾਬਾਜ਼ੀ ਮੰਤਰੀ ਦੁਆਰਾ ਹਾਲ ਹੀ ਵਿੱਚ ਇਹਨਾਂ ਵਿੱਚੋਂ ਕਿਸ ਸ਼ਹਿਰ ਵਿੱਚ ਪਹਿਲੇ ਡਰੋਨ ਸਕੂਲ ਦਾ ਉਦਘਾਟਨ ਕੀਤਾ ਗਿਆ ਹੈ? ਤਾਂ ਗਵਾਲੀਅਰ ਦੇ ਵਿੱਚ ਪਹਿਲੇ ਡਰੋਨ ਸਕੂਲ ਦਾ ਉਦਘਾਟਨ ਕੀਤਾ ਗਿਆ ਹੈ। ਕਿਸ ਰਾਜ ਸਰਕਾਰ ਨੇ ਚਾਹ ਕਾਮਿਆਂ ਲਈ ਮੁੱਖ ਮੰਤਰੀ ਚਾਹ ਸ਼੍ਰਮੀ ਕਲਿਆਣ ਪ੍ਰਕਲਪ ਯੋਜਨਾ ਦਾ ਐਲਾਨ ਕੀਤਾ ਹੈ? ਤਾਂ ਤ੍ਰਿਪੁਰਾ ਦੇ ਵਿੱਚ ਮੁੱਖ ਮੰਤਰੀ ਚਾਹ ਸ਼੍ਰਮੀ ਕਲਿਆਣ ਪ੍ਰਕਲਪ ਯੋਜਨਾ ਸ਼ੁਰੂ ਕੀਤੀ ਗਈ ਹੈ। ਸਵੀਡਨ ਦੀ ਯੂਨੀਵਰਸਿਟੀ ਦੇ ਵੀਡੇਮ ਇੰਸਟੀਚਿਊਟ ਵਿੱਚ ਦੁਆਰਾ ਜਾਰੀ ਲਿਬਰਨ ਡੈਮੋਕ੍ਰੈਟਿਕ ਇੰਡੈਕਸ ਵਿੱਚ ਭਾਰਤ ਦਾ ਸਥਾਨ ਕਿੰਨਵਾਂ ਹੈ ਜੀ? 93ਵਾਂ। ਕੋਲਗੇਟ ਪਾਮੋਲਿਵ ਲਿਮਟਿਡ ਦੇ CEO ਅਤੇ MD ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਪ੍ਰਭਾ ਨਿਰਸਿਮਨ ਨੂੰ। ਮਰਹੂਮ ਸੋਲੀ ਸੋਰਾਵਾਜੀ ਦੀ ਜੀਵਨ ਸ਼ੈਲੀ ਸੋਰਾਵਾਜੀ ਲਾਈਫ ਐਂਡ ਟਾਈਮਜ਼ ਦਾ ਲੇਖਕ ਕੌਣ ਹੈ? ਅਭਿਨਵ ਚੰਦਰਚੂੜ। ਭਾਰਤ ਦੇ ਵਿਕਾਸ ਵਿੱਚ ਮਜ਼ਦੂਰਾਂ ਦੀ ਭੂਮਿਕਾ ਸਿਰਲੇਖ ਵਾਲੀ ਕਿਤਾਬ ਕਿਸ ਨੇ ਲਾਂਚ ਕੀਤੀ? ਭੁਪਿੰਦਰ ਜਾਦਵ ਨੇ। QR ਕੋਡ ਆਧਾਰਿਤ GI ਟੈਗ ਕੀਤੇ ਹੱਥ ਨਾਲ ਬੁਣੇ ਕਸ਼ਮੀਰੀ ਕਾਰਪੇਟ ਦੀ ਪਹਿਲੀ ਖੇਪ ਹਾਲ ਹੀ ਵਿੱਚ ਕਿਸ ਦੇਸ਼ ਨੂੰ ਨਿਰਯਾਤ ਕੀਤੀ ਗਈ ਹੈ? ਜਰਮਨੀ ਨੂੰ। ਵਿੱਤੀ ਸਾਲ 2022-23 ਵਿੱਚ ਮੌਰਗਨ ਸਟੈਨਲੀ ਦੇ ਅਨੁਸਾਰ ਭਾਰਤ ਦੀ GDP ਵਿਕਾਸ ਦਰ ਦਾ ਤਾਜ਼ਾ ਅਨੁਮਾਨ ਕੀ ਹੈ? 7.9%। EPFO ਦੁਆਰਾ ਵਿੱਤੀ ਸਾਲ 2021-22 ਲਈ ਪ੍ਰਾਈਵੇਟ ਫੰਡ ਜਮ੍ਹਾਂ ਤੇ ਵਿਆਜ ਦਰ ਕੀ ਹੈ? 8.10। ਉਸ IAS ਅਧਿਕਾਰੀ ਦਾ ਨਾਮ ਦੱਸੋ ਜਿਸ ਨੂੰ ਨੈਸ਼ਨਲ ਫਾਈਨੈਂਸ਼ੀਅਲ ਰਿਪੋਰਟਿੰਗ ਅਥਾਰਟੀ ਦਾ ਨਵਾਂ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ? ਤਾਂ ਇਸ ਦਾ ਰਾਈਟ ਆਂਸਰ ਹੈ ਅਜੇ ਭੂਸ਼ਣ ਪਾਂਡੇ ਨੂੰ NFRA ਦਾ ਨਵਾਂ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਹਾਲ ਹੀ ਵਿੱਚ ਕਿਸ ਸ਼ਹਿਰ ਵਿੱਚ ਰਾਸ਼ਟਰੀ ਰੱਖਿਆ ਯੂਨੀਵਰਸਿਟੀ RU ਦਾ ਨਵਾਂ ਕੈਂਪਸ ਬਿਲਡਿੰਗ ਕੰਪਲੈਕਸ ਰਾਸ਼ਟਰ ਨੂੰ ਸਮਰਪਿਤ ਕੀਤਾ ਹੈ? ਤਾਂ ਇਸ ਦਾ ਰਾਈਟ ਆਂਸਰ ਹੈ ਜੀ ਗਾਂਧੀ ਨਗਰ। ਇੰਦਰਾਣੀ ਮੈਡੀਸਿਟੀ ਨੂੰ ਦੇਸ਼ ਦੇ ਪਹਿਲੇ ਮੈਡੀਕਲ ਸ਼ਹਿਰ ਵਜੋਂ ਸਥਾਪਿਤ ਕਰਨ ਦੀ ਯੋਜਨਾ ਹੈ। ਇਹਨਾਂ ਵਿੱਚੋਂ ਕਿਸ ਸ਼ਹਿਰ ਵਿੱਚ ਹੈ? ਪੁਣੇ। ਇਸ ਦਾ ਰਾਈਟ ਆਂਸਰ ਹੈ। ਗੈਬਰੀਅਲ ਬੋਰਿਕ ਫੌਂਟ ਨੂੰ ਹਾਲ ਹੀ ਵਿੱਚ ਕਿਸ ਦੇਸ਼ ਦਾ ਸਭ ਤੋਂ ਨੌਜਵਾਨ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ ਹੈ? ਤਾਂ ਇਸ ਦਾ ਰਾਈਟ ਆਂਸਰ ਹੈ ਜੀ ਚਿਲੀ। ਗਿਣਤ ਦਾ ਅੰਤਰਰਾਸ਼ਟਰੀ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ? 14 ਮਾਰਚ ਨੂੰ ਗਿਣਤ ਦਾ ਅੰਤਰਰਾਸ਼ਟਰੀ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ ਜੀ। dealroom.co ਨਿਵੇਸ਼ ਡਾਟਾ ਦੇ ਲੰਦਨ ਅਤੇ
ਭਾਗੀਦਾਰਾਂ ਦਾ ਵਿਸ਼ਲੇਸ਼ਣ ਅਨੁਸਾਰ ਭਾਰਤ ਦੇ 2021 ਵਿੱਚ ਡਿਜੀਟਲ ਸ਼ਾਪਿੰਗ ਕੰਪਨੀਆਂ ਡੈਸ਼ ਸਭ ਤੋਂ ਵੱਡਾ ਵਿਸ਼ਵ ਉੱਦਮੀ ਪੂੰਜੀ ਨਿਵੇਸ਼ ਕੇਂਦਰ ਸੁਰੱਖਿਆ ਹੈ। 2G ਕਿਸ ਬੈਂਕ ਨੇ ਸਵੈ ਸਹਾਇਤਾ ਸਮੂਹ ਬੈਂਕ ਲਿੰਕੇਜ ਵਿੱਚ ਆਪਣੀ ਸਰਵੋਤਮ ਪ੍ਰਦਰਸ਼ਨ ਲਈ ਵਿੱਤੀ ਸਾਲ 2020-21 ਲਈ ਸ਼ਾਨਦਾਰ ਪ੍ਰਦਰਸ਼ਨ ਲਈ ਰਾਸ਼ਟਰੀ ਪੁਰਸਕਾਰ ਜਿੱਤਿਆ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੰਮੂ ਅਤੇ ਕਸ਼ਮੀਰ ਬੈਂਕ। ਅੰਤਰਰਾਸ਼ਟਰੀ ਗਿਣਤ ਦਿਵਸ 2022 ਦਾ ਵਿਸ਼ਾ ਕੀ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਗਿਣਤ ਇਕਜੁੱਟ ਕਰਦਾ ਹੈ, ਮੈਥਸ ਯੂਨਾਈਟਸ ਅਸ। ਕਿਸ ਸੰਸਥਾ ਨੇ ਸਕੂਲੀ ਬੱਚਿਆਂ ਲਈ युवा विज्ञानी कार्यक्रम या युवा विज्ञानी प्रोग्राम नाम का विशेष प्रोग्राम आयोजित किया है? तो इसका राइट आंसर है जी इसरो। लेखक डैश अनुवादित हिंदी नावल सैंड द कवर अंतरराष्ट्रीय बुकर प्राइज पुरस्कार ਲਈ सूचीबद्ध 13 किताबों ਵਿੱਚੋਂ ਇੱਕ ਹੈ ਗੀਤਾਂਜਲੀ ਸ੍ਰੀ। ਤਾਂ ਗੀਤਾਂਜਲੀ ਸ੍ਰੀ ਲੇਖਕ ਹਨ ਸੈਂਡ ਦ ਕਵਰ ਦੀ। ਕਿਸ ਕੇਂਦਰੀ ਸ਼ਾਸਿਤ ਪ੍ਰਦੇਸ਼ ਦੇ ਲੈਫਟੀਨੈਂਟ ਗਵਰਨਰ ਨੇ ਵਿਦਿਆਰਥੀਆਂ ਲਈ ਇੱਕ ਕਿਸਮ ਦਾ ਪਹਿਲਾ ਡਿਜੀਟਲ ਸਕੂਲ ਹੈਲਥ ਪਲੇਟਫਾਰਮ ਲਾਂਚ ਕੀਤਾ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਪੌਂਡੂਚੇਰੀ। ਦੁਨੀਆ ਭਰ ਵਿੱਚ ਰੋਡ ਟਰੈਕਟਰਾਂ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਹਰ ਸਾਲ ਡੈਸ਼ ਨੂੰ ਵਿਸ਼ਵ ਰੋਡ ਟਰੈਕਟ ਦਿਵਸ ਮਨਾਇਆ ਜਾਂਦਾ ਹੈ। 13 ਮਾਰਚ ਨੂੰ ਵਿਸ਼ਵ ਰੋਡ ਟਰੈਕਟ ਦਿਵਸ ਮਨਾਇਆ ਜਾਂਦਾ ਹੈ। ਉਪਭੋਗਤਾਵਾਂ ਅਧਿਕਾਰਾਂ ਬਾਰੇ ਵਿਸ਼ਵ ਪੱਧਰ 'ਤੇ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ ਡੈਸ਼ ਨੂੰ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਮਨਾਇਆ ਜਾਂਦਾ ਹੈ। 15 ਮਾਰਚ ਨੂੰ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਮਨਾਇਆ ਜਾਂਦਾ ਹੈ। ਨਦੀਆਂ ਲਈ ਕਾਰਵਾਈ ਦਾ ਅੰਤਰਰਾਸ਼ਟਰੀ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ? 14 ਮਾਰਚ ਨੂੰ ਨਦੀਆਂ ਲਈ ਕਾਰਵਾਈ ਦਾ ਅੰਤਰਰਾਸ਼ਟਰੀ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ ਜੀ। ਜਰਮਨ ਓਪਨ ਬੈਡਮਿੰਟਨ 2022 ਵਿੱਚ ਸਿਲਵਰ ਮੈਡਲ ਕਿਸ ਨੇ ਜਿੱਤਿਆ? ਲਕਸ਼ਯ ਸੇਨ ਨੇ ਜਰਮਨ ਓਪਨ ਬੈਡਮਿੰਟਨ 2022 ਵਿੱਚ ਸਿਲਵਰ ਮੈਡਲ ਜਿੱਤਿਆ ਹੈ ਜੀ। ਆਇਲ ਇੰਡੀਆ ਲਿਮਟਿਡ ਦੇ ਅਗਲੇ ਚੇਅਰਪਰਮੈਨ ਅਤੇ ਪ੍ਰਬੰਧਕ ਨਿਰਦੇਸ਼ਕ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਰਣਜੀਤ ਰੱਥ ਇਸ ਦਾ ਰਾਈਟ ਆਨਸਰ ਹੈ ਜੀ। ਏਅਰ ਇੰਡੀਆ ਦੇ ਚੇਅਰਮੈਨ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਐਨ ਚੰਦਰਸ਼ੇਖਰਨ ਇਸ ਦਾ ਰਾਈਟ ਆਨਸਰ ਹੈ ਜੀ। 2017 ਤੋਂ 21 ਦੇ ਵਿਚਕਾਰ ਹਥਿਆਰ ਦੇ ਸਭ ਤੋਂ ਵੱਡੇ ਆਯਾਤਕਾਰ ਦੀ ਸੂਚੀ ਵਿੱਚ ਕਿਹੜਾ ਦੇਸ਼ ਸਭ ਤੋਂ ਉੱਪਰ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਭਾਰਤ। ਮਿਸ਼ਨ ਇੰਦਰਧਨੁਸ਼ ਦੇ ਤਹਿਤ 90.5% ਕਵਰੇਜ ਦੇ ਨਾਲ ਪੂਰੇ ਟੀਕਾਕਰਨ ਦੀ ਸੂਚੀ ਵਿੱਚ ਕਿਹੜਾ ਰਾਜ ਸਭ ਤੋਂ ਉੱਪਰ ਹੈ? ਇਸ ਦਾ ਰਾਈਟ ਆਨਸਰ ਹੈ ਜੀ ਉੜੀਸਾ। 8ਵੇਂ ਐਡੀਸ਼ਨ ਫਾਰਚੂਨ ਇੰਡੀਆ ਦੇ ਦਾ ਨੈਕਸਟ 500 2022 ਐਡੀਸ਼ਨ ਵਿੱਚ ਰੇਲਟੈਲ ਕਾਰਪੋਰੇਸ਼ਨ ਆਫ ਲਿਮਟਿਡ ਇੰਡੀਆ ਲਿਮਟਿਡ ਦਾ ਭਾਰਤ ਵਿੱਚ ਕੰਮ ਕਰ ਰਹੀਆਂ ਚੋਟੀਆਂ ਦੀਆਂ ਮੈਡਸਾਈਜ਼ ਕੰਪਨੀਆਂ ਦਾ ਦਰਜਾ ਕੀ ਹੈ? 124। ਕਿਹੜੀ ਕੰਪਨੀ ਨੇ ਭਾਰਤ ਦਾ ਪਹਿਲਾ ਪ੍ਰਾਇਮਰੀ ਬਾਜ਼ਾਰ ਨਿਵੇਸ਼ ਪਲੇਟਫਾਰਮ ਵਨ ਅਪ ਲਾਂਚ ਕੀਤਾ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ IIFL ਸਿਕਿਉਰਿਟੀ ਲਿਮਟਿਡ। ਇਸ ਸਾਲ 2 ਅੰਤਰਰਾਸ਼ਟਰੀ ਉਪਭੋਗਤਾ ਦਿਵਸ ਡੈਸ਼ ਦੀ ਥੀਮ 'ਤੇ ਮਨਾਇਆ ਗਿਆ ਹੈ। ਨਿਰਪੱਖ ਡਿਜੀਟਲ ਵਿੱਤ ਇਸ ਸਾਲ ਰਾਸ਼ਟਰੀ ਉਪਭੋਗਤਾ ਦਿਵਸ ਦਾ ਥੀਮ ਸੀ। ਕਿਸ ਫਿਲਮ ਨੇ 75ਵੇਂ ਬਾਫਟਾ ਅਵਾਰਡ 2022 ਵਿੱਚ ਸਰਵੋਤਮ ਫਿਲਮ ਦਾ ਅਵਾਰਡ ਜਿੱਤਿਆ ਹੈ? ਕੁੱਤੇ ਦੀ ਸ਼ਕਤੀ ਫਿਲਮ ਨੇ ਸਰਵੋਤਮ ਫਿਲਮ ਦਾ ਅਵਾਰਡ ਜਿੱਤਿਆ ਬਾਫਟਾ ਅਵਾਰਡ 2022 ਦੇ ਵਿੱਚ। ਠੀਕ ਹੈ ਜੀ। ਕਿਸ ਫਿਲਮ ਨੇ 75ਵੇਂ ਬਾਫਟਾ ਅਵਾਰਡਜ਼ 2022 ਵਿੱਚ ਆਊਟਸਟੈਂਡਿੰਗ ਬ੍ਰਿਟਿਸ਼ ਫਿਲਮ ਦਾ ਅਵਾਰਡ ਜਿੱਤਿਆ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਬੇਲਫਾਸਟ। ਕਿਸ ਨੇ 75ਵੇਂ ਬਾਫਟਾ ਅਵਾਰਡਜ਼ ਵਿੱਚ ਲੀਡਿੰਗ ਰੋਲ ਲਈ ਸਰਵੋਤਮ ਅਧਿਕਾਰਾ ਸ਼੍ਰੇਣੀ ਦਾ ਪੁਰਸਕਾਰ ਜਿੱਤਿਆ ਹੈ? ਵਿਲ ਸਮਿਥ ਇਸ ਦਾ ਰਾਈਟ ਆਨਸਰ ਹੈ ਜੀ। 75ਵੇਂ ਬਾਫਟਾ ਅਵਾਰਡ 2022 ਵਿੱਚ ਸਰਵੋਤਮ ਅਭਿਨੇਤਰੀ ਇਨ ਲੀਡਿੰਗ ਰੋਲ ਕਿਸ ਨੇ ਜਿੱਤਿਆ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਜੋਆਨਾ ਸਕੈਨਲ। ਨਦੀਆਂ ਲਈ ਅੰਤਰਰਾਸ਼ਟਰੀ ਕਿਰਿਆ ਦਿਵਸ 2022 ਦਾ ਵਿਸ਼ਾ ਕੀ ਹੈ? ਜੈਵ ਵਿਭਿੰਨਤਾ ਲਈ ਨਦੀਆਂ ਦੀ ਮਹੱਤਤਾ। ਫਰਵਰੀ 2022 ਨੂੰ ਕਿਸ ਖਿਡਾਰੀ ਨੂੰ ICC ਮਹੀਨੇ ਦਾ ਪੁਰਸ਼ ਖਿਡਾਰੀ ਦਾ ਪੁਰਸਕਾਰ ਦਿੱਤਾ ਗਿਆ? ਤਾਂ ਫਰਵਰੀ 2022 ਲਈ ਮਹੀਨੇ ਦਾ ਪੁਰਸ਼ ਪੁਰਸਕਾਰ ਦਿੱਤਾ ਗਿਆ ਜੀ ਸ਼੍ਰੇਯਸ ਅਈਅਰ ਨੂੰ। ਅਤੇ ਮਾਰਚ ਲਈ ਦਿੱਤਾ ਗਿਆ ਜੀ ਪਾਕਿਸਤਾਨ ਦੇ ਜੋ ਕ੍ਰਿਕਟ ਟੀਮ ਦੇ ਕਪਤਾਨ ਹਨ, ਠੀਕ ਹੈ, ਜਿਨ੍ਹਾਂ ਦਾ ਨਾਮ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਦੱਸਣਾ ਹੈ। ਭਾਰਤ ਵਿੱਚ ਰਾਸ਼ਟਰੀ ਟੀਕਾਕਰਨ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ? 16 ਮਾਰਚ ਨੂੰ।
ਅਮੇਲੀਆ ਕੇਰ ਨੇ ਫਰਵਰੀ 2022 ਵਿੱਚ ICC ਮਹੀਨਾ ਦਾ ਪਲੇਅਰ ਆਫ ਦੀ ਮੰਥ ਪੁਰਸਕਾਰ ਜਿੱਤਿਆ ਹੈ। ਉਹ ਕਿਸ ਦੇਸ਼ ਦੀ ਖਿਡਾਰੀ ਹਨ? ਤਾਂ ਅਮੇਲੀਆ ਕੇਰ ਹਨ ਨਿਊਜ਼ੀਲੈਂਡ ਦੀ ਖਿਡਾਰੀ। ਕਿਸ ਰਾਜ ਯੂਟੀ ਸਰਕਾਰ ਨੇ ਇਲੈਕਟ੍ਰੀਕਲ ਆਟੋ ਦੀ ਖਰੀਦ ਅਤੇ ਰਜਿਸਟ੍ਰੇਸ਼ਨ ਲਈ ਇੱਕ ਔਨਲਾਈਨ ਮਾਈ ਇਲੈਕਟ੍ਰੀਕਲ ਵਹੀਕਲ ਪੋਰਟਲ ਲਾਂਚ ਕੀਤਾ ਹੈ? ਤਾਂ ਇਸ ਦਾ ਆਨਸਰ ਵੀ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਹੈ ਜੀ, ਕਿਉਂਕਿ ਕੁਝ ਕੰਮ ਤੁਹਾਨੂੰ ਵੀ ਕਰਨਾ ਚਾਹੀਦਾ ਹੈ। ਭਾਰਤ ਦਾ ਪਹਿਲਾ ਡਿਜੀਟਲ ਵਾਟਰ ਬੈਂਕ ਐਕਵੇਰੀਅਮ ਡੈਸ਼ ਵਿੱਚ ਲਾਂਚ ਕੀਤਾ ਗਿਆ ਹੈ, ਬੈਂਗਲੁਰੂ। ਗੇਮ 24x7 ਦੁਆਰਾ ਮਾਈ 11 ਸਰਕਲ ਲਈ ਨਵੇਂ ਬ੍ਰਾਂਡ ਐਂਬੈਸਡਰ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਸੁਭਮਨ ਗਿੱਲ ਅਤੇ ਰਿਤੂਰਾਜ ਗਾਇਕਵਾੜ ਨੂੰ। ਭਾਰਤ ਦਾ ਪਹਿਲਾ ਆਰਟੀਫਿਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਟੈਕਨੋਲੋਜੀ ਪਾਰਕ ਡੈਸ਼ ਵਿਖੇ ਲਾਂਚ ਕੀਤਾ ਗਿਆ ਹੈ। ਇਸ ਦਾ ਰਾਈਟ ਆਨਸਰ ਹੈ IISC ਬੈਂਗਲੁਰੂ। ਸੰਯੁਕਤ ਰਾਜ ਅਤੇ ਇਸ ਦੇ ਸਹਿਯੋਗੀਆਂ ਨੇ ਹਾਲ ਹੀ ਵਿੱਚ ਕਿਸ ਦੇਸ਼ ਤੇ ਸਭ ਤੋਂ ਵੱਧ ਪਸੰਦੀਦਾ ਦੇਸ਼ ਦਾ ਦਰਜਾ ਖੋਣ ਦਾ ਐਲਾਨ ਕੀਤਾ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਰੂਸ। ਭਾਰਤ ਦਾ ਪਹਿਲਾ ਵਿਸ਼ਵ ਸ਼ਾਂਤੀ ਕੇਂਦਰ ਡੈਸ਼ ਵਿੱਚ ਸਥਾਪਿਤ ਕੀਤਾ ਜਾਵੇਗਾ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਗੁਰੂਗ੍ਰਾਮ ਦੇ ਵਿੱਚ ਭਾਰਤ ਦਾ ਪਹਿਲਾ ਵਿਸ਼ਵ ਸ਼ਾਂਤੀ ਕੇਂਦਰ ਸਥਾਪਿਤ ਕੀਤਾ ਜਾਵੇਗਾ। ਗੁਰੂਗ੍ਰਾਮ ਕਿੱਥੇ ਪੈਂਦਾ ਹੈ? ਹਰਿਆਣਾ ਦੇ ਵਿੱਚ। ਸਾਹਿਤ ਅਕੈਦਮੀ ਨੇ ਮੌਨਸੂਨ ਸਿਰਲੇਖ ਵਾਲੀ ਇੱਕ ਪੁਸਤਕ ਲੰਬਾਈ ਕਵਿਤਾ ਪ੍ਰਕਾਸ਼ਿਤ ਕੀਤੀ ਹੈ। ਇਸ ਕਵਿਤਾ ਦਾ ਲੇਖ ਕੌਣ ਹੈ? ਅਵੇ ਕੇ। ਭਾਰਤ ਵਿੱਚ ਕਿਸ ਰਾਜ ਵਿੱਚ ਮਾਵਾਂ ਦੀ ਮੌਤ ਦਰ ਦਾ ਅਨੁਪਾਤ ਸਭ ਤੋਂ ਘੱਟ ਹੈ? ਤਾਂ ਕੇਰਲਾ ਦੇ ਵਿੱਚ ਮਾਵਾਂ ਦੀ ਮੌਤ ਦਰ ਦਾ ਅਨੁਪਾਤ ਸਭ ਤੋਂ ਘੱਟ ਹੈ ਜੀ। ਆਸਕਰ ਤੇ ਸਭ ਤੋਂ ਵਧੀਆ ਦਸਤਾਵੇਜ਼ੀ ਵਿਸ਼ੇਸ਼ਤਾ ਸ਼੍ਰੇਣੀ ਲਈ ਆਖਰੀ 5 ਵਿੱਚ ਕਿਹੜੀ ਭਾਰਤੀ ਦਸਤਾਵੇਜ਼ੀ ਨੂੰ ਚੁਣਿਆ ਗਿਆ ਹੈ? ਅੱਗ ਨਾਲ ਲਿਖਣਾ। ਰਾਸ਼ਟਰੀ ਟੀਕਾਕਰਨ ਦਿਵਸ ਜਾਂ ਰਾਸ਼ਟਰੀ ਟੀਕਾਕਰਨ ਦਿਵਸ 2022 ਲਈ ਥੀਮ ਕੀ ਹੈ? ਟੀਕੇ ਸਾਰਿਆਂ ਲਈ ਕੰਮ ਕਰਦੇ ਹਨ। ਸਕਾਟ ਹਾਲ ਜਿਸ ਦਾ ਹਾਲ ਹੀ ਵਿੱਚ ਦੇਹਾਂਤ ਹੋਇਆ ਇੱਕ ਮਹਾਨ ਡੈਸ਼ ਸਨ, ਪਹਿਲਵਾਨ ਸਨ ਸਕਾਟ ਹਾਲ। ਕੁਮੇਦਬੇਨ ਜੋਸ਼ੀ ਜਿਸ ਦਾ ਹਾਲ ਹੀ ਵਿੱਚ ਦੇਹਾਂਤ ਹੋਇਆ ਹੈ ਕਿਸ ਦੇ ਰਾਜਪਾਲ ਸਨ ਇਹ? ਤਾਂ ਇਹ ਆਂਧਰਾ ਪ੍ਰਦੇਸ਼ ਦੇ ਸਾਬਕਾ ਰਾਜਪਾਲ ਸਨ ਕੁਮੇਦਬੇਨ ਜੋਸ਼ੀ। ਉਸ ਕਾਰਗੋ ਜਹਾਜ਼ ਦਾ ਨਾਮ ਦੱਸੋ ਜੋ ਬ੍ਰਹਮਪੁੱਤਰ ਨਦੀ 'ਤੇ ਹੁਣ ਤੱਕ ਦਾ ਸਭ ਤੋਂ ਲੰਬਾ ਜਹਾਜ਼ ਬਣ ਗਿਆ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ MV ਰਾਮ ਪ੍ਰਸਾਦ ਬਿਸਮਿਲ। ਭਾਰਤ ਦਾ ਪਹਿਲਾ ਫਿਊਲ ਸੈੱਲ ਇਲੈਕਟ੍ਰੀਕਲ ਵਹੀਕਲ ਕਿਸ ਆਟੋ ਕੰਪਨੀ ਦੁਆਰਾ ਪਾਇਲਟ ਕੀਤਾ ਗਿਆ ਪ੍ਰੋਜੈਕਟ ਅਧੀਨ ਆਉਂਦਾ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਟੋਇਟਾ। ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਕਿਸ ਨੇ ਸਹੁੰ ਚੱਕੀ ਹੈ? ਸ੍ਰੀ ਭਗਵੰਤ ਮਾਨ ਜੀ ਪੰਜਾਬ ਦੇ ਨਵੇਂ CM ਯਾਨੀ ਕਿ ਮੁੱਖ ਮੰਤਰੀ ਬਣੇ ਹਨ। ਭਾਰਤੀ FIDE ਸ਼ਤਰੰਜ ਓਲੰਪੀਆਡ 2022 ਲਈ ਕਿਸ ਮੇਜ਼ਬਾਨ ਦੇਸ਼ ਹੈ? ਟੂਰਨਾਮੈਂਟ ਦੇਸ਼ ਦੇ ਕਿਸ ਸ਼ਹਿਰ ਵਿੱਚ ਆਯੋਜਿਤ ਕੀਤਾ ਜਾਵੇਗਾ? ਤਾਂ ਚੇਨਈ ਦੇ ਵਿੱਚ FIDE ਸ਼ਤਰੰਜ ਓਲੰਪੀਆਡ 2022 ਹੋਵੇਗਾ। ਭਾਰਤ ਫੌਜ ਨੇ ਆਪਣੇ ਕਿਹੜੇ ਅਦਾਰੇ ਵਿੱਚ ਜਨਰਲ ਬਿਪਿਨ ਰਾਵਤ ਮੈਮੋਰੀਅਲ ਚੇਅਰ ਆਫ ਐਕਸੀਲੈਂਸ ਦੀ ਸਥਾਪਨਾ ਕਰਨ ਦਾ ਐਲਾਨ ਕੀਤਾ ਹੈ? ਯੂਨਾਈਟਿਡ ਸਰਵਿਸ ਇੰਸਟੀਚਿਊਟ ਆਫ ਇੰਡੀਆ। 2021-22 ਲਈ ਵਿੱਚ ਉਤਪਾਦਨ 157 ਮਿਲੀਅਨ ਟਨ ਨੂੰ ਪਾਰ ਕਰਨ ਤੋਂ ਬਾਅਦ ਭਾਰਤ ਵਿੱਚ ਕਿਹੜਾ ਕੋਲਾ ਖੇਤਰ ਵਰਤਮਾਨ ਵਿੱਚ ਸਭ ਤੋਂ ਵੱਡੀ ਕੋਲਾ ਉਤਪਾਦਨ ਕੰਪਨੀ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਮਹਾਨਦੀ ਕੋਲ ਫੀਲਡਜ਼ ਲਿਮਟਿਡ। ਸੰਯੁਕਤ ਰਾਸ਼ਟਰ ਮਹਾਂਪਾਸ਼ਾ ਨੇ ਕਿਸ ਦਿਨ ਨੂੰ ਇਸਲਾਮੋਫੋਬੀਆ ਦਾ ਮੁਕਾਬਲਾ ਕਰਨ ਲਈ ਅੰਤਰਰਾਸ਼ਟਰੀ ਦਿਵਸ ਵਜੋਂ ਘੋਸ਼ਿਤ ਕੀਤਾ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ 15 ਮਾਰਚ। ਕਿਸ ਸ਼ਹਿਰ ਨੇ 2050 ਤੱਕ ਕਾਰਬਨ ਨਿਕਾਸ ਨੂੰ ਜ਼ੀਰੋ ਕਰਨ ਲਈ ਆਪਣੇ ਵਿਸਤ੍ਰਿਤ ਢਾਂਚੇ ਦਾ ਐਲਾਨ ਕੀਤਾ ਹੈ ਅਤੇ ਅਜਿਹਾ ਢਾਂਚਾ ਨਿਰਧਾਰਨ ਕਰਨ ਵਾਲਾ ਦੱਖਣੀ ਏਸ਼ੀਆ ਦਾ ਪਹਿਲਾ ਸ਼ਹਿਰ ਬਣ ਗਿਆ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਮੁੰਬਈ। ਮਾਰਕੀਟ ਪੂੰਜੀਕਰਨ ਤੇ ਬਲੂਮਬਰਗ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਮਾਰਕੀਟ ਪੰਜੀਕਰਨ ਦੇ ਮਾਮਲਿਆਂ ਵਿੱਚ ਭਾਰਤ ਦਾ ਸ਼ੇਅਰ ਬਾਜ਼ਾਰ ਦਾ ਦਰਜਾ ਕਿੰਨਾ ਹੈ? 5ਵਾਂ। ਮਾਰਕੀਟ ਪੂੰਜੀਕਰਨ ਤੇ ਬਲੂਮਬਰਗ ਦੇ ਤਾਜ਼ਾ ਅੰਕੜਿਆਂ ਅਨੁਸਾਰ ਕਿਹੜਾ ਦੇਸ਼ ਮਾਰਕੀਟ ਪੰਜੀਕਰਨ ਦੇ ਮਾਮਲੇ ਵਿੱਚ ਰੈਂਕਿੰਗ ਦੇ ਸਿਖਰ ਤੇ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ USA।
IFR ਏਸ਼ੀਆ ਅਵਾਰਡ 2021 ਕਿਸ ਬੈਂਕ ਨੂੰ ਏਸ਼ੀਅਨ ਬੈਂਕ ਆਫ ਦਾ ਈਅਰ 2021 ਅਤੇ ਇੰਡੀਅਨ ਬਾਂਡ ਹਾਊਸ ਵਜੋਂ ਚੁਣਿਆ ਗਿਆ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਐਕਸਿਸ ਬੈਂਕ। ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਆਪਣੇ ਨਵੇਂ ਸਮਾਲ ਸੈਟੇਲਾਈਟ ਲਾਂਚ ਵਹੀਕਲ SSLV ਦੇ ਠੋਸ ਇੰਧਨ ਆਧਾਰਿਤ ਬੂਸਟਰ ਪੜਾਅ ਦਾ ਜ਼ਮੀਨੀ ਟੈਸਟ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਇਸਰੋ ਦਾ ਮੁੱਖ ਦਫ਼ਤਰ ਕਿੱਥੇ ਹੈ? ਬੈਂਗਲੁਰੂ ਕਰਨਾਟਕਾ ਦੇ ਵਿੱਚ। ਕਿਹੜੀ ਕੰਪਨੀ ਨੇ 5ਵਾਂ ਭੁਗਤਾਨ ਤਕਨੀਕੀ ਸਟਾਰਟਅਪ ਆਈਜੀਲੀਅੰਟ ਟੈਕਨੋਲੋਜੀ ਹਾਸਲ ਕੀਤਾ ਹੈ? ਰੇਜ਼ਰਪੇ ਨੇ। ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਮਨਾਉਣ ਲਈ ਡੈਸ਼ ਵਿੱਚ ਮਹਾਤਮਾ ਗਾਂਧੀ ਹਰੇ ਟਿਕਾਉਣ ਦਾ ਪਰਦਾਫਾਸ਼ ਕੀਤਾ ਗਿਆ ਹੈ? ਮੈਡਾਗਾਸਕਰ। ਸੂਚੀਬੱਧ ਕੰਪਨੀ ਦੇ ਬੋਰਡ ਵਿੱਚ ਔਰਤਾਂ ਦੇ ਮਾਮਲੇ ਵਿੱਚ ਦੱਖਣੀ ਏਸ਼ੀਆ ਵਿੱਚ ਕਿਹੜਾ ਦੇਸ਼ ਸਭ ਤੋਂ ਉੱਪਰ ਹੈ? ਇਸ ਦਾ ਰਾਈਟ ਆਨਸਰ ਹੈ ਬੰਗਲਾਦੇਸ਼। ਮੂਡੀਜ਼ ਦੇ ਅਨੁਸਾਰ ਕੈਲੰਡਰ ਸਾਲ 2022 ਵਿੱਚ ਭਾਰਤ ਦਾ ਅਨੁਮਾਨਿਤ GDP ਵਿਕਾਸ ਦਰ ਕੀ ਹੈ? 9.1%। 2022 M3M ਹੋਰਨ ਗਲੋਬਲ ਰਿਚ ਲਿਸਟ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਅਰਬਪਤੀ ਦੇ ਰੂਪ ਵਿੱਚ ਕਿਸ ਨੂੰ ਦਰਜਾ ਦਿੱਤਾ ਗਿਆ ਹੈ? ਐਲੋਨ ਮਸਕ। ਮਿਸ ਵਰਲਡ 2021 ਸੁੰਦਰਤਾ ਮੁਕਾਬਲੇ ਦੇ ਜੇਤੂ ਦਾ ਨਾਮ ਦੱਸੋ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਕੈਰੋਲੀਨਾ ਬਿਲਾਵਾਸਕਾ। ਤੇ ਗਲੋਬਲ ਰੀਸਾਈਕਲਿੰਗ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ? 18 ਮਾਰਚ ਨੂੰ ਗਲੋਬਲ ਰੀਸਾਈਕਲਿੰਗ ਦਿਵਸ ਮਨਾਇਆ ਜਾਂਦਾ ਹੈ। ਵਿਸ਼ਵ ਨੀਂਦ ਦਿਵਸ ਹਰ ਸਾਲ ਸਪਰਿੰਗ ਬਰਨਲ ਇਕਵਿਨੋਕਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮਨਾਇਆ ਜਾਂਦਾ ਹੈ ਅਤੇ ਡੈਸ਼ 2022 ਨੂੰ ਮਨਾਇਆ ਜਾਂਦਾ ਹੈ 18 ਮਾਰਚ। ਜ਼ਮੀਨੀ ਰਿਕਾਰਡਾਂ ਤੱਕ ਆਸਾਨ ਪਹੁੰਚ ਨੂੰ ਯਕੀਨੀ ਬਣਾਉਣ ਲਈ ਕਿਸ ਰਾਜ ਨੇ ਦਿਸਾਂਗ ਐਪ ਵਿਕਸਿਤ ਕੀਤਾ ਹੈ? ਕਰਨਾਟਕਾ ਨੇ ਦਿਸਾਂਗ ਐਪ ਵਿਕਸਿਤ ਕੀਤਾ ਹੈ। ਗਲੋਬਲ ਪਾਵਰਜ਼ ਆਫ ਰਿਟੇਲਰਿੰਗ 2022 ਚੁਣੌਤੀਆਂ ਦੇ ਬਾਵਜੂਦ ਲਚਕੀਲਾਪਨ ਸਿਰਲੇਖ ਵਾਲੀ ਡੇਲੋਇਟ ਦੀ ਰਿਪੋਰਟ ਦੇ ਅਨੁਸਾਰ ਰਿਲਾਇੰਸ ਰਿਟੇਲ ਲਿਮਟਿਡ ਕੰਪਨੀ ਦੇ 250 ਗਲੋਬਲ ਰਿਟੇਲਰਾਂ ਦੀ ਸੂਚੀ ਵਿੱਚ ਕਿੰਨਵੇਂ ਸਥਾਨ 'ਤੇ ਹੈ? 56। ਇਸ ਦਾ ਰਾਈਟ ਆਨਸਰ ਹੈ। 2022 M3M ਹੋਰਨ ਗਲੋਬਲ ਰਿਚ ਲਿਸਟ ਸਿਰਲੇਖ ਵਿੱਚ ਹੋਰਨ ਇੰਡੀਆ ਦੀ ਰਿਪੋਰਟ ਅਨੁਸਾਰ ਸਭ ਤੋਂ ਅਮੀਰ ਭਾਰਤੀ ਅਤੇ ਏਸ਼ੀਆਈ ਵਜੋਂ ਉੱਭਰਨ ਵਾਲੇ ਮੁਕੇਸ਼ ਅੰਬਾਨੀ ਦਾ ਗਲੋਬਲ ਰੈਂਕ ਕੀ ਹੈ? 9 ਹੈ। ਇਹ ਮਾਰਚ ਦੇ ਕਰੰਟ ਅਫੇਅਰ ਦੇ ਅਨੁਸਾਰ ਹੈ। ਹੁਣ ਇਹ ਰੈਂਕ ਬਦਲ ਸਕਦਾ ਹੈ, ਤਾਂ ਤੁਸੀਂ ਜਦੋਂ ਵੀ ਇਹ ਵੀਡੀਓ ਦੇਖ ਰਹੇ ਹੋ ਕਰੰਟ ਜੋ ਪੋਜੀਸ਼ਨ ਆ ਉਹ ਚੈੱਕ ਕਰਦੇ ਰਹਿਣਾ ਹੈ। ਸਟੇਟ ਬੈਂਕ ਆਫ ਇੰਡੀਆ SBI ਡੈਸ਼ ਵਿਖੇ ਇੱਕ ਇਨਕਿਊਬੇਸ਼ਨ ਅਤੇ ਐਕਸੀਲਰੇਸ਼ਨ ਸੈਂਟਰ ਦੀ ਸਥਾਪਨਾ ਕਰੇਗਾ। ਇਸ ਦਾ ਰਾਈਟ ਆਨਸਰ ਹੈ ਜੀ ਹੈਦਰਾਬਾਦ। ਮਹਿਲਾ ਮਨੀ ਅਤੇ ਟਰਾਂਸਕਾਰਪ ਪ੍ਰੀਪੇਡ ਪੇਮੈਂਟ ਇੰਸਟਾਲਮੈਂਟ ਨੇ ਕਿਸ ਕੰਪਨੀ ਨਾਲ ਮਹਿਲਾ ਮਨੀ ਪ੍ਰੀਪੇਡ ਕਾਰਡ ਲਾਂਚ ਕੀਤਾ ਹੈ? ਵੀਜ਼ਾ। ਭਾਰਤ ਵਿੱਚ ਹਰ ਸਾਲ ਡੈਸ਼ ਨੂੰ ਆਰਡੀਨੈਂਸ ਫੈਕਟਰੀਜ਼ ਦਿਵਸ ਮਨਾਇਆ ਜਾਂਦਾ ਹੈ। 18 ਮਾਰਚ ਨੂੰ ਭਾਰਤ ਵਿੱਚ ਹਰ ਸਾਲ ਆਰਡੀਨੈਂਸ ਫੈਕਟਰੀਜ਼ ਦਿਵਸ ਮਨਾਇਆ ਜਾਂਦਾ ਹੈ। ਜੂਨ ਨਿਊਮੈਨ ਪਾਰਕਰ ਹਾਲ ਹੀ ਵਿੱਚ ਦੇਹਾਂਤ ਹੋ ਗਿਆ। ਇਹਨਾਂ ਦਾ ਇਹ ਡੈਸ਼ ਸਨ ਖਗੋਲ ਭੌਗੋਲਿਕ ਵਿਗਿਆਨੀ ਸਨ। ਇਹ 2022 ਵਿੱਚ ਵਿਸ਼ਵ ਨੀਂਦ ਦਿਵਸ ਦਾ ਵਿਸ਼ਾ ਕੀ ਸੀ? ਕੁਆਲਿਟੀ ਸਲੀਪ ਸਾਊਂਡ ਮਾਈਂਡ ਹੈਪੀ ਵਰਲਡ। ਗਲੋਬਲ ਰੀਸਾਈਕਲਿੰਗ ਦਿਵਸ 2022 ਦਾ ਥੀਮ ਕੀ ਸੀ? ਤਾਂ ਇਸ ਸਾਲ ਦਾ ਥੀਮ ਸੀ ਰੀਸਾਈਕਲਿੰਗ ਭਾਈਚਾਰਾ। ਗਲੋਬਲ ਪਾਵਰਜ਼ ਆਫ ਰਿਟੇਲਰਿੰਗ 2022 ਸਿਰਲੇਖ ਵਾਲੀ ਡੈਲੋਇਟ ਦੀ ਰਿਪੋਰਟ ਦੇ ਅਨੁਸਾਰ ਕਿਹੜੀ ਕੰਪਨੀ ਸੂਚੀ ਵਿੱਚ ਸਭ ਤੋਂ ਉੱਪਰ ਹੈ? ਵਾਲਮਾਰਟ ਇੰਕ। UPI ਲਾਈਟ ਭੁਗਤਾਨ ਲੈਣ ਦੇਣ ਦੀ ਸਭ ਤੋਂ ਉੱਪਰਲੀ ਲਈ ਉੱਪਰਲੀ ਸੀਮਾ ਕੀ ਹੈ? 200 ਰੁਪਏ। ਸੰਯੁਕਤ ਰਾਸ਼ਟਰ ਦੀ ਸਾਲ 2022 ਦੀ ਵਿਸ਼ਵ ਖੁਸ਼ਕ ਰਿਪੋਰਟ ਵਿੱਚ ਭਾਰਤ ਦਾ ਦਰਜਾ ਕੀ ਹੈ? 136। ਕਿਸ ਸੰਗਠਨ ਨੇ ਮਿਲਟਰੀ ਡਰਿਲ ਕੋਲਡ ਰਿਸਪੌਂਸ 2022 ਸ਼ੁਰੂ ਕੀਤੀ ਹੈ? ਨਾਟੋ। ਰਾਜੇਸ਼ ਗੋਪੀਨਾਥ ਕਿਸ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਨਿਯੁਕਤ ਕੀਤੇ ਗਏ ਹਨ? TCS ਦੇ ਨਵੇਂ MD ਅਤੇ CEO ਬਣੇ ਹਨ ਰਾਜੇਸ਼ ਗੋਪੀਨਾਥਨ।
CRPF ने 19 ਮਾਰਚ 2022 ਨੂੰ ਆਪਣਾ ਕਿੰਨਵਾਂ ਸਥਾਪਨਾ ਦਿਵਸ ਮਨਾਇਆ? ਤਾਂ 83ਵਾਂ ਸਥਾਪਨਾ ਦਿਵਸ ਮਨਾਇਆ ਗਿਆ ਇਸ ਸਾਲ 19 ਮਾਰਚ 2022 ਨੂੰ CRPF ਦਾ। ਵਿਸ਼ਵ ਚਿੜੀ ਦਿਵਸ ਕਦੋਂ ਮਨਾਇਆ ਜਾਂਦਾ ਹੈ? 20 ਮਾਰਚ ਨੂੰ ਵਿਸ਼ਵ ਚਿੜੀ ਦਿਵਸ ਮਨਾਇਆ ਜਾਂਦਾ ਹੈ। ਅੰਤਰਰਾਸ਼ਟਰੀ ਜੰਗਲਾਤ ਦਿਵਸ 2022 ਦਾ ਵਿਸ਼ਾ ਕੀ ਹੈ? ਤਾਂ ਇਸ ਸਾਲ ਦਾ ਵਿਸ਼ਾ ਸੀ, ਥੀਮ ਸੀ ਜੰਗਲ ਅਤੇ ਟਿਕਾਊ ਉਤਪਾਦਨ ਅਤੇ ਖਪਤ। ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪ ਮੇਲਾ 2022 ਵਿੱਚ ਕਿਸ ਸੰਸਕਰਨ ਦਾ ਆਯੋਜਨ ਕੀਤਾ ਗਿਆ? ਤਾਂ ਇਸ ਦਾ ਰਾਈਟ ਆਨਸਰ ਹੈ 35। ਕਿਸ ਖਿਡਾਰੀ ਨੇ ਫਾਰਮੂਲਾ 1 ਬਹਿਰੀਨ ਗ੍ਰਾਂਪੀ 2022 ਜਿੱਤਿਆ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਚਾਰਲਸ ਲੈਕਲਰਕ ਨੇ। ਕਿਸ ਖਿਡਾਰੀ ਨੇ 19ਵੀਂ ਏਸ਼ੀਅਨ 100 ਯੂਪੀ ਬਿਲੀਅਰਡਸ ਚੈਂਪੀਅਨਸ਼ਿਪ ਜਿੱਤੀ ਹੈ? ਪੰਕਜ ਅਡਵਾਨੀ। ਉਸ ਭਾਰਤੀ ਕ੍ਰਿਕਟ ਖਿਡਾਰੀ ਦਾ ਨਾਮ ਦੱਸੋ ਜਿਸ ਨੂੰ ਮਾਲਦੀਵ ਸਪੋਰਟਸ ਅਵਾਰਡ 2022 ਵਿੱਚ ਸਪੋਰਟਸ ਆਈਕਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਸ਼੍ਰੇਸ਼ ਰੈਨਾ। 2022 ਸਪੋਰਟਸ ਸਟਾਰ ਏਸਸ ਅਵਾਰਡਸ ਵਿੱਚ ਸਪੋਰਟਸ ਸਟਾਰ ਆਫ ਦਾ ਈਅਰ ਅਵਾਰਡ ਕਿਸ ਨੂੰ ਮਿਲਿਆ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਨੀਰਜ ਚੋਪੜਾ। ਮੋਰ ਦੈਨ ਡੈਟ ਸਰਜਰੀ ਲਾਈਫ ਲੈਸਨ ਬਾਈਂਡ ਦਾ ਓਟੀ ਸਿਰਲੇਖ ਦਾ ਲੇਖਕ ਕੌਣ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਟਹਿਮਟਨ ਇਰਾਚ ਉਡਵਾਡੀਆ। 2022 ਸਪੋਰਟਸ ਏਸਸ ਅਵਾਰਡ ਸਪੋਰਟਸ ਸਟਾਰ ਆਫ ਦਾ ਈਅਰ ਫੀਮੇਲ ਅਵਾਰਡ ਕਿਸ ਨੂੰ ਮਿਲਿਆ? ਸੈਖੋਮ ਮੀਰਾਬਾਈ ਚਾਨੂ। ਸੂਰਜਕੁੰਡ ਅੰਤਰਰਾਸ਼ਟਰੀ ਸ਼ਿਲਪਕਾਰੀ ਮੇਲਾ 2022 ਲਈ ਥੀਮ ਸਟੇਟ ਕੀ ਸੀ ਅਤੇ ਭਾਈਵਾਲ ਰਾਸ਼ਟਰ ਡੈਸ਼ ਸੀ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਜੰਮੂ ਕਸ਼ਮੀਰ ਅਤੇ ਉਜ਼ਬੇਕਿਸਤਾਨ। ਭਾਰਤੀ ਫੌਜ ਕਿਸ ਦੇਸ਼ ਵਿੱਚ ਸੰਯੁਕਤ ਅਭਿਆਸ ਲੈਮੀਟਾਈ ਠੀਕ ਹੈ LAMITIVYE 2022 ਵਿੱਚ ਹਿੱਸਾ ਲੈ ਰਿਹਾ ਹੈ? ਸਸੇਲਸ। ਰਾਜ ਵਿਧਾਨ ਸਭਾ ਚੋਣਾਂ 2022 ਤੋਂ ਬਾਅਦ ਮਣੀਪੁਰ ਦੇ ਨਵੇਂ ਮੁੱਖ ਮੰਤਰੀ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? N ਬੀਰੇਨ ਸਿੰਘ। ਸੰਯੁਕਤ ਰਾਸ਼ਟਰ ਦੁਆਰਾ ਵਿਸ਼ਵ ਜਲ ਦਿਵਸ ਕਦੋਂ ਮਨਾਇਆ ਜਾਂਦਾ ਹੈ? 22 ਮਾਰਚ ਨੂੰ ਵਿਸ਼ਵ ਜਲ ਦਿਵਸ ਮਨਾਇਆ ਜਾਂਦਾ ਹੈ। ਉਸ ਭਾਰਤੀ ਅਰਥ ਸ਼ਾਸਤਰੀ ਦਾ ਨਾਮ ਦੱਸੋ ਜਿਸ ਨੂੰ ਸੰਯੁਕਤ ਰਾਸ਼ਟਰ ਦੁਆਰਾ ਪ੍ਰਭਾਵੀ ਬਹੁਪੱਖੀ ਬਾਰੇ ਨਵੇਂ ਸਥਾਪਿਤ ਸਲਾਹਕਾਰ ਬੋਰਡ ਦਾ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ? ਜਯੰਤੀ ਕੋਸ ਇਸ ਦਾ ਰਾਈਟ ਆਨਸਰ ਹੈ। ਪੂਰੀ ਤਰ੍ਹਾਂ ਸਵੈਚਾਲਿਤ ਆਟੋ ਲੋਨ ਦੀ ਪੇਸ਼ਕਸ਼ ਕਰਨ ਲਈ ਬੈਂਕ ਦੁਆਰਾ ਆਟੋ ਫਸਟ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ? HDFC ਬੈਂਕ। ਸੇਰਦਰ ਬਰਦੀਮੋਹਮੋਦੋ ਨੂੰ ਕਿਸ ਦੇਸ਼ ਦਾ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ ਹੈ? ਤਾਂ ਤੁਰਕਮੇਨਿਸਤਾਨ ਦੇ ਨਵੇਂ ਰਾਸ਼ਟਰਪਤੀ ਬਣੇ ਹਨ ਸੇਰਦਾਰ। ਵਿਸ਼ਵ ਜਲ ਦਿਵਸ 2022 ਦਾ ਥੀਮ ਕੀ ਹੈ? ਤਾਂ ਜਲ ਦਿਵਸ 2022 ਦਾ ਥੀਮ ਹੈ ਜੀ ਭੂਮੀਗਤ ਪਾਣੀ ਅਦਿੱਖ ਨੂੰ ਦ੍ਰਿਸ਼ਟਮਾਨ ਬਣਾਉਣਾ। ਵਿਸ਼ਵ ਕਵਿਤਾ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ? 21 ਮਾਰਚ ਨੂੰ ਵਿਸ਼ਵ ਕਵਿਤਾ ਦਿਵਸ ਹਰ ਸਾਲ ਮਨਾਇਆ ਜਾਂਦਾ ਹੈ। ਸਾਲ ਦਾ ਕਿਹੜਾ ਦਿਨ ਵਿਸ਼ਵ ਡਾਊਨ ਸਿੰਡਰੋਮ ਦਿਵਸ ਵਜੋਂ ਮਨਾਇਆ ਜਾਂਦਾ ਹੈ? 21 ਮਾਰਚ ਨੂੰ ਹਰ ਸਾਲ ਵਿਸ਼ਵ ਡਾਊਨ ਸਿੰਡਰੋਮ ਦਿਵਸ ਵਜੋਂ ਮਨਾਇਆ ਜਾਂਦਾ ਹੈ। ਭਾਰਤ ਦਾ ਰੱਖਿਆ ਸਕੱਤਰ ਡਾਕਟਰ ਅਜੇ ਕੁਮਾਰ ਨੇ ਹਾਲ ਹੀ ਵਿੱਚ ਭਾਰਤੀ ਤੱਟ ਰੱਖਿਅਕ ਜਹਾਜ਼ ਡੈਸ਼ ਨੂੰ ਕਮਿਸ਼ਨ ਕੀਤਾ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਸਕਸਮ। ਕਿਤਾਬ ਰਾਈਟਸ ਅਸੋਰਡ ਐਂਡ ਆਟੋਬਾਇਓਗ੍ਰਾਫੀ ਦੇ ਲੇਖਕ ਦਾ ਨਾਮ ਦੱਸੋ? ਗੁੰਡੱਪਾ ਰੰਗਾਨਾਥ ਵਿਸ਼ਵਨਾਥ। ਰੰਗਾਂ ਦਾ ਤਿਉਹਾਰ ਡੋਲ ਉਤਸਵ ਜਾਂ ਡੋਲ ਯਾਤਰਾ ਕਿਸ ਰਾਜ ਨੇ ਮਨਾਇਆ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਪੱਛਮੀ ਬੰਗਾਲ। ਕਿਹੜੀ ਟੀਮ ਨੇ ਆਪਣਾ ਪਹਿਲਾ ਇੰਡੀਅਨ ਸੁਪਰ ਲੀਗ 2022 ਦਾ ਖਿਤਾਬ ਜਿੱਤਿਆ ਹੈ? ਤਾਂ ਹੈਦਰਾਬਾਦ FC ਆਪਣਾ ਪਹਿਲਾ ਇੰਡੀਅਨ ਸੁਪਰ ਲੀਗ 2022 ਦਾ ਖਿਤਾਬ ਜਿੱਤਿਆ ਹੈ ਜੀ। ਪ੍ਰਿੰਟ ਜੈਕਰ ਪੁਰਸਕਾਰ ਇੱਕ ਅੰਤਰਰਾਸ਼ਟਰੀ ਪੁਰਸਕਾਰ ਹੈ ਜੋ ਹਰ ਸਾਲ ਕਿਸ ਖੇਤਰ ਵਿੱਚ ਯੋਗਦਾਨ ਲਈ ਦਿੱਤਾ ਜਾਂਦਾ ਹੈ? ਆਰਕੀਟੈਕਚਰ ਲਈ ਦਿੱਤਾ ਜਾਂਦਾ ਹੈ ਜੀ ਪ੍ਰਿੰਟ ਜੈਕਰ ਪੁਰਸਕਾਰ ਹਰ ਸਾਲ। 2022 ਵਰਲਡ ਡਾਊਨ ਸਿੰਡਰੋਮ ਦਿਵਸ ਦਾ ਵਿਸ਼ਾ ਕੀ ਸੀ? ਸ਼ਾਮਲ ਕਰਨ ਦਾ ਮਤਲਬ ਹੈ।
ਫਿੰਚ ਰੇਟਿੰਗ ਦੇ ਅਨੁਸਾਰ ਵਿੱਤੀ ਸਾਲ 2022-23 ਵਿੱਚ ਭਾਰਤ ਦੀ ਅਨੁਮਾਨਿਤ GDP ਵਿਕਾਸ ਦਰ ਕੀ ਹੈ? 8.5%। IQ 에ਅਰ ਦੀ 2021 ਵਰਲਡ 에ਅਰ ਕੁਆਲਿਟੀ ਰਿਪੋਰਟ ਵਿੱਚ ਕਿਸ ਸ਼ਹਿਰ ਨੂੰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਰਾਜਧਾਨੀ ਵਜੋਂ ਚੁਣਿਆ ਗਿਆ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਨਵੀਂ ਦਿੱਲੀ। ਜੇ ਸਭ ਤੋਂ ਪ੍ਰਦੂਸ਼ਿਤ ਦੇਸ਼ ਪੁੱਛਿਆ ਜਾਵੇ ਤਾਂ ਉਸ ਦਾ ਰਾਈਟ ਆਨਸਰ ਬੰਗਲਾਦੇਸ਼ ਹੋਵੇਗਾ ਜੀ। 2022 ਵਿੱਚ ਕਿੰਨੀਆਂ ਔਰਤਾਂ ਨੂੰ ਵੂਮੈਨ ਟਰਾਂਸਫਾਰਮਿੰਗ ਇੰਡੀਅਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ? ਤਾਂ 75 ਔਰਤਾਂ ਨੂੰ 2022 ਵਿੱਚ ਵੂਮੈਨ ਟਰਾਂਸਫਾਰਮਿੰਗ ਇੰਡੀਆ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਭਾਰਤੀ ਫੌਜ ਅਤੇ ਉਜ਼ਬੇਕਿਸਤਾਨ ਵਿਚਕਾਰ ਸੰਯੁਕਤ ਫੌਜੀ ਅਭਿਆਸ ਹੋਇਆ ਹੈ ਜੋ ਕਿ ਮਾਰਚ 2022 ਜੰਗੀ ਆਰਕ ਕਿੱਥੇ ਹੋਇਆ ਹੈ? ਇਹ ਤਾਂ ਇਹ ਹੋਇਆ ਜੀ ਸਾਬਕਾ ਡਸਟ ਲੇਕ ਦੇ ਵਿੱਚ। ਠੀਕ ਹੈ। ਨਾਈਟ ਫਰੈਂਕ ਦੇ ਅਨੁਸਾਰ ਗਲੋਬਲ ਹਾਊਸ ਪ੍ਰਾਈਜ਼ ਇੰਡੈਕਸ Q4 2021 ਵਿੱਚ ਭਾਰਤ ਦਾ ਦਰਜਾ ਕਿੰਨਾ ਹੈ? 51। ਸੰਸਾਰ ਭਰ ਵਿੱਚ ਸਾਲ ਦਾ ਕਿਹੜਾ ਦਿਨ ਵਿਸ਼ਵ ਮੌਸਮ ਵਿਗਿਆਨ ਦਿਵਸ ਵਜੋਂ ਮਨਾਇਆ ਜਾਂਦਾ ਹੈ? ਤਾਂ 23 ਮਾਰਚ ਨੂੰ ਵਿਸ਼ਵ ਮੌਸਮ ਵਿਗਿਆਨ ਦਿਵਸ ਵਜੋਂ ਮਨਾਇਆ ਜਾਂਦਾ ਹੈ। 23 ਮਾਰਚ ਨੂੰ ਕਿਹੜੇ ਭਾਰਤੀ ਆਜ਼ਾਦੀ ਘੁਲਾਟੀਏ ਦੀ ਬਰਸੀ ਮਨਾਉਣ ਲਈ ਸ਼ਹੀਦ ਦਿਵਸ ਵਜੋਂ ਮਨਾਇਆ ਜਾਂਦਾ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਸ਼ਹੀਦ ਭਗਤ ਸਿੰਘ, ਸੁਖਦੇਵ ਸਿੰਘ, ਸ਼ਿਵਰਾਮ ਰਾਜਗੁਰੂ। ਇਹਨਾਂ ਦੀ ਬਰਸੀ ਦੇ ਮੌਕੇ 'ਤੇ 23 ਮਾਰਚ ਨੂੰ ਸ਼ਹੀਦ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ 30 ਜਨਵਰੀ ਨੂੰ ਵੀ ਸ਼ਹੀਦ ਦਿਵਸ ਵਜੋਂ ਮਨਾਇਆ ਜਾਂਦਾ ਹੈ। ਮਰਹੂਮ ਸੋਮਲੇ ਬੁਬਏ ਮਾਈਗਾ ਕਿਸ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹਨ? ਮਾਲੀ। ਵਿਸ਼ਵ ਮੌਸਮ ਵਿਗਿਆਨ ਦਿਵਸ ਕਦੋਂ ਮਨਾਇਆ ਜਾਂਦਾ ਹੈ ਤੇ ਇਸ ਸਾਲ ਦਾ ਵਿਸ਼ਾ ਕੀ ਹੈ? ਤਾਂ ਵਿਸ਼ਵ ਮੌਸਮ ਵਿਗਿਆਨ ਦਿਵਸ ਦਾ ਇਸ ਸਾਲ ਦਾ ਵਿਸ਼ਾ ਹੈ ਅਰਲੀ ਚੇਤਾਵਨੀ ਅਤੇ ਅਰਲੀ ਐਕਸ਼ਨ। ਪੂਰੀ ਤਰ੍ਹਾਂ ਪੇਪਰ ਰਹਿਤ ਬਣਨ ਲਈ ਰਾਸ਼ਟਰੀ ਵਿਧਾਨ ਐਪਲੀਕੇਸ਼ਨ ਪ੍ਰੋਗਰਾਮ ਨੂੰ ਲਾਗੂ ਕਰਨ ਵਾਲਾ ਪਹਿਲਾ ਰਾਜ ਕਿਹੜਾ ਬਣਿਆ ਹੈ? ਤਾਂ ਨਾਗਾਲੈਂਡ ਇਸ ਦਾ ਰਾਈਟ ਆਨਸਰ ਹੋਵੇਗਾ ਜੀ। ਕਿਸ ਰਾਜ ਦੇ ਹੱਥਾਂ ਵਿੱਚ ਬਣੇ ਨਰਸਿੰਘਪੇਟਾਈ ਨਾਗਸਵਰਮ ਨੂੰ 15ਵੀਂ ਜਮਾਤ ਦੇ ਸੰਗੀਤ ਯੰਤਰਾਂ ਦੀ ਸ਼੍ਰੇਣੀ ਦੇ ਤਹਿਤ ਭੂਗੋਲਿਕ ਪਛਾਣ ਦਾ ਟੈਗ ਮਿਲਿਆ ਹੈ? ਤਾਂ ਇਸ ਦਾ ਰਾਈਟ ਆਨਸਰ ਤਾਮਿਲਨਾਡੂ ਹੈ ਜੀ। ਹਾਲ ਹੀ ਵਿੱਚ ਕਿਸ ਦੇਸ਼ ਦੇ ਸਾਬਕਾ ਰਾਸ਼ਟਰਪਤੀ ਸ਼ਹਾਬੂਦੀਨ ਅਹਿਮਦ ਦਾ ਦੇਹਾਂਤ ਹੋਇਆ ਹੈ? ਤਾਂ ਇਸ ਦਾ ਰਾਈਟ ਆਨਸਰ ਬੰਗਲਾਦੇਸ਼ ਹੈ ਜੀ। ਧਰਤੀ ਦਾ ਸਭ ਤੋਂ ਗਰਮ ਸਥਾਨ ਕਿਹੜਾ ਬਣ ਗਿਆ ਹੈ ਜਿਸ ਦਾ ਪਿਛਲੀਆਂ ਗਰਮੀਆਂ ਵਿੱਚ ਤਾਪਮਾਨ 53.2 ਡਿਗਰੀ ਤੱਕ ਪਹੁੰਚ ਗਿਆ ਸੀ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਕੁਵੈਤ। ਨਾਈਟ ਫਰੈਂਕ ਦੇ ਅਨੁਸਾਰ ਗਲੋਬਲ ਹਾਊਸ ਪ੍ਰਾਈਜ਼ ਇੰਡੈਕਸ Q4 2021 ਵਿੱਚ ਕਿਹੜਾ ਦੇਸ਼ ਸਭ ਤੋਂ ਉੱਪਰ ਹੈ? ਤਾਂ ਇਸ ਦਾ ਰਾਈਟ ਆਨਸਰ ਤੁਰਕੀ ਹੈ ਜੀ। IQ 에ਅਰ ਦੀ 2021 ਵਰਲਡ 에ਅਰ ਕੁਆਲਿਟੀ ਰਿਪੋਰਟ ਦੇ ਅਨੁਸਾਰ ਕਿਸ ਦੇਸ਼ ਨੂੰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਦੇਸ਼ ਮੰਨਿਆ ਗਿਆ ਹੈ? ਤਾਂ ਬੰਗਲਾਦੇਸ਼ ਇਸ ਦਾ ਰਾਈਟ ਆਨਸਰ ਹੋਵੇਗਾ। ਤੇ ਰਾਜਧਾਨੀ ਪੁੱਛੀ ਜਾਵੇ ਤਾਂ ਦਿੱਲੀ ਉਸ ਦਾ ਰਾਈਟ ਆਨਸਰ ਹੋਵੇਗਾ ਜੀ। ਹਾਲ ਹੀ ਵਿੱਚ ਟੈਨਿਸ ਖਿਡਾਰਨ ਐਸ਼ਲੇ ਬਾਰਟੀ 25 ਸਾਲ ਦੀ ਉਮਰ ਵਿੱਚ ਟੈਨਿਸ ਤੋਂ ਸੰਨਿਆਸ ਲਿਆ ਦੀ ਘੋਸ਼ਣਾ ਕੀਤੀ ਹੈ। ਤਾਂ ਇਹ ਕਿਸ ਦੇਸ਼ ਲਈ ਟੈਨਿਸ ਖੇਡਦੇ ਸਨ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਆਸਟ੍ਰੇਲੀਆ। ਆਰਥਿਕ ਸਹਿਯੋਗ ਅਤੇ ਵਿਕਾਸ ਸੰਗਠਨ OECD ਦੇ ਅਨੁਸਾਰ 2022-23 ਵਿੱਚ ਭਾਰਤ ਦੀ GDP ਵਿਕਾਸ ਦਰ ਦਾ ਕੀ ਅਨੁਮਾਨ ਹੈ? 8.1%। ਅਨਫੀਲਡ ਬੈਰਲ ਇੰਡੀਅਨ ਆਇਲ ਸਟੋਰੀ ਕਿਤਾਬ ਦਾ ਲੇਖਕ ਕੌਣ ਹੈ? ਰਿਚਾ ਮਿਸ਼ਰਾ। ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਕੌਣ ਬਣੇ ਹਨ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਪੁਸ਼ਕਰ ਸਿੰਘ ਧੰਮੀ ਉੱਤਰਾਖੰਡ ਦੇ ਨਵੇਂ ਮੁੱਖ ਮੰਤਰੀ ਬਣੇ ਹਨ। ਘੋਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਪੀੜਤਾਂ ਦੇ ਸਨਮਾਨ ਲਈ ਸੱਚ ਦੇ ਅਧਿਕਾਰ ਲਈ ਅੰਤਰਰਾਸ਼ਟਰੀ ਦਿਵਸ ਕਦੋਂ ਮਨਾਇਆ ਜਾਂਦਾ ਹੈ? 24 ਮਾਰਚ ਨੂੰ। ਵਿਸ਼ਵ ਤਪੈਦਿਕ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ? 24 ਮਾਰਚ ਨੂੰ ਵਿਸ਼ਵ ਤਪੈਦਿਕ ਦਿਵਸ ਮਨਾਇਆ ਜਾਂਦਾ ਹੈ ਹਰ ਸਾਲ ਨੂੰ। ਵਿਸ਼ਵ ਤਪੈਦਿਕ ਦਿਵਸ 2022 ਦਾ ਵਿਸ਼ਾ ਕੀ ਹੈ? ਟੀਵੀ ਨੂੰ ਖਤਮ ਕਰਨ ਲਈ ਨਿਵੇਸ਼ ਕਰੋ, ਜਾਨ ਬਚਾਓ। ਭਾਰਤ ਦਾ ਕਿਹੜਾ ਰਾਜ ਬਿਹਤਰ ਮਿੱਟੀ ਦੀ ਸਿਹਤ ਲਈ ਕਾਰਬਨ ਨਿਰਪੱਖ ਖੇਤੀ ਸ਼ੁਰੂ ਕਰਨ ਵਾਲਾ ਪਹਿਲਾ ਰਾਜ ਬਣ ਚੁੱਕਿਆ ਹੈ? ਕੇਰਲਾ। ਭਾਰਤੀ ਰਿਜ਼ਰਵ ਬੈਂਕ ਨੇ ਡੈਸ਼ ਉੱਤਰ ਪ੍ਰਦੇਸ਼ ਸਥਿਤ ਪੀਪਲਜ਼ ਕੋਆਪਰੇਟਿਵ ਬੈਂਕ ਲਿਮਟਿਡ ਦਾ ਲਾਇਸੈਂਸ ਰੱਦ ਕੀਤਾ ਹੈ? ਤਾਂ ਕਾਨਪੁਰ ਇਸ ਦਾ ਰਾਈਟ ਆਨਸਰ ਹੈ ਜੀ। ਪਦਮ ਭੂਸ਼ਣ ਪੁਰਸਕਾਰ ਪ੍ਰਾਪਤ ਕਰਨ ਵਾਲਾ ਪਹਿਲਾ ਪੈਰਾ ਐਥਲੀਟ ਕੌਣ ਬਣਿਆ ਹੈ? ਤਾਂ ਦੇਵੇਂਦਰ ਝਾਂਝਰੀਆ ਪਹਿਲੇ ਪੈਰਾ ਐਥਲੀਟ ਬਣੇ ਹਨ ਜਿਨ੍ਹਾਂ ਨੂੰ ਪਦਮ ਪੁਰਸਕਾਰ ਮਿਲਿਆ ਹੈ।
शहरी हवाबाजी मंत्रालय ਅਤੇ FICCI ਨੇ ਸਾਂਝੇ ਤੌਰ ਤੇ ਡੈਸ਼ ਵਿੱਚ ਵਿੰਗਸ ਇੰਡੀਆ 2022 ਸਿਰਲੇਖ ਵਾਲੇ ਸ਼ਹਿਰੀ ਹਵਾਬਾਜੀ ਤੇ ਏਸ਼ੀਆ ਦਾ ਸਭ ਤੋਂ ਵੱਡਾ ਸਮਾਗਮ ਆਯੋਜਿਤ ਕੀਤਾ ਹੈ। ਤਾਂ ਇਸ ਦਾ ਰਾਈਟ ਆਨਸਰ ਹੈ ਜੀ हैदराबाद। ਕਿਸ ਨੇ ਆਪਣੇ ਗ੍ਰੀਨ ਡਿਪੋਜ਼ਿਟ ਪ੍ਰੋਗਰਾਮ ਦੀ ਸ਼ੁਰੂਆਤ ਦੀ ਘੋਸ਼ਣਾ ਕੀਤੀ ਹੈ, ਜੋ ਕਿ ਸੰਸਥਾ ਨੂੰ ਟਿਕਾਊ ਪ੍ਰੋਜੈਕਟਾਂ ਦੇ ਸਮਰਥਨ ਕਰਨ ਦਾ ਯੋਗ ਬਣਾਉਂਦਾ ਹੈ। ਤਾਂ DVS ਬੈਂਕ ਇਸ ਦਾ ਰਾਈਟ ਆਨਸਰ ਹੈ ਜੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਵਿਪਲਬ ਭਾਰਤੀ ਗੈਲਰੀ ਦਾ ਉਦਘਾਟਨ ਕੀਤਾ ਹੈ। ਇਹ ਕਿੱਥੇ ਸਥਿਤ ਹੈ? ਕੋਲਕਾਤਾ। ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ SKICC ਡੈਸ਼ ਵਿਖੇ ਖਾੜੀ ਦੇਸ਼ਾਂ ਦੇ ਨਿਵੇਸ਼ ਸੰਮੇਲਨ ਨੂੰ ਸੰਬੋਧਨ ਕੀਤਾ ਹੈ। ਤਾਂ ਇਸ ਦਾ ਰਾਈਟ ਆਨਸਰ ਹੈ ਜੀ श्रीनगर। ਵਿੰਗਸ ਇੰਡੀਆ 2022 ਦਾ ਵਿਸ਼ਾ ਕੀ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਭਾਰਤ ਐਟ 75 ਹਵਾਬਾਜੀ ਉਦਯੋਗ ਲਈ ਨਿਊ ਹੋਰਾਈਜ਼ਨਜ਼। ਸਾਲ 2022 ਲਈ ਏਬਲ ਇਨਾਮ ਦਾ ਜੇਤੂ ਦਾ ਨਾਮ ਦੱਸੋ। ਤਾਂ ਡੈਨਿਸ ਪਾਰਨੇਲ ਸੁਲੀਵਾਨ ਰਾਈਟ ਆਨਸਰ ਹੈ ਜੀ। ਨੈਕਸਟ ਕੁਐਸਚਨ ਹੈ ਜੀ ਆਪਣਾ, ਕਿਹੜਾ ਦੇਸ਼ ਬਰਸਾਮਾ ਸ਼ੀਲਡ 2022 ਸਿਖਲਾਈ ਅਭਿਆਸ ਦੀ ਮੇਜ਼ਬਾਨੀ ਕਰੇਗਾ? ਮਲੇਸ਼ੀਆ। ਕਿਸ ਸੰਸਥਾ ਨੇ ਰਾਈਨੋ ਬਾਂਡ ਦੀ ਲੁਪਤ ਹੋ ਰਹੀਆਂ ਨਸਲਾਂ ਨੂੰ ਬਚਾਉਣ ਲਈ ਦੱਖਣੀ ਅਫਰੀਕਾ ਦੇ ਯਤਨਾਂ ਦਾ ਸਮਰਥਨ ਕਰਨ ਲਈ ਵਾਈਲਡ ਲਾਈਫ ਕੰਜ਼ਰਵੇਸ਼ਨ ਬੌਂਡ ਜਾਰੀ ਕੀਤਾ ਹੈ? ਤਾਂ ਵਿਸ਼ਵ ਬੈਂਕ ਇਸ ਦਾ ਰਾਈਟ ਆਨਸਰ ਹੈ ਜੀ। ਮਾਰੀਓ ਮਾਰਸੇਲ, ਜਿਸ ਨੂੰ ਸੈਂਟਰਲ ਬੈਂਕਿੰਗ ਅਵਾਰਡਜ਼ ਵਿੱਚ ਸਾਲ 2022 ਗਵਰਨਰ ਆਫ ਦਾ ਈਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ, ਇਹ ਕਿਸ ਦੇਸ਼ ਦੇ ਕੇਂਦਰੀ ਬੈਂਕ ਦੇ ਗਵਰਨਰ ਹਨ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਚਿਲੀ। ਸਰਕਾਰ ਦੁਆਰਾ ਵਿੱਤੀ ਬੁਨਿਆਦੀ ਢਾਂਚਾ ਅਤੇ ਵਿਕਾਸ ਲਈ ਨੈਸ਼ਨਲ ਬੈਂਕ ਲਈ 2022-23 ਵਿੱਚ ਬੁਨਿਆਦੀ ਢਾਂਚੇ ਦੇ ਖੇਤਰ ਵਿੱਚ ਕਰਜ਼ੇ ਮਨਜ਼ੂਰ ਕਰਨ ਲਈ ਕਿੰਨੀ ਰਕਮ ਦਾ ਟੀਚਾ ਰੱਖਿਆ ਗਿਆ ਹੈ? 1 ਟ੍ਰਿਲੀਅਨ ਰੁਪਏ। ਰਮੇਸ਼ ਚੰਦਰ ਲਾਹੋਟੀ, ਜਿਸ ਦਾ ਹਾਲ ਹੀ ਵਿੱਚ ਦੇਹਾਂਤ ਹੋਇਆ, ਭਾਰਤ ਦੇ ਸਾਬਕਾ ਡੈਸ਼ ਸਨ, ਭਾਰਤ ਦੇ ਸਾਬਕਾ ਚੀਫ ਜਸਟਿਸ ਸਨ ਜੀ ਰਮੇਸ਼ ਚੰਦਰ ਲਾਹੋਟੀ। ਪ੍ਰਲय ਮੰਡਲ ਨੂੰ ਕਿਸ ਬੈਂਕ ਦਾ ਅੰਤਰਿਮ MD ਅਤੇ CEO ਨਿਯੁਕਤ ਕੀਤਾ ਗਿਆ? ਤਾਂ CSB ਬੈਂਕ ਦੇ ਨਵੇਂ MD ਅਤੇ CEO ਬਣੇ ਹਨ ਪ੍ਰਲय ਮੰਡਲ। ਮਾਰੂਤੀ ਸੁਜ਼ੂਕੀ ਦੇ ਨਵੇਂ MD ਅਤੇ CEO ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਹਿਸਾਸ਼ੀ ਟੈਕੈਚੀ ਨੂੰ ਮਾਰੂਤੀ ਸੁਜ਼ੂਕੀ ਦੇ ਨਵੇਂ MD ਅਤੇ CEO ਬਣਾਇਆ ਗਿਆ ਹੈ। ਸੰਯੁਕਤ ਰਾਸ਼ਟਰ ਨੇ ਕਿਸ ਦਿਨ ਨੂੰ ਨਜ਼ਰਬੰਦ ਅਤੇ ਲਾਪਤਾ ਸਟਾਫ ਮੈਂਬਰਾਂ ਨਾਲ ਇਕਜੁੱਟਤਾ ਦਾ ਅੰਤਰਰਾਸ਼ਟਰੀ ਦਿਵਸ ਵਜੋਂ ਮਨਾਇਆ ਹੈ? ਤਾਂ 25 ਮਾਰਚ। ਕੰਪਿਊਟਰ ਵਿਗਿਆਨੀ ਅਤੇ GIF, ਕੋਈ ਜਿਫ ਕਹਿ ਦਿੰਦਾ, ਕੋਈ ਗਿਫ ਕਹਿ ਦਿੰਦਾ, ਦਾ ਨਿਰਮਾਤਾ ਦਾ ਨਾਮ ਦੱਸੋ, ਜਿਸ ਦਾ ਹਾਲ ਹੀ ਵਿੱਚ ਦੇਹਾਂਤ ਹੋਇਆ ਹੈ? ਸਟੀਵਨ ਵੈਲਹਾਈਟ। ਕਿਸ ਦਿਨ ਨੂੰ ਗੁਲਾਮੀ ਅਤੇ ਟ੍ਰਾਂਸਐਟਲਾਂਟਿਕ ਸਲੇਵ ਟ੍ਰੇਡ ਦੀ ਪੀੜਤਾਂ ਦੀ ਯਾਦ ਵਿੱਚ ਅੰਤਰਰਾਸ਼ਟਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ? 25 ਮਾਰਚ। 2022 ਗੁਲਾਮੀ ਦੇ ਪੀੜਤਾਂ ਅਤੇ ਟ੍ਰਾਂਸਐਟਲਾਂਟਿਕ ਸਲੇਵ ਵਪਾਰ ਦੀ ਯਾਦ ਦੇ ਅੰਤਰਰਾਸ਼ਟਰੀ ਦਿਵਸ ਦਾ ਵਿਸ਼ਾ ਦੱਸੋ। ਹਿੰਮਤ ਦੀਆਂ ਕਹਾਣੀਆਂ, ਨਸਲਵਾਦ ਵਿਰੁੱਧ ਗੁਲਾਮੀ ਅਤੇ ਏਕਤਾ ਦਾ ਵਿਰੋਧ। ਭਾਰਤੀ ਸੈਨਾ ਦੇ ਅਗਨੀਬਾਜ਼ ਡਿਵੀਜ਼ਨ ਨੇ ਕਿਸ ਰਾਜ ਯੂਟੀ ਦੀ ਪੁਲਿਸ ਨਾਲ ਇੱਕ ਸੰਯੁਕਤ ਅਭਿਆਸ ਸੁਰੱਖਿਆ ਕਵਚ 2 ਦਾ ਆਯੋਜਨ ਕੀਤਾ ਹੈ? ਮਹਾਰਾਸ਼ਟਰ ਪੁਲਿਸ। ਬੱਚਿਆਂ ਦੀ ਕਿਤਾਬ ਦ ਲਿਟਲ ਬੁੱਕ ਆਫ ਜੋਏ ਕਿਸ ਨੇ ਲਿਖੀ ਹੈ? ਦੇਸਮੰਡ ਟੂਟੂ ਅਤੇ ਦਲਾਈ ਲਾਮਾ। ਸਕਾਟਲੈਂਡ ਵਿੱਚ ਰਾਇਲ ਸੁਸਾਇਟੀ ਆਫ ਐਡਨਬਰਗ ਦੇ ਫੈਲੋ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਕਿਰਨ ਮਜੂਮਦਾਰ ਸ਼ਾਹ ਇਸ ਦਾ ਰਾਈਟ ਆਨਸਰ ਹੈ ਜੀ। ਯੋਗੀ ਆਦਿੱਤਿਆਨਾਥ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਉੱਤਰ ਪ੍ਰਦੇਸ਼ ਦਾ ਮੌਜੂਦਾ ਰਾਜਪਾਲ ਕੌਣ ਹੈ? ਆਨੰਦੀਬੈਨ ਪਟੇਲ ਉੱਤਰ ਪ੍ਰਦੇਸ਼ ਦੇ ਮੌਜੂਦਾ ਰਾਜਪਾਲ ਹਨ, ਗਵਰਨਰ ਹਨ। ਠੀਕ ਹੈ ਜੀ। ਕਿਸ ਰਾਜ ਨੇ ਨਿਰਯਾਤ ਤਿਆਰ ਸੂਚਕ ਅੰਕ EPI 2021 ਵਿੱਚ ਸਭ ਤੋਂ ਉੱਪਰ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਗੁਜਰਾਤ। UNCTAD ਅਨੁਸਾਰ CY 2022 ਵਿੱਚ ਭਾਰਤ ਦੀ GDP ਵਿਕਾਸ ਦਰ ਦਾ ਅਨੁਮਾਨ ਕੀ ਹੈ? 4.6%। ਰਿਜ਼ਰਵ ਬੈਂਕ ਇਨੋਵੇਸ਼ਨ ਹੱਬ ਕਿੱਥੇ ਸਥਿਤ ਹੈ? ਇਸ ਦਾ ਰਾਈਟ ਆਨਸਰ ਬੈਂਗਲੁਰੂ ਹੈ ਜੀ।
ਹਾਲ ਹੀ ਵਿੱਚ ਡੇਟਾ ਅਤੇ ਵਿਸ਼ਲੇਸ਼ਣ ਫਰਮ ਡਨ ਐਂਡ ਬ੍ਰੈਡਸਟਰੀਟ ਦੇ ਅੰਤਰਰਾਸ਼ਟਰੀ ਰਣਨੀਤਿਕ ਸਲਾਹਕਾਰ ਬੋਰਡ ਵਿੱਚ ਕੌਣ ਸ਼ਾਮਲ ਹੋਇਆ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਰਜਨੀਸ਼ ਕੁਮਾਰ। ਰੱਖਿਆ ਮੰਤਰਾਲੇ ਵਿੱਚ ਸਲਾਹਕਾਰ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਲੈਫਟੀਨੈਂਟ ਜਨਰਲ ਵਿਨੋਦ ਖੰਡਾਰੇ। ਓਲਾ ਨੇ ਹਾਲ ਹੀ ਵਿੱਚ ਨਿਊ ਬੈਂਕ ਅਵੇਲ ਫਾਈਨੈਂਸ ਨੂੰ ਹਾਸਲ ਕਰਨ ਲਈ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਓਲਾ ਦਾ CEO ਕੌਣ ਹੈ? ਭਾਵਿਸ਼ ਅਗਰਵਾਲ। ਏਅਰਪੋਰਟ ਅਥਾਰਟੀ ਆਫ ਇੰਡੀਆ ਨੇ ਹਵਾਈ ਆਵਾਜਾਈ ਪ੍ਰਬੰਧਨ ਲਈ ਪ੍ਰਣਾਲੀਆਂ ਦੇ ਸਾਂਝੇ ਸਵੈਦੇਸ਼ੀ ਵਿਕਾਸ ਲਈ ਕਿਸ ਸੰਸਥਾ ਨਾਲ ਸਮਝੌਤਾ ਕੀਤਾ ਹੈ? ਭਾਰਤੀ ਇਲੈਕਟ੍ਰੋਨਿਕਸ ਲਿਮਟਿਡ ਨਾਲ। ਉੱਤਰੀ ਐਟਲਾਂਟਿਕ ਸੰਧੀ ਸੰਗਠਨ ਨੇ ਆਪਣੇ ਸਕੱਤਰ ਜਨਰਲ ਜੇਮਸ ਸਟੋਲਟਨਬਰਗ ਦੇ ਕਾਰਜਕਾਲ ਵਿੱਚ 1 ਸਾਲ ਲਈ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ। ਨਾਟੋ ਦਾ ਮੁੱਖ ਦਫ਼ਤਰ ਕਿੱਥੇ ਹੈ? ਬਰਸਲਸ, ਬੈਲਜੀਅਮ ਦੇ ਵਿੱਚ ਨਾਟੋ ਦਾ ਮੁੱਖ ਦਫ਼ਤਰ ਹੈ ਜੀ। ਕਿਹੜੇ ਕੇਂਦਰੀ ਸ਼ਾਸਿਤ ਪ੍ਰਦੇਸ਼ ਨੇ ਨਿਰਯਾਤ ਤਿਆਰੀ ਸੂਚਾਂਕ ਵਿੱਚ ਸਭ ਤੋਂ ਉੱਪਰ ਹੈ? ਤਾਂ ਦਿੱਲੀ ਇਸ ਦਾ ਰਾਈਟ ਆਨਸਰ ਹੈ ਜੀ। UNEP ਦੁਆਰਾ ਪ੍ਰਕਾਸ਼ਿਤ ਹਾਲ ਹੀ ਵਿੱਚ ਸਾਲਾਨਾ ਫਰੰਟੀਅਰ ਰਿਪੋਰਟ 2022 ਦੇ ਅਨੁਸਾਰ ਕਿਹੜਾ ਸ਼ਹਿਰ ਵਿਸ਼ਵ ਪੱਧਰ 'ਤੇ ਸਭ ਤੋਂ ਵੱਧ ਸ਼ੋਰ ਪ੍ਰਦੂਸ਼ਣ ਵਿੱਚ ਸਿਖਰ 'ਤੇ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਢਾਕਾ। ਵਿਸ਼ਵ ਰੰਗਮੰਚ ਦਿਵਸ ਇਹਨਾਂ ਵਿੱਚੋਂ ਕਿਸ ਦਿਨ ਨੂੰ ਵਿਸ਼ਵ ਪੱਧਰ 'ਤੇ ਮਨਾਇਆ ਜਾਂਦਾ ਹੈ? ਤਾਂ ਵਿਸ਼ਵ ਰੰਗਮੰਚ ਦਿਵਸ 27 ਮਾਰਚ ਨੂੰ ਮਨਾਇਆ ਜਾਂਦਾ ਹੈ ਜੀ। 2022 ਵਿੱਚ ਸਟਾਕਹੋਮ ਵਾਟਰ ਇਨਾਮ ਜੇਤੂ ਦਾ ਨਾਮ ਦੱਸੋ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਵਿਲਫਰਾਈਡ ਬਰੂਟਸਟਾਟ। PV ਸੰਧੂ ਨੇ 2022 ਵਿੱਚ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤਣ ਲਈ ਕਿਸ ਖਿਡਾਰੀ ਨੂੰ ਹਰਾਇਆ ਹੈ? ਬੁਸਾਨਨ ਉਗੰਬਾ ਮੁਰੁਗਾਫਨ। ਵੈਂਡੀਜ਼ ਇੰਡੀਆ 2022 ਵਿੱਚ ਜਨਰਲ ਸ਼੍ਰੇਣੀ ਦੇ ਤਹਿਤ ਹਵਾਈ ਅੱਡੇ ਨੂੰ ਸਰਵੋਤਮ ਹਵਾਈ ਅੱਡਾ ਚੁਣਿਆ ਗਿਆ ਹੈ। ਕੇਂਪਗੌੜਾ ਹਵਾਈ ਅੱਡੇ ਨੂੰ ਸਰਵੋਤਮ ਹਵਾਈ ਅੱਡਾ ਚੁਣਿਆ ਗਿਆ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ INS ਬਲਸੂਰਾ ਨੂੰ ਰਾਸ਼ਟਰਪਤੀ ਦਾ ਰੰਗ ਭੇਟ ਕੀਤਾ ਹੈ। ਇਹ INS ਬਲਸੂਰਾ ਕਿਸ ਸ਼ਹਿਰ ਵਿੱਚ ਸਥਿਤ ਹੈ? ਜਾਮਨਗਰ ਵਿੱਚ। ਕਿਹੜੀ ਟੀਮ ਨੇ ਸੈਫ SAFFU 18 ਫੁੱਟਬਾਲ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਦਾ ਤੀਜਾ ਐਡੀਸ਼ਨ ਜਿੱਤਿਆ? ਤਾਂ ਇਸ ਦਾ ਰਾਈਟ ਆਨਸਰ ਹੈ ਭਾਰਤ। ਉੱਤਰੀ ਪੂਰਬੀ ਭਾਰਤ ਦੇ ਸੱਭਿਆਚਾਰ ਸ਼ਿਲਪਕਾਰੀ ਅਤੇ ਪਕਵਾਨਾਂ ਨੂੰ ਪ੍ਰਦਰਸ਼ਨ ਕਰਨ ਲਈ ਈਸ਼ਾਨ ਮੰਥਨ ਤਿਉਹਾਰ ਕਿਸ ਸ਼ਹਿਰ ਵਿੱਚ ਆਯੋਜਿਤ ਕੀਤਾ ਗਿਆ ਹੈ? ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੰਬੰਧਿਤ ਪ੍ਰੇਰਨਾਦਾਇਕ ਕਹਾਣੀਆਂ ਨੂੰ ਇਕੱਠਾ ਕਰਨ ਲਈ ਸਵੈ ਸੇਵਕ ਦੁਆਰਾ ਸੰਚਾਲਿਤ ਪਹਿਲ ਕਦਮੀਆਂ ਵਜੋਂ ਸ਼ੁਰੂ ਕੀਤੇ ਗਏ ਵੈਬ ਪੋਰਟਲ ਦਾ ਨਾਮ ਦੱਸੋ? ਮੋਦੀ ਕਹਾਣੀ। ਭਾਰਤ ਦੇ ਕਿਹੜੇ ਹਵਾਈ ਅੱਡੇ ਨੂੰ ਵਿੰਗਜ਼ ਇੰਡੀਆ 2022 ਵਿੱਚ ਕੋਵਿਡ ਚੈਂਪੀਅਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ? ਕੋਚੀਨ ਹਵਾਈ ਅੱਡਾ। ਧਰਤੀ ਕਾਂਟਾ ਦਿਵਸ ਹਰ ਸਾਲ ਕਿਸ ਦਿਨ ਮਨਾਇਆ ਜਾਂਦਾ ਹੈ? ਮਾਰਚ ਦੇ ਅਖੀਰਲੇ ਸ਼ਨੀਵਾਰ ਨੂੰ ਹਰ ਸਾਲ ਧਰਤੀ ਕਾਂਟਾ ਦਿਵਸ ਮਨਾਇਆ ਜਾਂਦਾ ਹੈ ਜੀ। ਆਫਸ਼ੋਰ ਸੁਰੱਖਿਆ ਅਭਿਆਸ ਪ੍ਰਸਥਾਨ ਭਾਰਤੀ ਜਲ ਸੈਨਾ ਦੀ ਕਿਸ ਯੂਨਿਟ ਦੁਆਰਾ ਸ਼ੁਰੂ ਕੀਤਾ ਗਿਆ ਹੈ? ਤਾਂ ਪੱਛਮੀ ਜਲ ਸੈਨਾ ਕਮਾਂਡ ਵੱਲੋਂ ਪ੍ਰਸਥਾਨ ਭਾਰਤੀ ਜਲ ਸੈਨਾ ਆਯੋਜਿਤ ਕੀਤਾ ਗਿਆ ਹੈ ਜੀ। ਭਾਰਤ ਸਰਕਾਰ ਦੁਆਰਾ 2022 ਤੋਂ ਸਾਲਾਨਾ ਰਾਸ਼ਟਰੀ ਡਾਲਫਿਨ ਦਿਵਸ ਕਦੋਂ ਮਨਾਇਆ ਜਾਣਾ ਹੈ ਜੀ? ਤਾਂ 5 ਅਕਤੂਬਰ ਨੂੰ ਸਾਲਾਨਾ ਰਾਸ਼ਟਰੀ ਡਾਲਫਿਨ ਦਿਵਸ ਮਨਾਇਆ ਜਾਵੇਗਾ 2022 ਤੋਂ। 2022 ਵਿੱਚ ਧਰਤੀ ਕਾਂਟਾ ਦਿਵਸ ਦਾ ਥੀਮ ਕੀ ਸੀ? ਸਾਡਾ ਭਵਿੱਖ ਬਣਾਓ। ਦਿੱਲੀ ਦੇ ਲਾਲ ਕਿਲੇ ਤੇ 10 ਰੋਜ਼ਾ ਲਾਲ ਕਿਲਾ ਉਤਸਵ ਭਾਰਤੀ ਭਾਗਿਆ ਵਿਧਾਤਾ ਦਾ ਉਦਘਾਟਨ ਕਿਸਨੇ ਕੀਤਾ ਹੈ? ਸ਼੍ਰੀਮਤੀ ਇਰਾਨੀ। RBI ਗਵਰਨਰ ਸ਼ਕਤੀਕਾਂਤ ਦਾਸ ਨੇ ਹਾਲ ਹੀ ਵਿੱਚ ਇੱਕ ਮੈਨੂਫੈਕਚਰਿੰਗ ਯੂਨਿਟ ਵਰਨਿਕਾ ਨੂੰ ਕਿਸ ਸਥਾਨ 'ਤੇ ਸਮਰਪਿਤ ਕੀਤਾ ਹੈ? ਮੈਸੂਰ। ਕਿਸ ਖਿਡਾਰੀ ਨੇ ਫਾਰਮੂਲਾ 1 2022 ਸਾਊਦੀ ਅਰਬੀਆ ਗ੍ਰਾਂ ਪ੍ਰੀ ਜਿੱਤਿਆ ਹੈ? ਮੈਕਸ ਵਰਸਟੇਪਨ ਇਸ ਦਾ ਰਾਈਟ ਆਨਸਰ ਹੈ ਜੀ। ਪ੍ਰਮੋਦ ਸਾਵੰਤ ਨੇ 2022 ਦੀਆਂ ਰਾਜ ਵਿਧਾਨ ਸਭਾ ਚੋਣਾਂ ਲਈ 20 ਸੀਟਾਂ ਜਿੱਤਣ ਤੋਂ ਬਾਅਦ ਦੂਜੀ ਵਾਰ ਗੋਆ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। 2022 ਵਿਧਾਨ ਸਭਾ ਚੋਣਾਂ ਲਈ ਕੁੱਲ ਸੀਟਾਂ ਦੀ ਗਿਣਤੀ ਕਿੰਨੀ ਸੀ? 40।
BNMPL ਦੇ ਲਰਨਿੰਗ ਐਂਡ ਡਿਵੈਲਪਿੰਗ ਸੈਂਟਰ ਦੀ ਸਥਾਪਨਾ ਦਾ ਨੀਂਹ ਪੱਥਰ ਕਿਸ ਨੇ ਰੱਖਿਆ ਹੈ? ਮੈਸੂਰ। ਕਿਸ ਸਥਾਨ ਤੇ ਰੱਖਿਆ ਗਿਆ? ਮੈਸੂਰ ਦੇ ਵਿੱਚ। ਮੀਡੀਅਮ ਰੇਂਜ ਸਰਫੇਸ ਟੂ ਏਅਰ ਮਿਜ਼ਾਈਲ ਦਾ ਭਾਰਤੀ ਫੌਜ ਸੰਸਕਰਣ DRDO ਦੁਆਰਾ ਕਿਸ ਦੇਸ਼ ਨਾਲ ਸਾਂਝੇਦਾਰੀ ਵਿੱਚ ਵਿਕਸਿਤ ਕੀਤਾ ਗਿਆ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਇਜ਼ਰਾਈਲ। ਕਿਹੜੀ ਫਿਲਮ ਨੇ 94 ਅਕੈਡਮੀ ਅਵਾਰਡ ਵਿੱਚ ਸਰਵੋਤਮ ਫਿਲਮ ਦਾ ਅਵਾਰਡ ਜਿੱਤਿਆ ਹੈ? ਕੋਡਾ। ਇਸ ਦਾ ਰਾਈਟ ਆਨਸਰ ਹੈ ਜੀ। ਭਾਰਤ ਦਾ ਕਿਸ ਸ਼ਹਿਰ ਵਿੱਚ ਰਹਿੰਦ ਖੂੰਹਦ ਦੇ ਸਟੀਲ ਤੋਂ ਬਣੀ ਪਹਿਲੀ ਸੜਕ ਪ੍ਰੋਜੈਕਟ ਸਾਹਮਣੇ ਆਇਆ ਹੈ? ਸੂਰਤ। ਟਾਈਮ 100 ਇੰਪੈਕਟ ਅਵਾਰਡਸ 2022 ਵਿੱਚ ਕਿਸ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ? ਦੀਪਿਕਾ ਪਾਦੂਕੋਣ। ਰਾਬਰਟ ਅਵੇਲਾ ਨੂੰ ਹਾਲ ਹੀ ਵਿੱਚ ਕਿਸ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਚੁਣਿਆ ਗਿਆ ਹੈ? ਮਾਲਟਾ। ਵਾਲਕਾਟਨ 2022 ਅਮਰੀਕੀ ਫੌਜ ਦੀ ਕਿਸ ਦੇਸ਼ ਨਾਲ ਮਿਲਟਰੀ ਡਰਿਲ ਹੈ? ਫਿਲੀਪੀਨਜ਼। ਕਿਸ ਦੇਸ਼ ਨੇ ਗਲਬਰਟ ਹੋਗਬੋ ਨੂੰ ਅੰਤਰਰਾਸ਼ਟਰੀ ਲੇਬਰ ਆਰਗੇਨਾਈਜੇਸ਼ਨ ਦਾ ਅਗਲਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ? ਟੈਗੋ। ਬ੍ਰੈਡਕਾਸਟ ਆਡੀਅੰਸ ਰਿਸਰਚ ਕੌਂਸਲ ਇੰਡੀਆ ਦੇ ਨਵੇਂ ਚੇਅਰਮੈਨ ਕੌਣ ਬਣੇ ਹਨ? ਸ਼ਸ਼ੀ ਸਿਨਹਾ। ਕਿਸ ਅਭਿਨੇਤਾ ਨੇ 94 ਆਸਕਰ ਅਵਾਰਡ 2022 ਵਿੱਚ ਇੱਕ ਪ੍ਰਮੁੱਖ ਭੂਮਿਕਾ ਲਈ ਸਰਵੋਤਮ ਅਵਾਰਡ ਜਿੱਤਿਆ ਹੈ? ਵਿਲ ਸਮਿਥ। ਕਿਸ ਅਭਿਨੇਤਰੀ ਨੇ 94 ਆਸਕਰ ਅਵਾਰਡ 2022 ਵਿੱਚ ਇੱਕ ਪ੍ਰਮੁੱਖ ਭੂਮਿਕਾ ਲਈ ਸਰਵੋਤਮ ਅਭਿਨੇਤਰੀ ਦਾ ਅਵਾਰਡ ਜਿੱਤਿਆ ਹੈ? ਜੈਸਿਕਾ ਚੈਸਟਨ ਨੂੰ ਬੈਸਟ ਅਭਿਨੇਤਰੀ ਦਾ ਅਵਾਰਡ ਮਿਲਿਆ ਹੈ। ਵਿਲ ਸਮਿਥ ਨੂੰ ਬੈਸਟ ਅਭਿਨੇਤਾ ਦਾ ਅਵਾਰਡ ਮਿਲਿਆ ਹੈ ਜੀ। ਮਲਟੀਪਲੈਕਸ ਕੰਪਨੀ ਇਨੋਕਸ ਲਾਈਜ਼ਰ ਲਿਮਟਿਡ ਅਤੇ PVR ਲਿਮਟਿਡ ਨੇ ਆਪਣੀਆਂ ਦੋ ਕੰਪਨੀਆਂ ਦੇ ਰਲੇਵੇਂ ਦਾ ਐਲਾਨ ਕੀਤਾ ਹੈ। ਰਲੇਵੇਂ ਵਿੱਚ ਇਕਾਈ PVR ਇਨੋਕਸ ਲਿਮਟਿਡ ਦੇ MD ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹੈ? ਅਜੇ ਬਿਜਲੀ। ICRA ਦੀ ਤਾਜ਼ਾ ਰਿਪੋਰਟ ਦੇ ਅਨੁਸਾਰ 2022-23 ਵਿੱਤੀ ਸਾਲ ਵਿੱਚ ਭਾਰਤ ਦੀ ਅਨੁਮਾਨਿਤ GDP ਵਿਕਾਸ ਦਰ ਕੀ ਹੈ? 7.2%। ਭਾਰਤ ਸਰਕਾਰ ਦੁਆਰਾ ਸਾਬਕਾ ਪ੍ਰਧਾਨ ਮੰਤਰੀ ਦੇ ਜੀਵਨ ਸਮੇਂ ਅਤੇ ਯੋਗਦਾਨ ਨੂੰ ਪ੍ਰਦਰਸ਼ਿਤ ਕਰਨ ਲਈ ਅਜਾਇਬ ਘਰ ਸਥਾਪਿਤ ਕਰ ਰਿਹਾ ਹੈ। ਭਾਰਤ ਵਿੱਚ ਅੱਜ ਤੱਕ ਕਿੰਨੇ ਪ੍ਰਧਾਨ ਮੰਤਰੀ ਹੋਏ ਹਨ? 14। ਉਦੇ ਕੋਟਕ ਨੇ ਹਾਲ ਹੀ ਵਿੱਚ ਕਿਸ ਕੰਪਨੀ ਦੇ ਬੋਰਡ ਦੇ ਚੇਅਰਮੈਨ ਵਜੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ? ਬੁਨਿਆਦੀ ਢਾਂਚਾ, ਲੀਜ਼ਿੰਗ ਅਤੇ ਵਿੱਤੀ ਸੇਵਾਵਾਂ। ਸਵੈ ਨਿਰਮਿਤ ਅਰਬਪਤੀ 2022 ਦੀ ਸੂਚੀ ਦੇ ਤਹਿਤ ਸੰਯੁਕਤ ਰਾਜ ਅਮਰੀਕਾ 40 ਸਾਲ ਅਤੇ ਇਸ ਤੋਂ ਘੱਟ ਉਮਰ ਦੇ 37 ਸਵੈ ਨਿਰਮਿਤ ਅਰਬਪਤੀਆਂ ਦੇ ਨਾਲ ਦੁਨੀਆ ਵਿੱਚ ਸਭ ਤੋਂ ਅੱਗੇ ਹੈ। ਇਸ ਸੂਚੀ ਵਿੱਚ ਭਾਰਤ ਦਾ ਸਥਾਨ ਨੰਬਰ 4 ਹੈ ਜੀ। ਭਾਰਤ ਦੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਹਾਲ ਹੀ ਵਿੱਚ ਕਿਸ ਸ਼ਹਿਰ ਵਿੱਚ ਇੱਕ ਭਾਰਤੀ ਗਹਿਣਾ ਪ੍ਰਦਰਸ਼ਨੀ ਕੇਂਦਰ IJEX ਇਮਾਰਤ ਦਾ ਉਦਘਾਟਨ ਕੀਤਾ ਹੈ? ਤਾਂ ਦੁਬਈ ਦੇ ਵਿੱਚ IJEX ਇਮਾਰਤ ਦਾ ਉਦਘਾਟਨ ਕੀਤਾ ਹੈ ਪਿਊਸ਼ ਗੋਇਲ ਨੇ। 2022 ਤੋਂ 2026 ਤੱਕ 4 ਸਾਲਾਂ ਲਈ ਭਾਰਤੀ ਬੈਡਮਿੰਟਨ ਐਸੋਸੀਏਸ਼ਨ BAI ਦਾ ਪ੍ਰਧਾਨ ਕਿਸ ਨੂੰ ਨਿਯੁਕਤ ਕੀਤਾ ਗਿਆ? ਹਿੰਮਤ ਬਿਸਵਾ ਨੂੰ। ਤੀਜੇ ਨੈਸ਼ਨਲ ਵਾਟਰ ਅਵਾਰਡ ਵਿੱਚ ਕਿਹੜਾ ਰਾਜ ਸਰਵੋਤਮ ਰਾਜ ਸ਼੍ਰੇਣੀ ਵਿੱਚ ਸਭ ਤੋਂ ਉੱਪਰ ਹੈ? ਉੱਤਰ ਪ੍ਰਦੇਸ਼। ਭਾਰਤੀ ਰਿਜ਼ਰਵ ਬੈਂਕ ਨੇ ਭੁਗਤਾਨ ਸਿਸਟਮ ਟੱਚ ਪੁਆਇੰਟ ਸਵੀਕ੍ਰਿਤੀ ਬੁਨਿਆਦੀ ਢਾਂਚਾ ਦੇ ਜੀਓ ਟੈਗਿੰਗ ਲਈ ਇੱਕ ਢਾਂਚਾ ਜਾਰੀ ਕੀਤਾ ਹੈ। ਕਿਹੜੀ RBI ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ? ਨੈਸ਼ਨਲ ਹਾਊਸਿੰਗ ਬੈਂਕ। ਉਪ ਰਾਸ਼ਟਰਪਤੀ M ਵੈਂਕਈਆ ਨਾਇਡੂ ਦੁਆਰਾ ਜਾਰੀ ਕੀਤੀ ਗਈ ਸਪੂਰਤੀ ਪ੍ਰਦਾਤਾ श्री सौम्य नाम का किताब का लेखक कौन है? K श्याम प्रसाद। डॉक्टर रेणु सिंह ਨੂੰ ਜੰਗਲਾਤ ਖੋਜ ਸੰਸਥਾ FRI ਦਾ ਅਗਲਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਜੰਗਲਾਤ ਖੋਜ ਸੰਸਥਾਨ ਕਿੱਥੇ ਹੈ? ਦੇਹਰਾਦੂਨ ਦੇ ਵਿੱਚ। ਕਿਸ ਟਰਾਂਸਪੋਰਟ ਬਹਿਮਤ ਨੇ ਭਾਰਤੀ ਮੂਲ ਦੇ ਰਾਜਾ ਸੁਬਰਮਨੀਅਮ ਨੂੰ ਆਪਣਾ ਮੁਖੀ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ? FedEx। ਕਿਸ ਰੱਖਿਆ ਬਲ ਨੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਨਾਲ ਇੱਕ ਨਵੀਂ ਪਹਿਲ ਕਦਮੀ ਦਾ ਉਦਘਾਟਨ ਕੀਤਾ ਹੈ, ਜਿਸ ਦੇ ਤਹਿਤ ਇਸ ਦੇ ਕਾਫਲੇ ਰਾਜ ਦੁਆਰਾ ਸੰਚਾਲਿਤ ਊਰਜਾ ਪ੍ਰਮੁੱਖ ਦੇ ਇੰਧਨ ਸਟੇਸ਼ਨਾਂ 'ਤੇ ਇੰਧਨ ਭਰਨਗੇ? ਭਾਰਤੀ ਹਵਾਈ ਸੈਨਾ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦੁਆਰਾ ਸਾਲ 2022 ਵਿੱਚ ਕਿੰਨੇ ਰਾਸ਼ਟਰਪਤੀ
ਜਲ ਪੁਰਸਕਾਰ ਪੇਸ਼ ਕੀਤੇ ਗਏ ਹਨ 57। 2022 ਦੀ ਹੁਰਨ ਰਿਪੋਰਟ ਅਨੁਸਾਰ 40 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਦੁਨੀਆ ਦੇ ਸਭ ਤੋਂ ਅਮੀਰ ਸਵੈ ਨਿਰਮਿਤ ਅਰਬਪਤੀਆਂ ਵਿੱਚ ਕਿਸ ਨੂੰ ਦਰਸਾਇਆ ਗਿਆ ਹੈ? ਮਾਰਕ ਜ਼ੁਕਰਬਰਗ ਨੂੰ, ਜੋ ਕਿ ਫੇਸਬੁੱਕ ਦੇ ਨਿਰਮਾਤਾ ਹਨ। ਕਿਸ ਦੇਸ਼ ਨੇ 36 ਸਾਲ ਵਿੱਚ ਪਹਿਲੀ ਵਾਰ ਕਤਰ 2022 ਫੁੱਟਬਾਲ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਕੈਨੇਡਾ। ਰੈਂਟਿੰਗ ਏਜੰਸੀ ਇੰਡਰਾ ਨੇ ਵਿੱਤੀ ਸਾਲ 23 ਵਿੱਚ ਭਾਰਤ ਦੀ GDP ਦਾ ਆਰਥਿਕ ਵਿਕਾਸ ਪੂਰਵ ਅਨੁਮਾਨ ਦਰ ਘਟਾ ਕੇ ਕਿੰਨੇ ਪ੍ਰਤੀਸ਼ਤ ਕਰ ਦਿੱਤਾ ਹੈ? 7.2। ਪ੍ਰਧਾਨ ਮੰਤਰੀ ਮੋਦੀ ਨੇ 5ਵੇਂ ਬਿਸਮੈਟਿਕ ਸੰਮੇਲਨ ਵਿੱਚ ਭਾਗ ਲਿਆ ਹੈ। ਇਸ ਸਿਖਰ ਸੰਮੇਲਨ ਵਿੱਚ ਬਿਸਮੈਟਿਕ ਦੀ ਪ੍ਰਧਾਨਗੀ ਕੌਣ ਕਰੇਗਾ? ਸ੍ਰੀਲੰਕਾ। ਕਿਸ ਦੇਸ਼ ਨੂੰ ਪੂਰੀ ਦੁਨੀਆ ਵਿੱਚ ਇੰਟਰਨੈਸ਼ਨਲ ਟਰਾਂਸਜੈਂਡਰ ਡੇ ਆਫ ਵਿਜ਼ੀਬਿਲਟੀ ਵਜੋਂ ਮਨਾਇਆ ਜਾਏਗਾ? 31 ਮਾਰਚ ਨੂੰ। ਇੰਡੀਅਨ ਓਸ਼ੀਅਨ ਨੇਵਲ ਸਿੰਪੋਜ਼ੀਅਮ ਮੈਰੀਟਾਈਮ ਐਕਸਰਸਾਈਜ਼ 2022 ਦਾ ਪਹਿਲਾ ਐਡੀਸ਼ਨ ਕਿਸ ਰਾਜ ਵਿੱਚ ਹੋਵੇਗਾ? ਗੋਆ। ਮੈਗੂਅਲ ਵੈਨ ਡੈਮੋ, ਜਿਸ ਦਾ ਦੇਹਾਂਤ ਹੋ ਗਿਆ ਹੈ, ਬੈਲਜੀਅਮ ਦੀ ਇੱਕ ਖੇਡ ਵਿਅਕਤੀ ਸਨ। ਕਿਸ ਦੇਸ਼ ਨਾਲ ਸੰਬੰਧਿਤ ਸਨ? ਫੁੱਟਬਾਲ। ਨੈਕਸਟ ਕੁਐਸਚਨ ਹੈ ਜੀ ਆਪਣਾ, ਯੂਕਰੇਨ ਵਿੱਚ ਵੱਧ ਰਹੇ ਸੰਕਟ ਦੇ ਵਿਚਕਾਰ ਭਾਰਤ ਨੇ 2022 ਵਿੱਚ ਇਹਨਾਂ ਵਿੱਚੋਂ ਕਿਸ ਬਹੁਪੱਖੀ ਅਭਿਆਸ ਤੋਂ ਬਾਹਰ ਹੋ ਗਿਆ ਹੈ? ਕੋਬਰਾ ਵਾਰੀਅਰਸ। ਅੰਤਰਰਾਸ਼ਟਰੀ ਡਰੱਗ ਚੈਕਿੰਗ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ? 31 ਮਾਰਚ ਨੂੰ। ਯੂਨੈਸਕੋ ਦੀ ਵਿਸ਼ਵ ਵਿਰਾਸਤ ਸੰਸਥਾਨਾਂ ਦੀ ਅਸਥਾਈ ਸੂਚੀ ਵਿੱਚ ਕਿਸ ਰਾਜ ਦੇ ਜਿੰਗਕਿੰਗ ਜਰੀ ਜਾਂ ਲਿਵਿੰਗ ਰੂਟ ਬ੍ਰਿਜ ਨੂੰ ਸ਼ਾਮਿਲ ਕੀਤਾ ਗਿਆ ਹੈ? ਮੇਘਾਲਿਆ। ਡਿਜੀਟਲ ਐਕਸਲਰੇਸ਼ਨ 2.0 ਸਿਰਲੇਖ ਵਾਲੀ 7ਵੀਂ ਡਫ ਐਂਡ ਫਲੈਪਸ ਦੀ 2021 ਸੈਲੀਬ੍ਰਿਟੀ ਬ੍ਰਾਂਡ ਵੈਲੂਏਸ਼ਨ ਰਿਪੋਰਟ ਵਿੱਚ ਹੇਠਾਂ ਦਿੱਤਿਆਂ ਵਿੱਚੋਂ ਕਿਸ ਸੈਲੀਬ੍ਰਿਟੀ ਦੀ ਕੀਮਤ ਸਭ ਤੋਂ ਵੱਧ ਹੈ ਜੀ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਵਿਰਾਟ ਕੋਹਲੀ। ਇਹਨਾਂ ਵਿੱਚੋਂ ਕਿਸ ਨੇ BBC ਇੰਡੀਅਨ ਸਪੋਰਟਸ ਵੂਮੈਨ ਆਫ ਦਾ ਈਅਰ ਅਵਾਰਡ 2021 ਜਿੱਤਿਆ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਮੀਰਾਬਾਈ ਚਾਨੂ। ਭੀਮ ਬਹਾਦਰ ਗੁਰੂੰਗ ਦਾ ਹਾਲ ਹੀ ਵਿੱਚ ਦੇਹਾਂਤ ਹੋ ਗਿਆ, ਉਹ ਕਿਸ ਦੇਸ਼ ਦੇ ਤੀਜੇ ਮੁੱਖ ਮੰਤਰੀ ਸਨ? ਸਿੱਕਮ। ਬਹੁਪੱਖੀ ਤਕਨੀਕ ਅਤੇ ਆਰਥਿਕ ਸਹਿਯੋਗ ਸੰਮੇਲਨ ਵਿੱਚ ਬੰਗਾਲ ਦੀ ਖਾੜੀ ਦੀ 5ਵੀਂ ਪਹਿਲਕਦਮੀ ਦਾ ਵਿਸ਼ਾ ਕੀ ਹੈ? ਇੱਕ ਲਚਕੀਲੇ ਖੇਤਰ, ਖੁਸ਼ਹਾਲ ਆਰਥਿਕਤਾ ਅਤੇ ਸਿਹਤਮੰਦ ਲੋਕ ਬਲ। 5ਵੇਂ ਬਿਸਮੈਟਿਕ ਸੰਮੇਲਨ ਦੀ ਸਮਾਪਤੀ ਤੇ ਬਿਸਮੈਟਿਕ ਦੇ ਪ੍ਰਧਾਨ ਰਾਸ਼ਟਰ ਵਜੋਂ ਅਹੁਦਾ ਸੰਭਾਲੇਗਾ ਥਾਈਲੈਂਡ। ਭਾਰਤ ਸਰਕਾਰ ਨੇ ਇੱਕ ਨਵੀਂ ਕੇਂਦਰੀ ਸੈਕਟਰ ਯੋਜਨਾ ਰਾਈਜ਼ਿੰਗ ਐਂਡ ਐਕਸੀਲਰੇਟਿੰਗ MSME ਪਰਫਾਰਮੈਂਸ ਦੀ ਘੋਸ਼ਣਾ ਕੀਤੀ ਹੈ। ਸਕੀਮ ਦਾ ਕੁੱਲ ਖਰਚਾ ਹੈ USD 808 ਮਿਲੀਅਨ। ਇਹਨਾਂ ਵਿੱਚੋਂ ਕਿਸ ਨੇ BBC ਐਮਰਜਿੰਗ ਪਲੇਅਰ ਅਵਾਰਡ 2021 ਜਿੱਤਿਆ ਹੈ? ਤਾਂ ਇਸ ਦਾ ਰਾਈਟ ਆਨਸਰ ਹੈ ਜੀ ਸ਼ਫਾਲੀ ਵਰਮਾ। ਤਾਂ ਡੈਟਸ ਆਲ ਗਾਈਜ਼। ਜੇ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਜੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ। ਧੰਨਵਾਦ।